ਇੱਥੇ ਹਿੰਦੁਸਤਾਨ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜਾਂ ਭਾਰਤ ਦੇ ਵਿੱਚ ਲੋਕਾਂ ਨੂੰ ਪਤਾ ਡੈਮੋਕ੍ਰੇਸੀ ਹੈ, ਸਾਰਿਆਂ ਨੂੰ ਪਤਾ। ਇਹ ਜਿਹੜੇ ਲੀਡਰ ਬੈਠੇ ਆ ਇਹਨਾਂ ਨੂੰ ਵੀ ਪਤਾ। ਦਿੱਲੀ ਦੇ ਵਿੱਚ ਬਹੁਤ ਵੱਡਾ ਅੰਦੋਲਨ ਜਿਹੜਾ ਹੈ ਉਹ ਦੇਸ਼ ਵਾਸੀਆਂ ਵੱਲੋਂ ਕੀਤਾ ਜਾ ਰਿਹਾ, ਖਾਸ ਕਰਕੇ ਕਿਸਾਨੀ ਨੂੰ ਬਚਾਉਣ ਦੇ ਵਾਸਤੇ ਕੀਤਾ। ਇਹ ਲੋਕਤੰਤਰ ਦਾ ਘਾਣ ਕਿਹਾ ਜਾ ਸਕਦਾ। ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਦੀ ਸੋਚ ਨੂੰ ਇੱਥੇ ਸੱਟ ਮਾਰਨ ਦਾ ਹੀ ਕੰਮ ਹੋਇਆ। ਜਿੰਨੇ ਵੀ ਸ਼ਹੀਦ ਹੋਏ ਆ, ਉਹਨਾਂ ਸ਼ਹੀਦਾਂ ਨੂੰ ਸ਼ਹੀਦ ਕਰਨੇ ਦੇ ਵਿੱਚ ਵੀ ਇਸੇ ਲੋਕਤੰਤਰ ਨੂੰ ਜਿਹੜੇ ਬੰਦੇ ਆ ਨਾ, ਜਾਂ ਡੈਮੋਕ੍ਰੇਸੀ ਦੀ ਢਾਹਾਂ ਮਾਰਨ ਵਾਲੇ ਜਿਹੜੇ ਬੰਦੇ ਆ, ਉਹਨਾਂ ਦਾ ਹੱਥ ਆ। ਸ਼ਰੀਫ ਬੰਦਾ ਫਸ ਜਾਂਦਾ, ਉਹਨੂੰ ਫਾਂਸੀ ਦੇ ਬੰਦੇ ਦੀ ਪਹੁੰਚਾ ਦਿੰਦੇ ਜਿੱਦਾਂ ਮਰਜ਼ੀ ਹੋ ਜਾਏ। ਉਹਦੀ ਇਨਕੁਆਇਰੀ ਨਹੀਂ ਹੁੰਦੀ, ਬਗੈਰ ਇਨਕੁਆਇਰੀ ਤੋਂ ਐਨਕਾਊਂਟਰ ਕਰਕੇ ਮਾਰ ਦੇਣਾ ਵੀ ਇਹੀ ਇੱਕ ਗੁੰਡਾਗਰਦੀ ਦੀ ਨਿਸ਼ਾਨੀ ਹੈ। ਡੈਮੋਕ੍ਰੇਸੀ ਦਾ ਤਾਂ ਖਾਤਮਾ ਉੱਥੇ ਹੋ ਜਾਂਦਾ ਜਦ ਇੱਕ ਬੰਦੇ ਨੂੰ ਤੁਸੀਂ ਗੈਂਗਸਟਰ ਜਾਂ ਕ੍ਰਾਈਮ ਕਹਿ ਦੇਣਾ। ਕਰਪਸ਼ਨ ਦੇ ਵਿੱਚ ਲੈ ਲਓ, ਕਰਪਸ਼ਨ ਕਰਨ ਵਾਲਾ ਬੰਦਾ ਜਿਹੜਾ ਉਹ ਕਰਦਾ, ਉਹਨੂੰ ਫੜਨ ਵਾਲਾ ਕਰਦਾ, ਉਹਨੂੰ ਡਿਸਾਈਡ ਕਰਨ ਵਾਲਾ ਉਹ ਰਿਸ਼ਵਤ ਲੈ ਕੇ ਉਹਨੂੰ ਛੱਡ ਦਿੰਦਾ। ਇਹਦਾ ਮਤਲਬ ਤਿੰਨੇ ਕ੍ਰਿਮੀਨਲ ਹੀ ਬੰਦੇ ਆ ਉੱਥੇ ਇਕੱਠੇ ਹੋਏ। ਉੱਥੇ ਦੇ ਚੀਫ ਮਿਨਿਸਟਰ, ਉਹਨਾਂ ਨੇ ਉਹ ਸੜਕਾਂ ਪੱਟੀਆਂ, ਉੱਥੇ ਲੋਕਾਂ ਦੇ ਅਥਰੂ ਗੈਸ ਸਿੱਟੇ, ਉੱਥੇ ਗੰਦੇ ਪਾਣੀ ਦੀਆਂ ਬੁਛਾਰਾਂ ਕੀਤੀਆਂ। ਖੱਟੜ ਸਾਹਿਬ ਤਾਂ ਜੀ ਸਾਡੇ ਚੀਫ ਮਿਨਿਸਟਰ, ਖੱਟੜ ਸਾਹਿਬ ਕੋਈ ਚੀਫ ਮਿਨਿਸਟਰ ਦੇ ਲਾਇਕ ਨਹੀਂ ਹੈਗਾ। ਉਹਨੂੰ ਇਮੀਡੀਏਟਲੀ ਉੱਥੋਂ ਬਾਹਰ ਕੱਢ ਦੇਣਾ ਚਾਹੀਦਾ। ਜਿਹੜੇ ਵੀ ਹਿੰਦੁਸਤਾਨੀ ਆਪਣੇ ਉਹਨੂੰ ਹਿੰਦੁਸਤਾਨੀ ਕਹਿੰਦੇ ਆ ਜਾਂ ਅਸੀਂ ਵਿੱਚ ਕਹਿੰਦੇ ਆ। ਲਾਲ ਕਿਲ੍ਹਾ ਕਿਹਦਾ ਆ? ਉਹ ਮੁਸਲਮਾਨ ਜਦੋਂ ਇੱਥੇ ਆਏ ਆ, ਉਹਨਾਂ ਦਾ ਉਹ ਇੱਕ ਸਥਾਨ ਹੈ ਜਿੱਥੇ ਉਹਨਾਂ ਨੇ ਹਿੰਦੁਸਤਾਨ ਦੇ ਲੋਕਾਂ ਨੇ ਜੁੱਤੀਆਂ ਮਾਰ ਮਾਰ ਕੇ ਕੰਮ ਕਰਵਾਇਆ, ਫ੍ਰੀ, ਬਗੈਰ ਪੈਸੇ ਦਿੱਤੇ ਤੋਂ। ਜਿਹਨੂੰ ਅੱਜ ਤੁਸੀਂ ਪ੍ਰਧਾਨ ਮੰਤਰੀ ਕਹਿੰਦੇ, ਇਹ ਪ੍ਰਧਾਨ ਮੰਤਰੀ ਦੇ ਲਾਇਕ ਨਹੀਂ, ਸਭ ਕਰਪਟ ਮਾਫੀਆ। 544 ਦੇ ਵਿੱਚ 500 ਬੰਦਾ ਇੱਦਾਂ ਦਾ ਹੈਗਾ ਉੱਥੇ ਬੈਠੇ ਜਿਹੜੇ ਕਰਪਟ ਬੈਠੇ, ਖਾਸ ਕਰਕੇ 370 ਤਾਂ ਬਿਲਕੁਲ ਕ੍ਰਿਮੀਨਲ ਬੰਦੇ ਬੈਠੇ ਆ। ਤੁਸੀਂ ਜ਼ੀਰੋ ਤੋਂ ਲੈ ਕੇ ਉੱਪਰਲੇ ਲੈਵਲ ਤੱਕ ਸਾਰਾ ਲੋਕਾਂ ਨੂੰ ਲੁੱਟਣ ਡਏ ਆ। ਫਿਰ ਕਹਿੰਦੇ ਜੀ ਹਿੰਦੁਸਤਾਨ ਆ, ਇੰਡੀਆ ਆ, ਭਾਰਤ ਦੇਸ਼ ਆ, ਡੈਮੋਕ੍ਰੇਸੀ ਮੁਲਕ। ਡੈਮੋਕ੍ਰੇਸੀ ਦਿਖਾ ਲਓ ਤੁਸੀਂ ਕਿੱਥੇ ਆ। ਇਹ ਲੋਕਤੰਤਰ ਦਾਗੀ ਨਹੀਂ ਮਹਿਸੂਸ ਹੁੰਦਾ। ਲੋਕਤੰਤਰ ਦਾ ਜਿਹੜਾ ਹਿੱਸਾ ਉਹ ਦਿਸਦਾ ਨਹੀਂ ਹੈ। ਕੀ ਕਹਿਣਾ ਚਾਹੋਗੇ? EVM ਮਸ਼ੀਨ ਇੱਕ ਇਲੈਕਟ੍ਰੋਨਿਕ ਮਸ਼ੀਨ ਹੈ, ਉਹਦੇ ਵਿੱਚ ਕਿਤੇ ਵੀ ਸੈਟਿੰਗ ਕੀਤੀ ਜਾ ਸਕਦੀ, ਕੁਝ ਵੀ ਕੀਤਾ ਜਾ ਸਕਦਾ। ਕੀ ਕਹਿਣਾ ਚਾਹੋਗੇ? ਇਹ ਵੀ ਲੋਕਤੰਤਰ ਦਾ ਘਾਣ ਨਹੀਂ ਹੈ? ਮੈਨੂੰ ਤਾਂ ਕਰਨ ਵੇਲੇ ਥੋੜ੍ਹੀ ਜਿਹੀ ਘਬਰਾਹਟ ਛੱਡ ਜਾਂਦੀ ਵੀ ਲੋਕਤੰਤਰ ਹੈ ਕਿੱਥੇ। ਲੀਡਰ ਦੇ ਨਾਲ ਸਿਕਿਉਰਿਟੀ ਹੈ, ਪੁਲਿਸ ਹੈ, ਉਹ ਵੀ ਸਾਡੇ ਲਈ ਸ਼ੱਕੀ ਹੈ। ਉਹ ਲੋਕਾਂ ਦੇ ਹੱਕ ਦਾ ਕੰਮ ਨਹੀਂ ਕਰਦਾ, ਇਸੇ ਕਰਕੇ ਉਹ ਆਪਣੀ ਜਾਨ ਬਚਾਉਣ ਦੇ ਲਈ ਉਹ ਆਪਣੀ ਸਿਕਿਉਰਿਟੀ ਰੱਖਦਾ ਹੈ। ਬਾਬੇ ਨਾਨਕ ਨੇ ਆਉਣਾ ਨਹੀਂ, ਬਾਬੇ ਨਾਨਕ ਨੂੰ ਆਉਣਾ ਪੈਣਾ। ਇਹ ਸਾਡਾ ਢਾਂਚਾ ਅਸੀਂ ਇੰਨਾ ਵਿਗਾੜ ਚੁੱਕੇ ਹਾਂ। ਅੱਜ ਤੁਸੀਂ ਸਾਡਾ ਚੈਨਲ ਦੇਖ ਰਹੇ ਹੋ, ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਦੇਸ਼ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਵਾਸਤੇ ਅਨੇਕਾਂ ਦੇਸ਼ ਭਗਤਾਂ ਨੇ ਕੁਰਬਾਨੀਆਂ ਕੀਤੀਆਂ ਤੇ ਅਨੇਕਾਂ ਜਾਨਾਂ ਗਈਆਂ, ਜਿਨ੍ਹਾਂ ਨੇ ਤਸ਼ੱਦਦ ਵੀ ਸਹੇ। ਤੇ ਅੱਜ ਭਾਵੇਂ ਕਹਿਣ ਨੂੰ ਸਾਡਾ ਦੇਸ਼ ਆਜ਼ਾਦ ਹੈ, ਲੋਕਤੰਤਰ ਹੈ, ਡੈਮੋਕ੍ਰੇਸੀ ਹੈ, ਪਰ ਲੋਕ ਕੁਛ ਚਾਹੁੰਦੇ ਨੇ, ਦੇਸ਼ ਦੇ ਲੀਡਰ ਕੁਛ ਚਾਹੁੰਦੇ ਨੇ। ਕਿਤੇ ਇਹ ਜਿਹੜਾ ਗੈਬ ਹੈ, ਲੋਕਤੰਤਰ ਦਾ ਘਾਣ ਹੋ ਰਿਹਾ, ਡੈਮੋਕ੍ਰੇਸੀ ਦਾ ਘਾਣ ਹੋ ਰਿਹਾ ਹੈ। ਦੇਸ਼ ਭਾਰਤ ਦੇ ਵਿੱਚ ਲੋਕਾਂ ਦੀ ਡਿਮਾਂਡ ਹੋਰ ਹੁੰਦੀ ਹੈ ਤੇ ਚੋਣਾਂ ਵੇਲੇ ਵਾਅਦੇ ਤੇ ਲਾਰੇ ਲੀਡਰਾਂ ਦੇ ਹੋਰ ਹੁੰਦੇ ਨੇ। ਜਿਵੇਂ ਕੁਝ ਸਮੇਂ ਤੋਂ ਕਿਸਾਨੀ ਅੰਦੋਲਨ ਵੀ ਚੱਲ ਰਿਹਾ, ਜਿਹੜੇ 3 ਕਾਨੂੰਨ ਲਿਆਂਦੇ ਨੇ ਕੇਂਦਰ ਦੀ ਸਰਕਾਰ ਦੇ ਵੱਲੋਂ, ਇਹਦਾ ਵਿਰੋਧ ਵੀ ਚੱਲਦਾ। ਲੋਕ ਕੁਛ ਚਾਹੁੰਦੇ ਨੇ, ਲੀਡਰ ਕੁਛ ਚਾਹੁੰਦੇ ਨੇ। ਇਹ ਵੀ ਜਿਹੜਾ ਗੈਬ ਹੈ। ਜਦੋਂ ਦਿੱਲੀ ਨੂੰ ਲੋਕ ਗਏ ਨੇ, ਹਰਿਆਣੇ ਦੀ ਸਰਕਾਰ ਦੇ ਵੱਲੋਂ ਵਿਰੋਧ ਕੀਤਾ ਤੇ ਹਰਿਆਣੇ ਦੇ ਲੋਕਾਂ ਨੇ ਸਾਥ ਦਿੱਤਾ। ਪੰਜਾਬੀਆਂ ਨੇ ਜਿਹੜਾ ਉੱਥੇ ਅੱਜ ਜਿਹੜਾ ਅੰਦੋਲਨ ਚੱਲ ਰਿਹਾ, ਉਹ ਕਰੀਬ ਸਾਲ ਹੋਣ ਵਾਲਾ 10ਵਾਂ ਮਹੀਨਾ ਜਾ ਰਿਹਾ ਹੈ। ਲੋਕਤੰਤਰ ਕਿੱਥੇ ਹੈ, ਡੈਮੋਕ੍ਰੇਸੀ ਕਿੱਥੇ ਹੈ, ਵਿਸ਼ੇਸ਼ ਤੌਰ ਤੇ ਚਰਚਾ ਕਰਾਂਗੇ। ਅੱਜ ਅਸੀਂ ਪਹੁੰਚੇ ਹਾਂ ਉੱਗੇ ਮਹਾਨ ਸਮਾਜ ਸੇਵਕ ਨੇ, ਬੁੱਧੀਜੀਵੀ ਨੇ, ਹਮੇਸ਼ਾ ਦੇਸ਼ ਭਾਰਤ ਦੀ ਚਰਚਾ ਕਰਦੇ ਨੇ, ਚਿੰਤਾ ਕਰਦੇ ਨੇ। ਭਾਵੇਂ ਨਾਰਵੇ ਦੇ ਵਿੱਚ ਰਹਿੰਦੇ ਨੇ, ਪਰ ਹਮੇਸ਼ਾ ਆਪਣੇ ਵਤਨ ਦੀ ਮਿੱਟੀ ਦੇ ਨਾਲ ਜੁੜੇ ਰਹਿੰਦੇ ਨੇ। ਗੁਰਚਰਨ ਸਿੰਘ ਨਾਰਵੇ ਸਾਹਿਬ, ਸਵਾਗਤ ਕਰੀਏ ਜੀ ਆਪਾਂ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਮਿਹਰਬਾਨੀ, ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਕੋਲ ਆਏ ਆ। ਤੇ ਫਰਜ਼ ਇਹ ਇਕੱਲਾ ਮੈਂ ਨਹੀਂ ਕਰਦਾ, ਸਾਡੇ ਕੋਲ ਆਇਆ, ਤੁਹਾਡਾ ਸਾਰਿਆਂ ਦਾ ਹੀ ਕੰਮ ਹੈ। ਕਿਉਂਕਿ ਅਸੀਂ ਉਸ ਮੁਲਕ ਦੇ ਵਿੱਚ ਰਹਿੰਦੇ ਹਾਂ ਤਾਂ ਸਾਡਾ ਜੋ ਵੀ ਕੰਮ ਕਰਨਾ ਸੀ ਉਸ ਮੁਲਕ ਦੇ ਹਿੱਤ ਦੇ ਵਿੱਚ, ਲੋਕਾਂ ਦੇ ਭਲੇ ਲਈ ਕਰਨੀ ਆ। ਉਹਦੇ ਉੱਤੇ ਤੁਸੀਂ ਜੋ ਵਿਚਾਰ
ਸੁਣਨਾ ਚਾਹੁੰਦੇ ਜਾਂ ਕਰਨਾ ਚਾਹੁੰਦੇ ਆ ਉਹਦੇ ਲਈ ਮੈਂ ਤਿਆਰ ਹਾਂ। ਪਰ ਗੱਲ ਇਹੀ ਸਾਰੀ ਡੈਮੋਕ੍ਰੇਸੀ ਦੇ ਉੱਤੇ ਤੁਸੀਂ ਖਤਮ ਕੀਤੀ ਹੈ। ਡੈਮੋਕ੍ਰੇਸੀ ਜਿਹੜੀ ਹੈ ਨਾ, ਉਹ ਸਾਨੂੰ ਪਹਿਲਾਂ ਤਾਂ ਇੱਕ ਜਗ੍ਹਾ ਦਿਖਾਉਣੀ ਪੈਣੀ ਹੈ। ਸਰਕਾਰ ਜਿਹਨੂੰ ਕਹਿੰਦੇ ਅਸੀਂ, ਸਰਕਾਰ ਕਿਹਦੀ ਆ? ਲੋਕਾਂ ਦੀ ਚੁਣੀ ਹੋਈ ਸਰਕਾਰ ਆ, ਲੋਕਾਂ ਲਈ ਚੁਣੀ ਹੋਈ ਸਰਕਾਰ ਆ, ਲੋਕਾਂ ਦੇ ਵਿੱਚੋਂ ਬੰਦੇ ਲੈ ਕੇ ਚੁਣੀ ਜਾਂਦੀ ਆ। ਉਹ ਸਰਕਾਰ ਜੋ ਕੰਮ ਕਰਦੀ ਆ ਜਾਂ ਡੈਮੋਕ੍ਰੇਸੀ ਕਰਦੀ ਹੈ ਜਾਂ ਲੋਕਤੰਤਰ ਦੀ ਗੱਲ ਹੈ, ਉਹ ਕਿੱਥੇ ਸਾਨੂੰ ਹਿੰਦੁਸਤਾਨ ਦੇ ਕਿਹੜੇ ਟੋਟੇ ਦੇ ਵਿੱਚ ਆ, ਕਿਹੜੀ ਸਟੇਟ ਦੇ ਵਿੱਚ ਆ, ਉਹ ਸਾਨੂੰ ਜਗ੍ਹਾ ਦਾ ਪਹਿਲਾਂ ਨਾਂ ਦੱਸ ਚੁਣਨਾ ਜ਼ਰੂਰੀ ਹੈ ਵੀ ਉਹ ਹੈ ਕਿੱਥੇ। ਉਹਦਾ ਕਹਿਣ ਦਾ ਭਾਵ ਕਿ ਉਹ ਹਿੰਦੁਸਤਾਨ ਦੇ ਵਿੱਚ ਡੈਮੋਕ੍ਰੇਸੀ ਲੋਕਤੰਤਰ ਫੱਟਾ ਤਾਂ ਬਹੁਤ ਵੱਡਾ ਲੱਗਿਆ ਹੋਇਆ, ਜਿਹਨੂੰ ਬੋਰਡ ਅਸੀਂ ਕਹਿੰਦੇ ਹਾਂ, ਉਹਦੇ ਸਾਈਨ ਲਿਖੇ ਹੋਇਆ, ਉਹਦਾ ਨਾਂ ਲਿਖਿਆ ਹੋਇਆ, ਜੋ ਵੀ ਜਿੱਦਾਂ ਬਣਾ ਕੇ ਅਸੀਂ ਐਡਵਰਟਾਈਜ਼ਮੈਂਟ ਕਰਦੇ ਹਾਂ ਡੈਮੋਕ੍ਰੇਸੀ ਦੀ, ਉਹ ਲੱਗੇ ਹੋਇਆ। ਪਰ ਉਹਦੇ ਥੱਲੇ ਜਿਹੜਾ ਉਹਦਾ ਬੇਸ ਹੈ ਉਹ ਨਹੀਂ ਕੋਈ ਹੈਗਾ, ਦੀਵਾਰਾਂ ਦੇ ਨਾਲ ਲੱਗੇ ਹੋਈ ਹੈ। ਉਹ ਕਿਸ ਕੰਮ ਲਈ ਲੱਗੇ ਹੋਇਆ ਉਹ ਲੋਕਾਂ ਦੇ ਸਮਝ ਤੋਂ ਬਾਹਰ ਆ। ਲੋਕਾਂ ਦੀ ਸਮਝ ਜਿਹੜੀ ਆ, ਉਹ ਮੈਂ ਗੱਲ ਸਰਕਾਰ ਦੀ ਕਰਦਾ, ਲੋਕਾਂ ਨੂੰ ਸਮਝ ਹੈ ਪਰ ਲੋਕਾਂ ਤੱਕ ਪਹੁੰਚਾਉਣ ਵਾਲੇ ਜਿਹੜਾ ਉਹਨਾਂ ਦੇ ਸਮਝ 'ਚ ਅੱਜ ਤੱਕ ਨਹੀਂ ਆਈ ਡੈਮੋਕ੍ਰੇਸੀ 'ਤੇ ਅਸੀਂ ਚੱਲ ਰਹੇ ਹਾਂ ਜਾਂ ਡੈਮੋਕ੍ਰੇਸੀ ਕਿੱਥੇ ਆ। ਜਿਹੜਾ ਕਿੱਥੇ ਦਾ ਲਫ਼ਜ਼ ਹੈ ਨਾ, ਮੇਨ ਉਹ ਪੁਆਇੰਟ ਹੈਗਾ। ਇੱਥੇ ਹਿੰਦੁਸਤਾਨ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜਾਂ ਭਾਰਤ ਦੇ ਵਿੱਚ ਲੋਕਾਂ ਨੂੰ ਪਤਾ ਡੈਮੋਕ੍ਰੇਸੀ ਹੈ, ਸਾਰਿਆਂ ਨੂੰ ਪਤਾ, ਇਹ ਜਿਹੜੇ ਲੀਡਰ ਬੈਠੇ ਇਹਨਾਂ ਨੂੰ ਵੀ ਪਤਾ। ਪਰ ਉਹ ਜਿਹੜੀ ਵਰਤਾਵਾ ਉਹ ਕਿਹੜੀ ਜਗ੍ਹਾ 'ਤੇ ਹੋ ਰਿਹਾ, ਉਹ ਕਿਹੜਾ ਇੱਦਾਂ ਦੀ ਜਗ੍ਹਾ ਇੱਕ ਪਲੇਟਫਾਰਮ ਬਣੇ ਜੋ ਤਾਂ ਸਾਨੂੰ ਦਿਖਾਈ ਦਿੰਦੀ, ਸਿਰਫ ਇਹਨਾਂ ਨੂੰ ਹੀ ਦਿਖਾਈ ਦਿੰਦੀ ਹੈ। ਉਹ ਬਹੁਤ ਜ਼ਰੂਰੀ ਹੈ ਸਾਨੂੰ ਲੱਭਣੀ। ਬਿਲਕੁਲ ਜੀ, ਉਹ ਲੱਭਣੀ ਬੜੀ ਜ਼ਰੂਰੀ ਹੈਗੀ ਆ ਕਿ ਲੋਕਤੰਤਰ ਕੀ ਸਾਡੇ ਜਿਹੜੇ ਦੇਸ਼ ਭਗਤ ਹੈ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ, ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਵਾਸਤੇ ਕੁਰਬਾਨੀਆਂ ਦਿੱਤੀਆਂ, ਆਪ ਤਸ਼ੱਦਦ ਸਹੇ, ਉਹਨਾਂ ਨੇ ਸੰਘਰਸ਼ ਲੜੇ, ਉਹਨਾਂ ਦਾ ਅਸਲ ਦੇ ਵਿੱਚ ਸੁਪਨਾ ਕੀ ਸੀ? ਸੁਪਨਾ ਲੋਕਤੰਤਰ ਵਾਲਾ ਸੀ, ਡੈਮੋਕ੍ਰੇਸੀ ਵਾਲਾ ਸੀਗਾ। ਕੀ ਉਹਨਾਂ ਦੇ ਸੁਪਨੇ ਜਿਹੜੇ ਪੂਰੇ ਕੀਤੇ ਜਾ ਰਹੇ ਨੇ? ਉਹਨਾਂ ਦੇ ਸੁਪਨੇ ਕੀ ਇਹ ਸੀ ਕਿ ਦੇਸ਼ ਜਿਹੜਾ ਉਹ ਗੋਰਿਆਂ ਤੋਂ ਆਜ਼ਾਦ ਹੋਵੇ ਤੇ ਬਾਅਦ ਦੇ ਵਿੱਚ ਆਪਣੇ ਦੇਸ਼ ਦੇ ਲੀਡਰਾਂ ਦੇ ਹੱਥਾਂ ਦੇ ਵਿੱਚ ਦੇਸ਼ ਦੇ ਲੋਕ ਗੁਲਾਮ ਹੋ ਜਾਣ? ਇਹ ਨਹੀਂ ਸੀਗਾ। ਇਹ ਸੀ ਕਿ ਦੇਸ਼ ਦਾ ਹਰ ਬੱਚਾ, ਹਰ ਲੋਕ, ਹਰ ਦੇਸ਼ ਦਾ ਨਾਗਰਿਕ ਜਿਹੜਾ ਉਹ ਆਪਣੇ ਆਪ ਨੂੰ ਆਜ਼ਾਦੀ, ਇੱਕ ਘੁਟਨ ਮਹਿਸੂਸ ਨਾ ਕਰੇ, ਆਜ਼ਾਦੀ ਦੇ ਨਾਲ ਆਪਣੀ ਮਰਜ਼ੀ ਦੇ ਮੁਤਾਬਕ ਜੀਵੇ। ਇਹ ਵੀ ਸੀ ਕਿ ਲੋਕਤੰਤਰ ਤੋਂ ਭਾਵ ਕਿ ਲੋਕਾਂ ਨੇ ਆਪਣੇ ਵਿੱਚੋਂ ਆਪਣੇ ਹੀ ਲੀਡਰ ਜਿਹੜੇ ਉਹ ਤਿਆਰ ਕਰਕੇ ਆਪਣੇ ਲੀਡਰਾਂ ਨੂੰ ਦੇਸ਼ ਦੇ ਉੱਤੇ MLA MP ਬਣਾ ਕੇ ਆਪਣੀ ਹੀ ਸਰਕਾਰ ਬਣਾਉਣੀ ਹੁੰਦੀ ਆ, ਜਿਨ੍ਹਾਂ ਨੇ ਲੋਕਾਂ ਵਾਸਤੇ ਕੰਮ ਕਰਨਾ ਹੁੰਦਾ। ਇਹ ਅਸਲ ਦੇ ਵਿੱਚ ਉਹਨਾਂ ਦਾ ਸੁਪਨਾ ਸੀ, ਪਰ ਇਹ ਨਹੀਂ ਹੋ ਰਿਹਾ। ਲੋਕਾਂ ਦੇ ਮੁਤਾਬਕ ਸਰਕਾਰਾਂ ਜਾਂ ਦੇਸ਼ ਦੇ ਲੀਡਰ ਕੰਮ ਨਹੀਂ ਕਰਦੇ। ਇਸੇ ਕਰਕੇ ਹਰ ਪਾਸੇ ਧਰਨੇ, ਮੁਜ਼ਾਹਰੇ, ਪ੍ਰੋਟੈਸਟ, ਜਿਵੇਂ ਦਿੱਲੀ ਦੇ ਵਿੱਚ ਬਹੁਤ ਵੱਡਾ ਅੰਦੋਲਨ ਜਿਹੜਾ ਹੈ ਉਹ ਦੇਸ਼ ਵਾਸੀਆਂ ਵੱਲੋਂ ਕੀਤਾ ਜਾ ਰਿਹਾ, ਖਾਸ ਕਰਕੇ ਕਿਸਾਨੀ ਨੂੰ ਬਚਾਉਣ ਦੇ ਵਾਸਤੇ ਕੀਤਾ। ਇਹ ਲੋਕਤੰਤਰ ਦਾ ਘਾਣ ਕਿਹਾ ਜਾ ਸਕਦਾ, ਕਿਉਂਕਿ ਲੋਕਾਂ ਦੀ ਗੱਲ ਹੁਣ ਤੱਕ ਮੰਨ ਲੈਣੀ ਚਾਹੀਦੀ ਇਸ ਦੇਸ਼ ਦੀ ਸਰਕਾਰ ਨੂੰ, ਤਾਂ ਕਿ ਲੋਕ ਕਿਵੇਂ ਚੱਲਦੇ ਨੇ, ਕਿਵੇਂ ਚਾਹੁੰਦੇ ਨੇ, ਉਹਦੇ ਮੁਤਾਬਕ ਦੇਸ਼ ਨੂੰ ਚਲਾਉਣ ਦੀ ਲੋੜ ਸੀ। ਇਹ ਜਿਹੜਾ ਹੈ ਲੋਕਤੰਤਰ ਦਾ ਘਾਣ ਹੈ, ਇਹ ਸੁਪਨਾ ਨਹੀਂ ਸੀਗਾ। ਬਾਕੀ ਨੌਰਵੇ ਸਾਹਿਬ ਹੁਣਾਂ ਤੋਂ ਵੀ ਪੁੱਛ ਲੈਂਦੇ ਆ ਕਿ ਨੌਰਵੇ ਸਾਹਿਬ ਅਸਲ ਦੇ ਵਿੱਚ ਸਾਡੇ ਦੇਸ਼ ਭਗਤ ਉਹ ਕਿੱਦਾਂ ਦਾ ਦੇਸ਼ ਨੂੰ, ਭਾਰਤ ਨੂੰ ਸਿਰਜਣਾ ਚਾਹੁੰਦੇ ਸੀ? ਜਿਹੜੀਆਂ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ, ਉਹ ਕਿੱਦਾਂ ਦਾ ਦੇਸ਼ ਦਾ ਜਿਹੜਾ ਮਾਹੌਲ, ਦੇਸ਼ ਦਾ ਢਾਂਚਾ ਜਿਹੜਾ ਉਹ ਕਿੱਦਾਂ ਦਾ ਬਣਾਉਣਾ ਚਾਹੁੰਦੇ ਸੀਗੇ? ਜਿਹੜੀ ਮੇਨ ਸੋਚ ਜਿਹਨਾਂ ਦੀ ਅਸੀਂ ਗੱਲ ਕਰਦੇ ਹਾਂ ਨਾ, ਜਿਹਨਾਂ ਲੋਕਾਂ ਨੇ ਸ਼ਹੀਦੀਆਂ ਦਿੱਤੀਆਂ ਜੀ, ਕੁਰਬਾਨੀਆਂ ਦਿੱਤੀਆਂ, ਉਹਨਾਂ ਦੀ ਜਿਹੜੀ ਸੋਚ ਹੈ ਨਾ, ਉਹ ਮੈਚ ਨਹੀਂ ਕਰ ਰਹੀ ਅੱਜ ਦੀ ਜਿਹੜੀ ਸਿਆਸਤ ਹੈ ਉਹਦੇ ਨਾਲ। ਕਿਉਂਕਿ ਉਹ ਲੋਕ ਬਹੁਤ ਘੱਟ ਹੁੰਦੇ ਆ ਜਿਨ੍ਹਾਂ ਨੇ ਸ਼ਹਾਦਤਾਂ ਦੇਣੀਆਂ, ਉਹ ਹਮੇਸ਼ਾ ਹੀ ਘੱਟ ਹੁੰਦੇ ਆ ਜੀ। ਗੁੰਡਾਗਰਦੀ ਜਾਂ ਦੇਸ਼ ਧਰੋਹੀ ਜਿਹਨਾਂ ਨੂੰ ਅਸੀਂ ਕਹਿੰਦੇ, ਉਹਨਾਂ ਦੀ ਮੈਜੋਰਟੀ ਵੱਧ ਜਾਂਦੀ ਹੈ ਹਮੇਸ਼ਾ। ਜ਼ਿਆਦਾ ਕਰਪਟ ਲੋਕ ਜਦੋਂ ਹੋਵਾਂਗੇ, ਅਸੀਂ ਜਦੋਂ ਜ਼ਿਆਦਾ ਕਰਪਟ ਹੋ ਜਾਵਾਂਗੇ ਨਾ, ਫਿਰ ਉਸ ਚੀਜ਼ ਨੂੰ ਹੋਰ ਵੀ ਮੁਸ਼ਕਿਲ ਹੋ ਜਾਂਦਾ ਸੰਭਾਲਣਾ। ਹੁਣ ਇਹ ਜਿਹੜਾ ਇੱਥੇ ਦੀ ਸਾਰਾ ਮਸਲਾ ਹੈ ਨਾ, ਭਾਰਤ ਦਾ, ਇੰਡੀਆ ਦਾ ਜਿਹੜਾ ਮਸਲਾ ਹੈ ਨਾ, ਇਹਦੇ ਵਿੱਚ ਜਿਹੜੀ ਕਰਪਸ਼ਨ ਹੈ ਉਹ ਬਹੁਤ ਜ਼ਿਆਦਾ ਉੱਪਰਲੇ ਲੈਵਲ 'ਤੇ ਚਲੇ ਗਈ ਹੈ। ਉਹਨੂੰ ਥੱਲੇ ਲਿਆਉਣਾ, ਜਿੱਦਾਂ ਕਰੋਨੇ ਦੀ ਬਿਮਾਰੀ ਆ ਗਈ ਤਾਂ ਉਹ ਇੱਕਦਮ ਉੱਪਰ ਚਲੇ ਗਈ, ਤਾਂ ਉਹਨੂੰ ਥੱਲੇ ਲਿਆਉਣ ਲਈ ਕਾਫੀ ਲੋਕਾਂ ਨੂੰ ਮਰਨਾ ਪਿਆ ਜਾਂ ਮਾਰਿਆ ਗਿਆ। ਮਾਰਿਆ ਗਿਆ ਦਾ ਮਤਲਬ ਇਹ ਹੈ ਕਿ ਮੈਡੀਸਨ ਨਹੀਂ, ਤੁਹਾਡੇ ਕੋਲ ਆਕਸੀਜਨ ਕੁਛ ਨਹੀਂ, ਉਹ ਹੁੰਦੇ ਹੋਏ ਵੀ ਤੁਸੀਂ ਲੋਕਾਂ ਉਹਨਾਂ ਨੂੰ ਦੇ ਦਿੱਤੀ ਜਿਹਨਾਂ ਨੂੰ ਤੁਹਾਨੂੰ ਜ਼ਰੂਰਤ ਜਾਂ ਤੁਹਾਡੇ ਨੇੜੇ ਦੇ ਸੀਗੇ, ਜਾਂ ਉਹਨਾਂ ਮੁਲਕਾਂ ਜਾਂ ਉਹਨਾਂ ਦੇਸ਼ਾਂ ਨੂੰ ਤੁਸੀਂ ਵੇਚ ਦਿੱਤੀ ਜਿੱਥੋਂ ਤੁਸੀਂ ਪੈਸੇ ਲੈਣੇ, ਜਾਂ ਜਿਨ੍ਹਾਂ ਤੋਂ ਜਦੋਂ ਵੀ ਕੋਈ ਮੁਲਕ ਦੀ ਗੱਲ ਹੁੰਦੀ ਹੈ ਉਹਦੇ ਵਿੱਚ ਉਹਨਾਂ ਦਾ ਸਾਥ ਲੈਣਾ। ਜਦੋਂ ਤੁਸੀਂ ਸਾਥ ਲੈਣ ਦੀ ਗੱਲ ਜਿੱਥੇ ਹੁੰਦੀ ਹੈ ਉੱਥੇ ਕਰਪਟ ਸਿਸਟਮ ਹੈ, ਉਹਨਾਂ ਦੀਆਂ ਵੋਟਾਂ ਲੈਣੀਆਂ, ਮੇਰਾ ਮਤਲਬ ਹੈ। ਉਹੀ ਸਿਸਟਮ ਸਾਡੇ ਇੱਥੇ ਅੱਜ ਆ ਰਿਹਾ। ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਦੀ ਸੋਚ ਨੂੰ ਇੱਥੇ ਸੱਟ ਮਾਰਨ ਦਾ ਹੀ ਕੰਮ ਹੋਇਆ। ਜਿੰਨੇ ਵੀ ਸ਼ਹੀਦ ਹੋਏ ਆ,
ਉਹਨਾਂ ਸ਼ਹੀਦਾਂ ਨੂੰ ਸ਼ਹੀਦ ਕਰਨੇ ਦੇ ਵਿੱਚ ਵੀ ਇਸੇ ਹੀ ਲੋਕਤੰਤਰ ਨੂੰ ਜਿਹੜੇ ਬੰਦੇ ਆ ਨਾ ਜਾਂ ਡੈਮੋਕ੍ਰੇਸੀ ਦੀ ਢਾਹਾਂ ਮਾਰਨ ਵਾਲੇ ਜਿਹੜੇ ਬੰਦੇ ਆ ਉਹਨਾਂ ਦਾ ਹੱਥ ਆ। ਇਹ ਆਪਾਂ ਜੇ ਉਹਨੂੰ ਪਰਚੋਲ ਕਰਨ ਦੀ ਲੋੜ ਹੈ ਇੱਥੇ ਹੁਣ ਉਹ ਜਿਹੜੇ ਸ਼ਹੀਦ ਹੋਏ ਉਹ ਕਿੱਦਾਂ ਹੋਏ ਆ। ਅੱਜ ਕੋਈ ਬੰਦਾ ਫਾਂਸੀ ਲੱਗਦਾ ਜਾਂ ਤਾਂ ਉਹਦੇ ਪਿੱਛੇ ਲਾਅ ਸਿਸਟਮ ਮਾੜਾ ਹੈ ਜਾਂ ਉਹ ਫਿਰ ਰਿਲੇਟਿਵ ਉਹਨਾਂ ਦੇ ਇੱਦਾਂ ਦਾ ਜਾਂ ਉਸ ਪੈਸੇ ਦੇ ਜੋੜ ਦੇ ਉਹ ਬਾਹਰ ਨਿਕਲ ਜਾਂਦੇ ਆ। ਜਿਹੜਾ ਇੱਕ ਸ਼ਰੀਫ ਬੰਦਾ ਫਸ ਜਾਂਦਾ ਉਹਨੂੰ ਫਾਂਸੀ ਦੇ ਫੰਦੇ ਦੀ ਪਹੁੰਚਾ ਦਿੰਦੇ ਜਿੱਦਾਂ ਮਰਜ਼ੀ ਹੋ ਜਾਏ। ਉਹਦੀ ਇਨਕੁਆਇਰੀ ਨਹੀਂ ਹੁੰਦੀ, ਬਗੈਰ ਇਨਕੁਆਇਰੀ ਤੋਂ ਐਨਕਾਊਂਟਰ ਕਰਕੇ ਮਾਰ ਦੇਣਾ ਵੀ ਇਹੀ ਇੱਕ ਗੁੰਡਾਗਰਦੀ ਦੀ ਨਿਸ਼ਾਨੀ ਆ। ਉਹਨੂੰ ਲੋਕਤੰਤਰ ਢੰਗ ਦੇ ਨਾਲ ਜੋ ਇੱਥੇ ਦਾ ਜੁਡੀਸ਼ੀਅਲ ਸਿਸਟਮ ਹੈ ਉਹਨੂੰ ਸਜ਼ਾ ਦੇਵੇ, ਜਿਹੜੀ ਸਜ਼ਾ ਦਿੰਦਾ ਆ ਉਹ ਉਹਨਾਂ ਦਾ ਇੱਕ ਆਪਣਾ ਸਿਸਟਮ ਆ ਕਿਉਂਕਿ ਉਸ ਲੈਵਲ ਦੇ ਉਹਨਾਂ ਦੀ ਜੋਬ ਆ। ਹੁਣ ਇੱਥੇ ਜਿਹੜੇ ਬੰਦੇ ਕੋਈ ਪੁਲਿਸ ਦੇ ਵਿੱਚ ਬੈਠੇ ਜਾਂ ਇੱਧਰ ਉੱਧਰ ਬੈਠੇ ਆ ਉਹਨਾਂ ਦੇ ਵਿੱਚ ਜਿਹੜੇ ਵੀ ਕੁਛ ਕਰਪਟ ਬੰਦੇ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਕੁਛ ਬੰਦੇ ਕਰਪਟ ਹੈਗਾ ਜਿਹੜੇ ਕਿ ਇੱਦਾਂ ਦੇ ਕੰਮ ਕਰਨ ਲਈ ਪ੍ਰੋਫੈਸ਼ਨਲ ਰੱਖੇ ਹੋਏ ਇਹਨਾਂ ਨੇ। ਉਹ ਲੈ ਜਾ ਕੇ ਬਾਹਰ ਲੋਕਾਂ ਨੂੰ ਕਦੀ ਕਿਸੇ ਨੂੰ ਗੈਂਗਸਟਰ ਕਹਿ ਦਿੰਦੇ ਆ ਜਾਂ ਕੋਈ ਹੋਰ ਉਹਨਾਂ ਦੇ ਧੱਬਾ ਲਾ ਕੇ ਸ਼ੂਟ ਕਰਕੇ ਮਾਰ ਦਿੰਦੇ। ਮਤਲਬ ਡੈਮੋਕ੍ਰੇਸੀ ਦਾ ਤਾਂ ਖਾਤਮਾ ਉੱਥੇ ਹੋ ਜਾਂਦਾ ਜਦ ਇੱਕ ਬੰਦੇ ਨੂੰ ਤੁਸੀਂ ਗੈਂਗਸਟਰ ਜਾਂ ਕ੍ਰਾਈਮ ਕਹਿ ਦੇਣਾ। ਕ੍ਰਾਈਮ ਬੰਦਾ ਜਿਹੜਾ ਜਦੋਂ ਪੁਲਿਸ ਵੀ ਜਾਂ ਸਾਡਾ ਹੋਰ ਐਡਮਿਨਿਸਟ੍ਰੇਸ਼ਨ ਜਦ ਕਿਸੇ ਬੰਦੇ ਨੂੰ ਫੜਦੀ ਹੈ ਉਹਦੇ ਵਿੱਚ ਇੰਨੀ ਕੁਆਲੀਫਿਕੇਸ਼ਨ ਜਾਂ ਉਹਨੇ ਪੜ੍ਹੇ ਲਿਖੇ ਨਹੀਂ, ਲਫ਼ਜ਼ ਹੀ ਇਹ ਵਰਤਦੇ ਆ ਵੀ ਅਸੀਂ ਇਹ ਆ ਕ੍ਰਿਮੀਨਲ ਫੜ ਕੇ ਲਿਆਂਦਾ। ਕ੍ਰਿਮੀਨਲ ਜਿਹੜਾ ਇਹ ਥੱਲੇ ਜਿਹੜੀਆਂ ਪੁਲਿਸ ਹੋ ਗਈ ਜਾਂ ਥੱਲੇ ਦਾ ਜਿਹੜਾ ਸਿਸਟਮ ਹੈ ਉਹਨਾਂ ਦੀ ਬਸ ਦੀ ਉਹਨਾਂ ਨੂੰ ਨਹੀਂ ਇਹ ਲਫ਼ਜ਼ ਯੂਜ਼ ਕਰਨਾ ਚਾਹੀਦਾ। ਉਹ ਇੱਕ ਆਰਡੀਨਰੀ ਸਿਟੀਜ਼ਨ ਹੈ ਆਪਣਾ, ਉਹਨੂੰ ਫੜ ਕੇ ਲਿਆਂਦਾ ਕੇਸ ਮਸਲੇ ਕੋਈ ਕਿਸੇ ਦੀ ਇਹਦੇ 'ਚ ਸਿਰਦਰਦੀ ਕਿਉਂ ਲਿਆਂਦਾ, ਨਾ ਪੁਲਿਸ ਦੀ ਆ ਨਾ ਬਾਕੀਆਂ ਦੀ। ਜਦੋਂ ਕੇਸ ਕੋਰਟ ਦੇ ਵਿੱਚ ਜਾਂਦਾ ਕੋਰਟ ਨੇ ਡਿਸਾਈਡ ਕਰਨਾ ਉਹ ਕ੍ਰਿਮੀਨਲ ਹੈ ਕੌਣ ਹੈ। ਜਦ ਕ੍ਰਿਮੀਨਲ ਹੈ ਤਾਂ ਉਹਦੀ ਸਜ਼ਾ ਦਾਇਰ ਕਰ ਲੈਣੀ ਹੈ, ਕਿਹੜੇ ਕੇਸ 'ਚ ਕੀਤਾ ਸਜ਼ਾ ਦਾਇਰ ਹੋ ਜਾਣੀ ਹੈ। ਸਾਰਾ ਕੰਸਟੀਟਿਊਸ਼ਨ ਦੇ ਹਿਸਾਬ ਨਾਲ ਸਾਰਾ ਸਿਸਟਮ ਲਾਅ ਐਂਡ ਆਰਡਰ ਸਾਰਾ ਮੇਨਟੇਨ ਕਰਨ ਲਈ ਉਹ ਬੰਦੇ ਉੱਥੇ ਹੈਗੇ ਆ, ਉਹਨਾਂ ਦੀਆਂ ਜੌਬਾਂ ਬਣਦੀਆਂ। ਅਤੇ ਸਾਡੇ ਇੱਥੇ ਕੀ ਕਰਦੇ ਆ ਉਸ ਚੀਜ਼ ਨੂੰ ਅਣਗਹਿਲੀ ਛੱਡ ਕੇ ਮਤਲਬ ਸਾਰਾ ਸਿਸਟਮ ਆਪਣੇ ਕੋਲੇ ਪਾਵਰ ਲੈ ਲੈਣੀ ਆ। ਜਿੱਥੇ ਕਈ ਵਾਰੀ ਪੁਲਿਸ ਇਸ ਲੈਵਲ 'ਤੇ ਚੱਲ ਜਾਂਦੀ ਆ ਉਹ ਕੋਰਟ ਦੇ ਵਿੱਚ ਕੇਸ ਲਿਜਾਣ ਦੇ ਵਿੱਚ ਐਨਕਾਊਂਟਰ ਕਰਕੇ ਜਾਂ ਉਹਦਾ ਪਤਾ ਹੀ ਨਹੀਂ ਲੱਗਾ। ਲੱਖਾਂ ਹੀ ਲੋਕ ਹਜ਼ਾਰਾਂ ਹੀ ਲੋਕ ਇੱਥੇ ਹਿੰਦੁਸਤਾਨ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਮਰ ਚੁੱਕੇ ਆ। ਸਿੱਖ ਮੂਵਮੈਂਟ ਦੀ ਗੱਲ ਕਰੀਏ ਉੱਥੇ ਅੱਤਵਾਦ ਦਾ ਵਿਸ਼ਾ ਬਣਾ ਕੇ ਇੱਕ ਅੱਤਵਾਦ ਬਣਾਉਣੇ ਲਈ ਕਿਹਨਾਂ ਦੀ ਰਿਸਪੋਂਸੀਬਿਲਿਟੀ ਆ? ਪੁਲਿਸ ਦਾ ਕੰਮ ਆ। ਉਹਨਾਂ ਨੂੰ ਇਹ ਲਫ਼ਜ਼ ਨਹੀਂ ਦੇਣੇ ਚਾਹੀਦੇ, ਉਹਨਾਂ ਨੂੰ ਲਿਆ ਕੇ ਕੋਰਟ ਦੇ ਵਿੱਚ ਰੱਖੋ ਸਿੰਸੀਅਰ। ਜਦੋਂ ਤੁਸੀਂ ਕਸਮ ਖਾ ਕੇ ਇੱਕ ਜੋਬ ਸ਼ੁਰੂ ਕਰਦੇ ਹੋ ਉਸ ਕਸਮ ਦਾ ਧਿਆਨ ਰੱਖਣ ਦੀ ਲੋੜ ਆ ਕਿ ਅਸੀਂ ਕੰਸਟੀਟਿਊਸ਼ਨ ਦੀ ਜਾਂ ਇੰਡੀਆ ਲਾਅ ਦੀ ਜਾਂ ਹਿੰਦੁਸਤਾਨ ਦੀ ਕਸਮ ਖਾ ਕੇ ਗੱਲ ਕਰਦੇ ਹਾਂ, ਆਪਣੇ ਗੁਰੂ ਦੀ ਕਸਮ ਕਰਦੇ ਹਾਂ। ਕੋਈ ਵੀ ਧਰਮ ਨੂੰ ਮੰਨਦਾ ਉਹ ਆਪਣੇ ਧਰਮ ਦੀ ਕਸਮ ਖਾ ਕੇ ਉੱਥੇ ਉਸ ਚੇਅਰ 'ਤੇ ਬਹਿੰਦਾ। ਫਿਰ ਉਸ ਵੇਲੇ ਉਹ ਇੱਕਦਮ ਕਸਮ ਭੁੱਲ ਜਾਂਦਾ, ਸਿਰਫ ਉੱਤੇ ਆਪਣੇ ਸਟਾਰ ਜਾਂ ਜੋ ਵਰਦੀ ਹੈ ਉਹਦੇ ਨਿਗਾਹ ਰੱਖਦਾ। ਠੀਕ ਹੈ, ਰੱਖੋ, ਫਰਜ਼ ਬਣਦਾ ਤੁਹਾਡਾ, ਪਰ ਉਹਦੇ ਵਿੱਚ ਜਿਹੜੇ ਤੁਸੀਂ ਕੰਮ ਕਰਦੇ ਆ ਉਹਦਾ ਬਿਲਕੁਲ ਉਸ ਦੇ ਨਾਲ ਕੋਈ ਮੈਚ ਨਹੀਂ ਕਰਦਾ, ਉਹ ਬਿਲਕੁਲ ਉਸ ਤੋਂ ਬਾਹਰ ਨਿਕਲ ਜਾਂਦਾ। ਉਹ ਕ੍ਰਿਮੀਨਲ ਸਿਸਟਮ ਜਿਹੜਾ ਹਿੰਦੁਸਤਾਨ ਦੇ ਵਿੱਚ ਇਸ ਵੇਲੇ ਕਾਫੀ, ਮੈਂ ਤਾਂ ਕਹਿੰਦਾ 70-75% ਫਿਕਰ ਹੈ ਕਿਉਂਕਿ ਤਾਂ ਹੀ ਲੋਕ ਤਾਂ ਉਹਦਾ ਬਰਾਬਰ ਟਕਰਾਓ 'ਤੇ ਆਉਂਦੇ ਆ ਜਦ ਜ਼ਿਆਦਾ ਹੋ ਜਾਏ। ਜਦੋਂ 50-50 ਦਾ ਵੀ ਮੈਚ ਹੋ ਜਾਏ ਨਾ ਉੱਥੇ ਵੀ ਉਹ ਜਿੱਤਣ ਹਾਰਨ ਦੀ ਇੱਕ ਸਿਚੁਏਸ਼ਨ ਬਣ ਜਾਂਦੀ ਹੈ। ਜਿੱਤਣ ਵਾਲਾ ਕੌਣ ਹੈ? ਜਿਹਦੇ ਹੱਥ 'ਚ ਪਾਵਰ ਹੈ, 50 ਵਾਲਾ ਵੀ ਉਹ ਗੇਮ ਲੈ ਜਾਂਦਾ। ਇੱਦਾਂ ਜਦੋਂ 40-30 'ਤੇ ਰਹਿੰਦੇ ਆ ਜਿਹਨਾਂ ਨੂੰ ਤੁਸੀਂ ਕ੍ਰਿਮੀਨਲ ਦੱਸਦੇ ਆ ਜਾਂ ਛੋਟੇ ਤਾਕਤ ਦੇ ਜਾਂ ਗਰੀਬ ਲੋਕ ਆ ਉਹਦੇ ਜਿਹਨਾਂ ਨੂੰ ਆਪਾਂ ਜਾਤਾਂ ਦੇ ਵਿੱਚ ਵੰਡ ਦਿੰਦੇ। ਸੌਰੀ ਮੈਂ ਕਿਸੇ ਜਾਤ ਦਾ ਨਾਂ ਨਹੀਂ ਲੈਂਦਾ, ਗੁਰੂ ਕਾ ਸਿੱਖ ਆ। ਮੈਂ ਇਹ ਗੱਲ ਕਰਨੀ ਚਾਹੁੰਦਾ ਤੁਸੀਂ ਜਦੋਂ ਉੱਥੇ ਉਹ ਦੇਖ ਕੇ ਕਿਹੜੀ ਕੌਮ ਨਾਲ ਬਿਲੋਂਗ ਕਰਦਾ, ਕਿਹੜੀ ਕਿਸਮ ਨਾਲ ਬਿਲੋਂਗ ਕਰਦਾ, ਉਹ ਸਾਰੀਆਂ ਚੀਜ਼ਾਂ ਦੇਖ ਕੇ ਉਹ 'ਤੇ ਡਿਸਾਈਡ ਕਰਦੇ ਆ ਤਾਂ ਉਹ ਉਸ ਲਾਅ ਜਿਹੜੇ ਤੁਸੀਂ ਕਸਮ ਖਾਧੀ ਉਹ ਤੋਂ ਬਿਲਕੁਲ ਤੁਸੀਂ ਬਾਹਰ ਚਲੇ ਜਾਂਦੇ। ਜਦੋਂ ਤੁਸੀਂ ਉਸ ਚੀਜ਼ ਤੋਂ ਬਾਹਰ ਜਾਂਦੇ ਆ ਅਤੇ ਤੁਸੀਂ ਸਿਰਫ ਆਪਣੀ ਪਾਵਰ ਲਈ ਤੁਹਾਡੇ ਨਾਲ ਉਹਦਾ ਵਰਤੀਵਾ ਜਿਹੜਾ ਕ੍ਰਿਮੀਨਲ ਜਿਹਨੂੰ ਤੁਸੀਂ ਸਟੇਜ 'ਤੇ ਬਿਠਾ ਕੇ ਕਹਿੰਦੇ ਆ ਇਹ ਕ੍ਰਿਮੀਨਲ ਬੰਦਾ ਬਣ ਗਿਆ। ਕ੍ਰਿਮੀਨਲ ਉਹ ਹੈ ਨਹੀਂ ਜਦ ਤੱਕ ਕੋਰਟ ਦੇ ਵਿੱਚ ਨਹੀਂ ਜਾਂਦਾ। ਕੋਰਟ ਨੇ ਡਿਸਾਈਡ ਕਰਨਾ, ਕੋਰਟ ਡਿਸਾਈਡ ਦੇ ਕੇ ਉਹਨੂੰ ਫਾਂਸੀ ਕਰਦੀ ਹੈ, ਸਜ਼ਾ ਦਿੰਦੀ ਹੈ, ਜੋ ਬਰੀ ਕਰਦੀ ਹੈ। ਇਹ ਤਾਂ ਕੋਰਟ ਦਾ ਕੰਮ ਹੈ, ਸਾਡਾ ਕੰਮ ਨਹੀਂ ਹੈਗਾ, ਉਹਨਾਂ ਦਾ ਕੰਮ ਹੈ। ਤਾਂ ਅਸੀਂ ਉਹ ਕੰਮ ਨੂੰ ਉੱਥੇ ਕਰਨ ਦਈਏ। ਅਤੇ ਇੱਥੇ ਸਿਆਸਤ ਜਿਹੜੀ ਆ ਗਈ ਨੰਬਰ 2 ਦੇ ਉੱਤੇ, ਜਿਹੜੀ ਸਿਆਸੀ ਪ੍ਰੈਸ਼ਰ ਆ ਉਹਦੇ ਵਿੱਚ ਤੁਸੀਂ ਬੜੇ ਪੜ੍ਹੇ ਲਿਖੇ ਜਿਹੜੇ ਜੱਜ ਬਣਦੇ ਆ, ਪੁਲਿਸ ਦੇ ਬੜੇ ਅਫਸਰ ਬਣਦੇ ਆ, ਪੜ੍ਹੇ ਲਿਖੇ ਮੁੰਡੇ ਪੁਲਿਸ ਦੇ ਵਿੱਚ ਭਰਤੀ ਹੁੰਦੇ ਆ। ਉਹਨਾਂ ਲੋਕਾਂ ਨੂੰ ਜਿਹਨਾਂ ਨੂੰ ਅਕਲ, ਜਿਹਨਾਂ ਲੋਕਾਂ ਦੀ ਮੈਂ ਅਕਲ ਉਹਨਾਂ ਦੀ ਗੱਲ ਕਰਦਾ ਜਿਹੜੇ ਸਿਆਸੀ ਲੋਕ ਹੈ ਇਸ ਵੇਲੇ, ਜਿਨ੍ਹਾਂ ਨੂੰ ਉਸ ਲੈਵਲ ਦਾ ਹੈ ਨਹੀਂ, ਪਾਰਟੀਬਾਜ਼ੀ ਉੱਤੇ ਜੁੜੇ ਹੋ, ਵੋਟਾਂ ਲਈ ਜੁੜੇ ਹੋਏ ਆ, ਵੋਟਾਂ ਲਈ ਉਹ ਕੰਮ ਕਰਦੇ ਆ। ਕ੍ਰਿਮੀਨਲ ਬੰਦੇ ਨੂੰ ਛੁਡਾਉਣ ਦੇ ਵਿੱਚ ਵੀ ਉਹ ਕੰਮ ਕਰਦੇ ਆ ਅਤੇ ਕ੍ਰਿਮੀਨਲ ਬੰਦਿਆਂ ਤੋਂ ਬਿਨਾਂ ਜਿਹੜੇ ਸ਼ਰਾਫਤੀ ਬੰਦੇ ਜਾਂ ਇਨਸਾਨੀਅਤ ਦੇ ਤੌਰ 'ਤੇ ਜੀ ਰਹੇ ਉਹਨਾਂ ਨੂੰ ਫਸਾਉਣ ਦਾ ਵੀ ਉਹ ਕੰਮ ਕਰਦੇ ਆ। ਮਤਲਬ ਕੰਮ ਉਹਨਾਂ ਦਾ ਦੋਨੋਂ ਪਾਸੇ ਕ੍ਰਿਮੀਨਲ ਹੀ ਹੈ। ਕ੍ਰਿਮੀਨਲ ਨੂੰ ਛੁਡਾਉਣਾ ਅਤੇ ਸ਼ਰੀਫ ਬੰਦੇ ਨੂੰ ਫਸਾਉਣਾ, ਇਹ ਦੋਨੋਂ ਪੱਖੇ ਹੀ ਉਹ ਕ੍ਰਿਮੀਨਲ ਬੰਦੇ ਕਰਦੇ ਆ। ਕ੍ਰਿਮੀਨਲ ਬੰਦਾ ਕੌਣ ਆ? ਉਹ ਜਿਹੜੇ ਬੰਦੇ ਸਿਆਸਤ ਦੇ ਵਿੱਚ ਉੱਪਰਲੀਆਂ ਸੀਟਾਂ 'ਤੇ ਬੈਠੇ, ਸਾਰਿਆਂ ਦੀ ਗੱਲ ਨਹੀਂ ਮੈਂ ਕਰਦਾ ਕਿਉਂਕਿ ਮੈਂ ਵੀ ਇਸੇ ਦੇਸ਼ ਦਾ ਵਾਸੀ ਹਾਂ।
ਸਿਆਰਿਆਂ ਦੀ ਗੱਲ ਨਹੀਂ ਕਰਦਾ, ਵਿੱਚ ਬੰਦੇ ਇਦਾਂ ਦੇ ਹੈਗੇ ਜਿਹਨੂੰ ਡੈਮੋਕ੍ਰੇਸੀ ਨੂੰ ਸੱਟ ਮਾਰਨ ਦਾ ਆ। ਉਸ ਚੀਜ਼ ਨੂੰ ਸਾਡਾ ਜਿਹੜਾ ਸਿਸਟਮ ਹੈ ਕੰਸਟੀਟਿਊਸ਼ਨ ਲਾਅ, ਇਹਦੇ ਵਿੱਚ ਉਹਨਾਂ ਦੀ ਕੋਤਾਹੀ ਮੈਂ ਕਹੂੰਗਾ, ਸਿੱਧੀ ਗੱਲ ਹੈ। ਉਹਨੂੰ ਉਹ ਜਿਹੜੇ ਬੈਠੇ ਆ ਉੱਥੇ ਜੱਜ ਸਾਹਿਬ ਬੈਠੇ, ਹਾਈ ਕੋਰਟ ਦੇ ਜੱਜ ਬੈਠੇ ਆ, ਸੁਪਰੀਮ ਕੋਰਟ ਦੇ ਜੱਜ ਬੈਠੇ ਜਾਂ ਆਰਡੀਨਰੀ ਜਿੱਥੇ ਵੀ ਜੱਜ ਬੈਠੇ ਆ ਜਿਹਨਾਂ ਨੇ ਡਿਸੀਜਨ ਦੇਣਾ, ਉਹਨਾਂ ਉੱਤੇ ਵੀ ਉਹ ਸਿਫਾਰਿਸ਼ ਕੁਛ ਨਾ ਕੁਛ ਟਾਈਮ ਲਈ ਉਹ ਵੀ ਅਸਰ ਕਰਦੀ ਹੈ। ਕੁਛ ਭਲੇ ਆਫਿਸਰਾਂ ਦਾ ਵੀ ਉਹਨਾਂ 'ਤੇ ਪ੍ਰਭਾਵ ਪੈਂਦਾ ਹੈ। ਮਤਲਬ ਬੇਸਿਕਲੀ ਜਿਹੜਾ ਮੈਂ ਕਹਿਣ ਦੀ ਗੱਲ ਕਰਦਾ ਵੀ ਮੈਂ ਕੋਈ ਤੁਹਮਤ ਨਹੀਂ ਲਾ ਰਿਹਾ, ਮਤਲਬ ਜੋ ਦੇਖ ਰਿਹਾ, ਜੋ ਹੋ ਰਿਹਾ ਆ ਉਹਦੇ ਉੱਤੇ ਗੱਲ ਕਰਦਾ। ਉਹ ਜਿਹੜਾ ਸਾਰਾ ਸਿਸਟਮ ਹੈ ਨਾ, ਉਹ ਕਰਪਟ ਸਿਸਟਮ ਚੱਲਣ ਡਿਆ, ਠੀਕ ਹੈ। ਉਹਦੇ ਵਿੱਚ ਮੈਂ ਐਗਜ਼ਾਮਪਲ ਦੂੰਗਾ, ਅਯੋਧਿਆ ਦਾ, ਮੇਰਾ ਧਰਮ ਨਾਲ ਮਤਲਬ ਨਹੀਂ, ਉਹ ਮਤਲਬ ਕੇਸ ਸਮਝਾਉਣ ਦੀ ਮੈਂ ਗੱਲ ਕਰੂੰਗਾ। ਅਯੋਧਿਆ ਮਸਲੇ ਦੇ ਵਿੱਚ ਮਸਜਿਦ ਢਾਉਣ ਦਾ ਮਸਲਾ ਸੀਗਾ, ਠੀਕ ਹੈ। ਉਹਨਾਂ ਨੂੰ ਅਯੋਧਿਆ ਦੀ ਮਸਜਿਦ ਦੇ ਵਿੱਚ ਡਾਊਟ ਹੈ ਜਾਂ ਨਹੀਂ ਹੈ, ਮੈਂ ਕੋਈ ਇੱਦਾਂ ਦੀ ਇੰਟਰਫੇਅਰ ਨਹੀਂ ਕਰੂੰਗਾ ਇਹਦੇ ਵਿੱਚ, ਕਿਉਂਕਿ ਉਹ ਸਾਰਾ ਕੋਰਟ ਨੇ ਡਿਸੀਜਨ ਦਿੱਤਾ ਹੈ। ਹੁਣ ਉਹ ਕੋਰਟ ਦੇ ਡਿਸੀਜਨ ਦੇ ਵਿੱਚ ਮੈਂ ਕਿੰਤੂ ਜਿੱਥੇ ਕਰਨ ਦੀ ਕੋਸ਼ਿਸ਼ ਕਰਦਾ ਕਿ ਉਹ ਜਿਹੜੇ ਬੰਦਿਆਂ ਨੇ ਜਾਂ ਉਹ ਜਿਹੜੇ ਜੱਜ ਸਾਹਿਬ ਸੀਗੇ ਉਹਦੇ ਨਾਲ ਜਿਨ੍ਹਾਂ ਨੇ ਉਹ ਡਿਸੀਜਨ ਦਿੱਤਾ, ਉਹ ਬਾਅਦ ਦੇ ਵਿੱਚ ਰਿਟਾਇਰ ਹੋਣ ਤੋਂ ਬਾਅਦ ਕੀ ਰਾਜ ਸਭਾ ਦੇ ਮੈਂਬਰ ਨਹੀਂ ਬਣੇ। ਜਿਹੜੀਆਂ ਇੱਦਾਂ ਦੀਆਂ ਤੁਸੀਂ ਜੋਬਾਂ ਦੇ ਕੇ ਜਾਂ ਇੱਦਾਂ ਦੇ, ਮੈਂ ਨਹੀਂ ਕਹਿੰਦਾ ਵੀ ਉਹ ਨਾ ਬਣ ਸਕਣ, ਪਰ ਜਦੋਂ ਉਹਨਾਂ ਦੀ ਇੱਕ ਏਜ ਰਿਟਾਇਰ ਹੋ ਚੁੱਕੇ ਆ, ਰਿਟਾਇਰਮੈਂਟ ਦਾ ਮਤਲਬ ਤਾਂ ਇਹੀ ਹੈ ਵੀ ਤੁਸੀਂ ਹੁਣ ਆਪਣੇ ਘਰ 'ਚ ਰੈਸਟ ਕਰੋ। ਹਾਂ, ਤੁਸੀਂ ਸੈਰ ਕਰੋ, ਲੋਕਾਂ ਦੇ ਵਿੱਚ ਵਿਚਰੋ, ਲੋਕਾਂ ਨੂੰ ਜਿੱਥੇ ਵੀ ਕਿਤੇ ਲੋੜ ਹੈ, ਤੁਹਾਨੂੰ ਕਿਸੇ ਕੋਰਟ ਨੂੰ ਜ਼ਰੂਰਤ ਹੈ, ਉੱਥੇ ਤੁਸੀਂ ਇਹਦੀ ਹੈਲਪ ਕਰੋ। ਉਹ ਤਾਂ ਇੱਕ ਹੋ ਗਈ ਦੇਸ਼ ਭਗਤੀ। ਜਦੋਂ ਤੁਸੀਂ ਉਹ ਸੀਟ ਦੇ ਉੱਤੇ ਬੈਠ ਗਏ, ਫਿਰ ਉਹ ਜਿਹੜੀ ਸੀਟ 'ਤੇ ਤੁਸੀਂ ਬੈਠਣਾ, ਉਹ ਵੀ ਜਿਹੜਾ ਤੁਸੀਂ 30-35 ਸਾਲ ਦਾ ਸਫ਼ਰ ਆਪਣਾ ਉਸ ਇੱਕ ਸੱਚੀ ਸੁੱਚੀ ਸੀਟ ਦੇ ਉੱਤੇ, ਜਿੱਥੇ ਤੁਸੀਂ ਲੋਕਾਂ ਨੂੰ ਵਿਸ਼ਵਾਸ ਨਾਲ ਉਹ ਫੈਸਲੇ ਕਰਨੇ ਆ, ਉਹ ਸਾਰੀ ਦਾ ਸਾਰਾ ਜਿਹੜੀ ਉਸ ਪਾਸੇ ਨਿਮਾਣ ਵਾਲੇ ਪਾਸੇ ਨੂੰ, ਜਿਹੜੀ ਕਿ ਨੀਵੇਂ ਪਾਸੇ ਨੂੰ ਚਲੇ ਜਾਂਦਾ, ਉਹ ਬੰਦਾ ਉਸੇ ਪਾਰਟੀ ਦੇ ਵਿੱਚ ਬੈਠ ਕੇ ਸੀਟ ਦੇ ਉੱਤੇ, ਰਾਜ ਸਭਾ ਜਾਂ ਪਾਰਲੀਮੈਂਟ ਦੀ ਜਿਹੜੀ ਸੀਟ ਦੇ ਉੱਤੇ ਵੀ ਉਹਨੂੰ ਬਿਠਾ ਦਿੰਦੇ ਆ, ਉਹ ਜਿਹੜਾ ਬੰਦਾ ਉਸ ਸੀਟ 'ਤੇ ਬੈਠ ਜਾਂਦਾ, ਉਹ ਜਿਹੜਾ ਪਿਛਲੇ 35 ਸਾਲ ਜਿਹੜੀ ਜੋਬ ਉਹਨੇ ਬਾਹਰ ਕੀਤੀ ਹੈ, ਉਹਦਾ ਸਾਰਾ ਪ੍ਰਭਾਵ ਵੀ ਉਸ ਸੀਟ ਲਈ ਹੁੰਦਾ। ਪਹਿਲਾਂ ਤਾਂ ਹੀ ਉਹਨੂੰ ਉਹ ਸੀਟ ਮਿਲ ਜਾਂਦੀ ਹੈ, ਨਹੀਂ ਤਾਂ ਉਹਨੂੰ ਕੋਈ ਟਿਕਟ ਨਹੀਂ ਦੇਵੇ। ਉਹ ਟਿਕਟ ਜਿਹੜੀ ਮਿਲਦੀ ਹੈ, ਉੱਥੇ ਵੀ ਕੰਸਟੀਟਿਊਸ਼ਨ ਜਾਂ ਹੋਰ ਸਿਸਟਮ ਦੇ ਵਿੱਚ ਕਿਤੇ ਵੀ ਇਹ ਹੈ ਨਹੀਂ ਵੀ ਉਹ ਬੰਦੇ ਇਲੈਕਸ਼ਨ ਲੜ ਸਕਦੇ ਕਿ ਨਹੀਂ। ਉੱਥੇ ਡੈਮੋਕ੍ਰੇਸੀ ਢੰਗ ਨਾਲ ਤਾਂ ਉਹ ਲੜ ਸਕਦੇ, ਮੈਂ ਕਹਿੰਦਾ ਜੀ ਸਦਕੇ ਲੜੋ। ਜਦੋਂ ਰਿਟਾਇਰ ਹੋ ਗਿਆ ਤਾਂ ਫਿਰ ਉੱਥੇ ਉਹਨਾਂ ਦੇ ਉੱਤੇ ਕੋਈ ਬੈਨ ਲੱਗਣਾ ਚਾਹੀਦਾ, ਤੁਸੀਂ 10 ਸਾਲ ਨਹੀਂ ਸੀਟ ਦੇ ਉੱਤੇ ਆਉਂਗੇ ਜਾਂ 5 ਸਾਲ ਨਹੀਂ ਆਉਂਗੇ। ਉੱਥੇ ਇਸ ਕਰਕੇ ਚੱਲ ਜਾਂਦੇ, ਇੱਧਰ ਤੁਹਾਨੂੰ 2-3 ਲੱਖ ਤਨਖਾਹ ਮਿਲਦੀ ਹੈ, ਉਸ ਸੀਟ ਦੇ ਉੱਤੇ ਜਾ ਕੇ ਤੁਹਾਨੂੰ 2 ਲੱਖ ਤਨਖਾਹ ਮਿਲਣਾ ਪੈਂਦੀ ਹੈ। ਤੁਸੀਂ ਪੈਸੇ ਲੈ ਕੇ ਉਹ ਮੁਲਕ ਦਾ ਤੁਸੀਂ ਜਦ 30 ਸਾਲ ਤੋਂ ਬਾਅਦ 65 ਸਾਲ ਦਾ ਜਿਹੜਾ ਇੱਥੇ ਰਿਟਾਇਰਮੈਂਟ ਹੈ, ਜਦੋਂ 57 ਸਾਲ ਦੀ ਉਹਦੀ ਮੈਨੂੰ ਉਹਦਾ ਖਿਆਲ, ਮੈਂ ਯੂਰਪ ਦੀ ਗੱਲ ਕਰਦਾ, 69 ਦੇ ਵਿੱਚ ਉੱਥੇ ਰਿਟਾਇਰਮੈਂਟ, 67 ਦੇ ਵਿੱਚ ਰਿਟਾਇਰਮੈਂਟ ਹੁੰਦੀ ਹੈ। ਉਹਦੇ ਬਾਅਦ 'ਚ ਬੰਦਾ ਉਹ ਰਿਟਾਇਰ ਹੋ ਜਾਂਦਾ। ਉਹ ਰਿਟਾਇਰ ਹੋ ਕੇ ਜਦੋਂ ਉਸ ਪਾਰਟੀ ਦੀ ਹੈਲਪ ਕਰਦਾ, ਮਦਦ ਕਰਦਾ, ਉਹ ਪਹਿਲੇ ਕਰਪਸ਼ਨ ਦੇ ਵਿੱਚੋਂ ਉਸ ਪਾਰਟੀ ਦੀ ਸਪੋਰਟ ਕਰਦਾ ਆਇਆ ਆ, ਤਾਂ ਹੀ ਪਾਰਟੀ ਨੇ ਉਹਨੂੰ ਚੁਣ ਲਿਆ ਇੱਕਦਮ ਹੀ, ਠੀਕ ਹੈ। ਉਹ ਇਹ ਜਿਹੜਾ ਇੱਕ ਢੰਗ ਹੈ ਨਾ ਚੁਣਨ ਦਾ, ਉਹ ਬਿਲਕੁਲ ਇਲੀਗਲ ਹੈ, ਗਲਤ ਹੈ। ਸਾਡੇ ਡੈਮੋਕ੍ਰੇਸੀ ਢੰਗ ਦੇ ਵਿੱਚ ਉਹ ਕਿਸੇ ਨੇ ਉਹਦੇ 'ਤੇ ਨਿਗਾਹ ਹੀ ਨਹੀਂ ਰੱਖੀ, ਨਾ ਉਹ ਗੱਲ ਕੀਤੀ ਕਿਸੇ ਨੇ। ਕਰਨ ਦਾ ਇਹ ਫਰਜ਼ ਬਣਦਾ ਵੀ ਇਹਨੂੰ ਐਂਟਰੀ ਜਿਹੜੀ ਦਿੱਤੀ ਹੈ, ਕਿਸ ਵਜ੍ਹਾ ਨਾਲ ਦਿੱਤੀ ਹੈ, ਉਹਦੇ ਬਰਾਬਰ ਕੋਈ ਬਾਹਰ ਬੰਦਾ ਮਿਲਦਾ ਨਹੀਂ। ਜਦੋਂ ਕਿ ਸਾਡੇ ਹੋਰ ਕੰਪੀਟੀਸ਼ਨ ਹੁੰਦੇ, ਛੋਟੇ ਛੋਟੇ ਬੱਚਿਆਂ ਦੇ ਕੰਪੀਟੀਸ਼ਨ, ਉਹਦੇ ਵੀ ਜਿਹੜਾ ਫਸਟ ਨੱਠ ਕੇ ਆਉਂਦਾ, ਪਹਿਲਾਂ ਦੇ ਕਿੰਨੇ ਕੁ ਮੀਟਰ ਦਾ, ਕਿੰਨੇ ਇੰਚ ਉਹਦੇ ਅੱਗੇ ਪੈਰ ਰੱਖਿਆ, ਉਹ ਇੱਕ ਉਹਦੀ ਸਿਲੈਕਸ਼ਨ ਹੈ ਜਿੱਥੇ ਉਹਨੂੰ ਡਿਸਾਈਡ ਕੀਤਾ ਜਾਂਦਾ ਦੂਸਰੇ ਦਾ। ਇੱਥੇ ਜਿਹੜਾ ਡਿਸਾਈਡ ਸਿਸਟਮ ਹੈ ਨਾ, ਉਹ ਪੋਲੀਟੀਕਲ ਹੋ ਰਿਹਾ। ਉਹ ਜਦੋਂ ਪੋਲੀਟੀਕਲ ਹੋਣਾ ਤਾਂ ਪੋਲੀਟੀਕਲ ਉਸੇ ਗਰੁੱਪ ਦੀ ਜਦ ਹੈਲਪ ਕਰਨੀ ਹੈ, ਤਾਂ ਉਹਦੇ ਵਿੱਚ ਦੂਸਰੀ ਜਿਹੜਾ ਗਰੁੱਪ ਹੈ ਆਪੋਜੀਸ਼ਨ, ਉਹ ਲੂਜ਼ ਕਰੂਗਾ ਹਮੇਸ਼ਾ, ਕਿਉਂਕਿ ਉਹ ਸੱਚਾਈ ਨਹੀਂ ਉੱਥੇ ਕਰਨੀ। ਹੁਣ ਮੈਂ ਰਾਮ ਮੰਦਰ ਦੀ ਗੱਲ ਕਰਦਾ, ਮਾਫ਼ ਕਰਨਾ, ਰਾਮ ਮੰਦਰ ਜਿੱਦਾਂ ਬਾਕੀਆਂ ਦੇ ਭਗਵਾਨ ਹੈ ਰੱਬ ਦੇ ਰੂਪ ਦੇ ਵਿੱਚ, ਉਸੇ ਟਾਈਪ ਨਾਲ ਮੈਂ ਉਹ ਵੀ ਉਹਨਾਂ ਨੂੰ ਵੀ ਉੱਦਾਂ ਹੀ ਮੰਨਦਾ, ਇਹ 'ਚ ਕੋਈ ਦੁਆ ਨਹੀਂ ਹੈਗਾ। ਅਤੇ ਕਹਿਣ ਦਾ ਭਾਵ ਕਿ ਇਹ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ, ਇਹ ਥੱਲੇ ਤੋਂ ਹੀ ਇੱਦਾਂ ਚੱਲਦੀਆਂ, ਪੁਲਿਸ ਦੇ ਵਿੱਚ ਵੀ ਇੱਦਾਂ ਹੀ ਚੱਲਦੀਆਂ, ਜਿਹੜੀਆਂ ਹੋਰ ਪ੍ਰਾਈਵੇਟ ਡਿਵੀਜ਼ਨ ਜਿਹੜੇ ਫਰਕ ਹੈਗੇ, ਉਹਦੇ ਵਿੱਚ ਜਿੰਨੇ ਵੀ ਇੱਦਾਂ ਦੇ ਅਫਸਰ ਬੈਠੇ ਸੀਟਾਂ ਦੇ ਉੱਤੇ, ਜਿਹੜੇ ਮੈਂ ਉਹਨਾਂ ਦੀ ਗੱਲ ਕਰਦਾ, ਜਿਹੜੇ ਸਟਾਰ ਤੋਂ ਬਿਨਾਂ ਜਾਂ ਸਟਾਰ ਵਾਲੇ ਜਾਂ ਵਰਦੀ ਵਾਲੇ ਜਿਹਨਾਂ ਨੂੰ ਕਹਿੰਦੇ, ਉਹਨਾਂ ਦਾ ਇੱਕ ਲਾਈਨ ਹੋਰ ਹੈ, ਇੱਕ ਪ੍ਰਾਈਵੇਟ ਕੱਪੜਿਆਂ ਦੇ ਵਿੱਚ ਆ ਰਹੇ ਜਿਹੜੇ ਲੋਕ ਆ, ਉਹਨਾਂ ਦੀ ਗੱਲ ਇੱਕ ਹੋਰ ਹੈ। ਪਰ ਕੰਮ ਦੇ ਵਿੱਚ ਜਿਹੜਾ ਉਹਨਾਂ ਦਾ ਫਰਕ ਹੈ, ਜਿੱਦਾਂ ਹੁਣ ਕੋਈ ਇੱਕ ਆਫਿਸਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਬੈਠਾ ਆਪਣੀ ਸੀਟ ਦੇ ਉੱਤੇ, ਤਾਂ ਉਹਦੇ ਵਿੱਚ ਉਹ ਜਿਹੜੇ ਹੁਣ 30-35 ਸਾਲ ਲਾਉਣੇ, ਲੋਕਾਂ ਦੀ ਭਲਾਈ ਲਈ ਲਾਉਣੇ ਆ। ਉਹ ਜਦੋਂ ਭਲਾਈ ਲਾਉਣੀ ਆ, ਤਾਂ ਉੱਥੇ ਜਦੋਂ ਭਲਾਈ ਦੇ ਵਿੱਚ ਉਹ ਕਰਦਾ ਇੱਕ ਸਾਈਡ ਦੀ ਲਾਈਨ ਲੈ ਲੈਂਦਾ, ਨਾ ਭਲਾਈ ਕਰਨ ਵਾਲੀ, ਜਾਂ ਉਹ ਕੀ ਉਹਦਾ ਮਤਲਬ ਕ੍ਰਿਮੀਨਲਾਂ ਦੇ ਹੱਥ 'ਚ ਚਲੇ ਗਿਆ, ਜਾਂ ਫਿਰ ਦੂਸਰੇ ਬੰਦਿਆਂ ਦੇ ਹੱਥ 'ਚ ਚਲੇ ਗਿਆ ਜਿਨ੍ਹਾਂ ਨੇ ਆਪਣੇ ਕੰਮ ਕਰਾਉਣੇ। ਜਦੋਂ ਉਹ
ਸਾਫ਼ ਸੁਥਰਾ ਕੰਮ ਕਰਨ ਵਾਲਾ ਬੰਦਾ ਆਪਣੇ ਆਪ ਨੂੰ ਉਸ ਜਗ੍ਹਾ 'ਤੇ ਨਹੀਂ ਰੱਖ ਸਕਦਾ, ਉਹ ਕਿਸੇ ਪਾਸੇ ਨੂੰ ਇੱਕ ਧਿਆਨ ਰੱਖਣ ਵਾਲਾ ਪੈਂਦਾ। ਅਤੇ ਉਹ ਜਿਹੜੀ ਪਾਰਟੀ ਵੀ ਹੋਵੇ, ਤਾਂ ਚੰਗੀ ਹੀ ਪਾਰਟੀ ਹੋਵੇ ਤਾਂ ਵੀ ਇਹ ਨੁਕਸਾਨਦੇਹ ਹੈ, ਮਾੜੇ ਪਾਸੇ ਚੱਲ ਜਾਏ ਤਾਂ ਵੀ ਨੁਕਸਾਨਦੇਹ ਹੈ। ਮਾੜੇ ਪਾਸੇ ਦੇਣ ਨਾਲ ਤਾਂ ਜ਼ਿਆਦਾ ਹੀ ਨੁਕਸਾਨ ਹੈ, ਕਿ ਉਹ ਸਾਰੇ ਕੰਮ ਉੱਦਾਂ ਦੇ ਮਾਈਨਸ ਵਾਲੇ ਕਰਦੇ ਚੱਲ ਜਾਣ। ਜਿਹੜਾ ਉੱਧਰਲੀ ਪਾਰਟੀ ਹੈ, ਉਹਦਾ ਮਤਲਬ ਤੁਸੀਂ ਉਹਦੇ ਪ੍ਰੈਸ਼ਰ ਤੋਂ ਲਿਆ ਕੇ ਕਿਸੇ ਮਾੜੇ ਨੂੰ ਦਬਾ ਸਕਦੇ, ਕਿਉਂਕਿ ਤੁਸੀਂ ਚੰਗੇ ਦੀ ਸਪੋਰਟ ਕਰਤੀ। ਹੁਣ ਦੇਖਣਾ ਤਾਂ ਹੈਗਾ ਤੁਸੀਂ ਖੁਦ, ਜਿਹੜੀਆਂ ਸਾਨੂੰ ਇਹ ਰੱਬ ਨੇ ਜਾਂ ਪਰਮਾਤਮਾ ਨੇ ਅੱਖਾਂ ਦਿੱਤੀਆਂ, ਅਸੀਂ ਡਿਸਾਈਡ ਤਾਂ ਦਿਮਾਗ ਵੀ ਇਸੇ ਕਰਕੇ ਅਸੀਂ ਖੁਦ ਡਿਸਾਈਡ ਕਰਨਾ। ਜਦ ਅਸੀਂ ਉਹਦੇ ਵਿੱਚ ਕਿਸੇ ਦੀ ਇੰਟਰਫੇਅਰਿੰਗ ਕਰਦੇ ਹਾਂ ਜਾਂ ਕੋਸ਼ਿਸ਼ ਕਰਦੇ ਹਾਂ, ਉਹ ਕਰਪਟ ਸਿਸਟਮ ਆ। ਨਿਗਾਹ ਦੇ ਵਿੱਚ ਵੀ ਇੱਦਾਂ ਹੀ ਆ, ਜਦ ਤੁਸੀਂ ਨਿਗਾਹ ਮਾਰਦੇ ਆ, ਉਹਦੇ ਵਿੱਚ ਉਹਦੀ ਇਨਸਾਨੀਅਤ ਨਹੀਂ ਨਾਪੀ ਜਾਂਦੀ। ਉਹਦੇ 'ਤੇ ਜੋ ਲੱਗੇ ਧੱਬਾ, ਉਹਦੇ ਉੱਤੇ ਤੁਹਾਡਾ ਸਾਰਾ ਗ੍ਰਾਫ ਕੰਮ ਕਰਦਾ, ਉਹਦੇ ਉੱਤੇ ਸਜ਼ਾ ਦਿੰਦੇ। ਉਹ ਫਿਰ ਪੋਲੀਟੀਕਲ ਪ੍ਰੈਸ਼ਰ ਤੋਂ ਲਿਜਾ ਕੇ ਸਜ਼ਾ ਹੁੰਦੀ ਹੈ, ਤਾਂ ਜਿਹਨ ਸਜ਼ਾ ਦਿੱਤੀ ਹੁੰਦੀ ਹੈ ਉਹ ਵੀ ਉਸੇ ਕਤਾਰ ਦੇ ਵਿੱਚ ਜਾ ਖੜਦਾ ਜਿਹੜੀ ਕ੍ਰਿਮੀਨਲ ਵਾਲਿਆਂ ਦੀ ਹੁੰਦੀ ਹੈ। ਉਹ ਹਿੰਦੁਸਤਾਨ ਦੇ ਵਿੱਚ ਕਾਫੀ ਹੱਦ ਤੱਕ ਕਰਿਆ, ਕਿਉਂਕਿ ਬਹੁਤ ਲੋਕਾਂ ਨੂੰ ਇੱਥੇ ਸਜ਼ਾਵਾਂ ਹੋ ਚੁੱਕੀਆਂ, ਜਿਹੜੇ ਕਿ ਜਿਹਨਾਂ ਦਾ ਕੋਈ ਕ੍ਰਾਈਮ ਹੋਊਗਾ ਮੇਰੇ ਖਿਆਲ ਨਾਲ, ਪਰ ਉਸ ਲੈਵਲ ਦਾ ਨਹੀਂ ਹੋਊਗਾ ਜਿਸ ਲੈਵਲ 'ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ। ਉਹਦੇ ਫੋਰ ਐਗਜ਼ਾਮਪਲ ਜੇ ਗੱਲ ਕਰੀਏ ਤਾਂ ਕਾਫੀ ਮਤਲਬ ਪੁਆਇੰਟ ਬੜੇ ਡੇਂਜਰਸ ਹੋਊਗੇ। ਜਦੋਂ ਕਿ ਮੈਂ ਜੇ ਮੇਨ ਜਾਵਾਂ, ਇੰਦਰਾ ਗਾਂਧੀ ਦਾ ਮਰਡਰ ਹੋ ਰਿਹਾ, ਉੱਥੇ ਬੇਅੰਤ ਸਿੰਘ ਨੂੰ ਤਾਂ ਸਤਵੰਤ ਸਿੰਘ ਨੂੰ ਜਿਨ੍ਹਾਂ ਨੇ ਉਹਦੇ 'ਤੇ ਗੋਲੀਆਂ ਚਲਾਈਆਂ, ਉਹਦੇ ਵਿੱਚ ਸਰਦਾਰ ਕੇਹਰ ਸਿੰਘ ਨੂੰ ਇਨਵੋਲਵ ਕਰ ਲਿਆ, ਜਿਹੜਾ ਕਿ ਉਹਦੇ ਵਿੱਚ ਉਹਦਾ ਕੋਈ ਦਾਇਰ ਵਿੱਚ ਨਹੀਂ ਹੈਗਾ, ਨਾ ਉਹ ਉਸ ਪੁਲਿਸ ਦੇ ਵਿੱਚ ਹੈਗਾ, ਉਹ ਇੱਕ ਪ੍ਰਾਈਵੇਟ ਬੰਦਾ। ਹੁਣ ਮੈਂ ਉਹਦੇ ਬਾਅਦ ਇਹ ਗੱਲ ਕਰਦਾ, ਇੰਦਰਾ ਗਾਂਧੀ ਨੂੰ ਸਿਆਸਤ ਦੇ ਵਿੱਚ ਜਿਹੜੀ ਉਸਕਾਸ ਕਰਕੇ ਕੇਹਰ ਸਿੰਘ ਨੂੰ ਉਹਦੇ ਵਿੱਚ ਫਸਾਉਂਦੇ ਆ, ਉੱਥੇ ਇੰਦਰਾ ਗਾਂਧੀ ਨੂੰ ਮਾਰਨੇ ਦੇ ਵਿੱਚ ਕੇਹਰ ਸਿੰਘ ਦਾ ਜਿਹੜਾ ਰੋਲ ਆ, ਉਹਨੂੰ ਉਸਕਾਸ ਦੇ ਵਿੱਚ ਫਸਾ ਕੇ ਫਾਂਸੀ ਲਾਤੀ। ਜਦੋਂ ਇੰਦਰਾ ਗਾਂਧੀ ਨੇ ਉਹਨੂੰ ਮਤਲਬ ਉਸਕਾਟ ਕੀਤਾ ਵੀ ਤੂੰ ਅਟੈਕ ਕਰ ਦੇ, ਉਹਦੇ 'ਚ ਮਿਸਟਰ ਅਡਵਾਨੀ ਉਹਦੀ ਆਂਦੀ ਆਪਣੀ ਬੁੱਕ ਦੇ ਵਿੱਚ ਲਿਖਿਆ ਵੀ ਮੈਂ ਉਹਨਾਂ ਨੂੰ ਕਿਹਾ। ਜਦੋਂ ਉਹਨਾਂ ਨੇ ਕਹਿ ਕੇ ਉਹ ਅਟੈਕ ਕਰਾਇਆ ਤਾਂ ਉਸ ਬੰਦੇ ਨੂੰ ਕਿਉਂ ਬਰੀ ਕਰ ਦਿੱਤਾ? ਉਸ ਬੰਦੇ ਨੂੰ ਵੀ ਉਸੇ ਲੈਵਲ ਦੀ ਸਜ਼ਾ ਦੇ ਹੱਕਦਾਰ ਬਣ ਰਿਹਾ ਜਿੱਥੇ ਕੇਹਰ ਸਿੰਘ ਨੂੰ ਕੀਤੀ। ਮੈਂ ਸਿੱਖ ਦੀ ਨਹੀਂ ਗੱਲ, ਇੱਥੇ ਤੁਹਾਨੂੰ ਲੱਗੂਗਾ ਕਿ ਉਹ ਪੱਗ ਬੰਨੀ ਹੋਇਆ। ਇਹ ਸੋਚਣ ਦੇ ਢੰਗ ਜਿਹੜਾ ਉਹਦਾ ਬੈਰੀਅਰ ਤੁਸੀਂ ਉਹਦੇ ਉੱਪਰ ਲੈਣ ਦੀ ਲੋੜ ਹੈ, ਨਾ ਕਿ ਟੋਪੀ 'ਤੇ, ਨਾ ਕਿ ਉਹਦਾ ਤਿਲਕ 'ਤੇ, ਨਾ ਕਿ ਉਹਦੀ ਕਿਰਪਾਨ 'ਤੇ। ਇਹ ਮਸਲੇ ਦੇ ਵਿੱਚ ਸੋਚਣ ਦੀ ਗੱਲ ਨਹੀਂ ਮੈਂ ਕਰਨ ਡਿਆ। ਮੈਂ ਗੱਲ ਕਰਨ ਡਿਆ ਤੁਹਾਡਾ ਜਿਹੜਾ ਮੈਥਡ ਆ, ਜਿਹੜੀ ਤੁਸੀਂ ਹੱਥ ਦੇ ਵਿੱਚ ਜਿੱਥੇ ਵੀ ਦੇਖੋ ਹਿੰਦੁਸਤਾਨ ਦੇ ਵਿੱਚ ਤਰਾਜੂ ਦਾ ਨਿਸ਼ਾਨ ਲੱਗੇ ਹੋ, ਜਿੱਥੇ ਇਨਸਾਫ ਦਾ ਤਰਾਜੂ ਜਿਹਨੂੰ ਕਹਿੰਦੇ ਆ, ਉਹਦਾ ਪਲੜੇ ਦੇ ਵਿੱਚ ਕੋਈ ਨਾ ਕੋਈ ਬੈਲੈਂਸ ਦੇ ਵਿੱਚ ਸਾਨੂੰ ਜਿਹੜੇ ਲੋਕ ਬੈਠੇ ਉਹਨਾਂ ਨੂੰ ਲੱਗਦਾ ਵੀ ਇਸ ਪਲੜੇ ਨੂੰ ਥੋੜ੍ਹਾ ਦਬਾਅ ਸੀਗਾ। ਇਹ ਪਲੜਾ ਇੱਕ ਭਾਰਾ ਸੀਗਾ ਜਿਹਨੂੰ ਉੱਪਰ ਕਰ ਦਿੱਤਾ ਗਿਆ, ਜਿਹੜਾ ਦੂਸਰਾ ਪਲੜਾ ਸੀਗਾ ਜਿਹੜਾ ਉੱਪਰ ਜਾਣਾ ਚਾਹੀਦਾ ਸੀਗਾ ਉਹਨੂੰ ਦਬਾਅ ਥੱਲੇ ਕਰ ਦਿੱਤਾ। ਉਹ ਜਿਹੜਾ ਦਬਾਅ ਦਾ ਇੱਕ ਪ੍ਰੈਸ਼ਰ ਬਣਿਆ ਨਾ, ਉਹਨੂੰ ਅਸੀਂ ਕਹਿੰਦੇ ਹਾਂ ਡੈਮੋਕ੍ਰੇਸੀ ਨੂੰ ਸਭ ਤੋਂ ਬੜੀ ਘਾਟ। ਸਭ ਤੋਂ ਬੜੀ ਘਾਟ ਉਹਨੂੰ ਅਸੀਂ ਕਹਿ ਸਕਦੇ ਹਾਂ ਵੀ ਇਹ ਸਭ ਤੋਂ ਬੜੀ ਘਾਟ ਹੈ। ਕਰਪਸ਼ਨ ਦੇ ਵਿੱਚ ਲੈ ਲਓ, ਕਰਪਸ਼ਨ ਕਰਨ ਵਾਲਾ ਬੰਦਾ ਜਿਹੜਾ ਉਹ ਕਰਦਾ, ਉਹਨੂੰ ਫੜਨ ਵਾਲਾ ਕਰਦਾ, ਉਹਨੂੰ ਡਿਸਾਈਡ ਕਰਨ ਵਾਲਾ ਉਹ ਰਿਸ਼ਵਤ ਲੈ ਕੇ ਉਹਨੂੰ ਛੱਡ ਦਿੰਦਾ। ਉਹਦਾ ਮਤਲਬ ਤਿੰਨੇ ਕ੍ਰਿਮੀਨਲ ਹੀ ਬੰਦੇ ਆ ਉੱਥੇ ਇਕੱਠੇ ਹੋਏ। ਉਹਦਾ ਬੈਲੈਂਸ ਨਹੀਂ ਕੋਈ ਰੱਖ ਸਕਦਾ। ਉਹ ਕਲੀਅਰ ਹੋਣਾ ਚਾਹੀਦਾ ਡੈਮੋਕ੍ਰੇਸੀ ਢੰਗ ਦੇ ਵਿੱਚ ਲੋਕਾਂ ਦੇ ਵਿੱਚ। ਉਹ ਜਿੱਥੇ ਇੱਕ ਜੱਜ ਸਾਹਿਬਾਨ ਉੱਪਰਲੀ ਗੱਜ ਪੋਸਟਾਂ ਦੇ ਬੰਦੇ ਬੈਠੇ ਆ, ਉਹਨਾਂ ਦੀ ਉਹ ਜਿਹੜੀ ਰਿਪੋਰਟ ਆ ਜਾਂ ਉਹਦੀ ਜਿਹੜਾ ਦੇਖਿਆ ਜਾਂ ਉਹਦੀ ਜਿਹੜੀ ਇੱਕ ਲਾਈਨ ਖਿੱਚੀ ਜਾਣੀ ਹੈ, ਉਹਦੇ 'ਤੇ ਲੋਕ ਕਹਿਣਗੇ ਜੀ ਬਿਲਕੁਲ ਸਹੀ ਫੈਸਲਾ ਦਿੱਤਾ। ਕਦੀ ਕੋਈ ਨਹੀਂ ਕਹੂਗਾ ਕਿਸੇ ਬਿਟੀਆ ਦਾ ਰੇਪ ਹੋ ਜਾਏ, ਉਹਨੂੰ ਕੋਈ ਬੰਦਾ ਨਹੀਂ ਕਹੂਗਾ ਵੀ ਨਹੀਂ ਹੋਇਆ। ਇੱਥੇ ਇਹ ਚੱਕਰ ਹੈਗਾ ਵੀ ਤੁਹਾਡੇ ਬਿਟੀਆਂ ਦਾ, ਧੀਆਂ ਭੈਣਾਂ ਦਾ ਰੇਪ ਹੁੰਦਾ ਅਤੇ ਲੋਕ ਇੱਕਦਮ ਸਰਕਾਰੀ ਪਾਸੇ ਖੜ੍ਹ ਜੂਗੇ। ਇੱਥੇ ਤੱਕ ਵੀ ਜਿਹੜੇ ਸੀਟ ਦੇ ਉੱਤੇ ਚੀਫ ਮਿਨਿਸਟਰ ਤੱਕ ਵੀ ਬੈਠੇ, ਉਹ ਵੀ ਉਹ ਅਣਗਹਿਲੀ ਕਰਦੇ, ਜਾਣ ਬੁੱਝ ਕੇ ਅਣਗਹਿਲੀ ਕਰਦੇ ਵੀ ਨਹੀਂ ਇਹ ਬੰਦੇ ਨੂੰ ਬਰੀ ਕਰ ਦਿਓ ਕਿਉਂਕਿ ਮੇਰੀ ਪਾਰਟੀ ਦਾ ਬੰਦਾ ਇਹ। ਉੱਥੇ ਉਹ ਜਿਹੜਾ ਰੇਪ ਸਿਸਟਮ ਨੂੰ ਲੋਕ ਵਧਾਵਾ ਦੇਣ ਲਈ, ਉਹ ਛੋਟੇ ਬੰਦਿਆਂ ਦਾ ਕੰਮ ਨਹੀਂ ਹੈਗਾ। ਉਹ ਜਦੋਂ ਤੁਸੀਂ ਕ੍ਰਾਈਮ ਕੀਤੇ ਬੰਦੇ ਨੂੰ ਛਡਾਉਂਦੇ ਆ ਨਾ, ਫਿਰ ਉਸ ਬੰਦੇ ਦਾ ਕਸੂਰ ਬਣ ਜਾਂਦਾ ਜਿਹੜਾ ਉਹ ਇੱਕ ਸਰਕਾਰ ਦੀ ਨੌਕਰੀ, ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਉਸ ਸੀਟ 'ਤੇ ਬੈਠੇ ਆ। ਲੱਖਾਂ ਲੋਕਾਂ ਨੇ ਉਹਨਾਂ ਨੂੰ ਵੋਟ ਪਾ ਕੇ ਪ੍ਰਧਾਨ ਮੰਤਰੀ, ਚੀਫ ਮਿਨਿਸਟਰ, ਜੋ ਵੀ ਹਿੰਦੁਸਤਾਨ ਦੇ ਵਿੱਚ ਸਿਸਟਮ ਹੈ, ਕਿਸੇ ਵੀ ਤਰ੍ਹਾਂ ਦਾ ਜਿਹੜਾ ਇਹ ਇੱਦਾਂ ਦੀ ਚੀਜ਼ ਦੇ ਉੱਤੇ ਉਸ ਚੀਜ਼ 'ਤੇ ਸੱਟ ਮਾਰਨ ਦਾ ਜ਼ਿੰਮੇਵਾਰ ਹੈ, ਉਸ ਬੰਦੇ ਨੂੰ ਅੱਜ ਤੱਕ ਹਿੰਦੁਸਤਾਨ ਦੇ ਵਿੱਚ ਕਿਸੇ ਨੇ ਕਦੀ ਕੋਰਟ 'ਚ ਨਹੀਂ ਘੜੀਸਿਆ। ਹੋਰ ਘੁਟਾਲੇ ਤਾਂ ਮੈਂ ਦੇਖਿਆ ਕਈ ਘੜੀਸੇ, ਪਰ ਉਹਦੇ ਬਰੀ ਕਦੋਂ ਉਹ ਬਰੀ ਜਾਂ ਹੁੰਦੇ ਤਾਂ ਲੋਕਾਂ ਨੂੰ ਪਤਾ ਲੱਗਦਾ ਬਰੀ ਹੋ ਗਿਆ ਜਾਂ ਉਹ ਕੇਸ 'ਚ ਐਵੇਂ ਬੰਦ ਕੀਤੀ ਸੀ ਕਿ ਆਪੋਜੀਟ ਗਰੁੱਪ ਦਾ ਸੀਗਾ ਮੁੰਡਾ। ਮਤਲਬ ਲੋਕਾਂ ਦੀ ਜਿਹੜੀ ਆਵਾਜ਼ ਹੈ ਜੀ, ਲੋਕ ਆਵਾਜ਼ ਹੈ, ਜਿਹੜਾ ਲੋਕਤੰਤਰ ਦਾ ਇੱਕ ਥੰਮ ਆ, ਜਿਹੜੀ ਸੋਚ ਆ, ਉਹਦਾ ਜਿਹੜਾ ਥੰਮ ਹੈ ਨਾ, ਉਹ ਥੱਲੇ ਪ੍ਰੋਪਰ ਜਗ੍ਹਾ 'ਤੇ ਨਹੀਂ ਖੜ੍ਹਾ। ਜਿੱਦਾਂ ਕਿ ਕਹਿਣ ਦਾ ਭਾਵ ਕਿ ਉਹ ਪੂਰਾ ਪਿੱਲਰ ਦਾ ਪਿੱਲਰ ਇੱਕ ਕੱਚੀ ਜ਼ਮੀਨ ਦੇ ਉੱਤੇ ਖੜ੍ਹਾ ਥੰਮ ਹੈ, ਦਿਖਾਈ ਦਿੰਦਾ ਹੈ, ਪਰ ਉਹਦੇ ਜਦੋਂ ਵੀ ਛੋਟਾ ਜਿਹਾ ਉਹਨੂੰ ਝਟਕਾ ਵੱਜਦਾ ਨਾ, ਜਿਹਨੂੰ ਆਪਾਂ ਭੁਚਾਲ ਦਾ ਝਟਕਾ ਕਹਿ ਸਕਦੇ, ਕੋਈ ਕਰਤ ਦਾ ਕੋਈ ਵੀ ਇੱਦਾਂ ਜਦ ਝਟਕਾ ਉਹ ਹਿਲਦਾ ਨਜ਼ਰ ਆਉਂਦਾ। ਇਹ ਸਾਰਾ ਡੈਮੋਕ੍ਰੇਸੀ ਢੰਗ ਹਿਲਦਾ ਹੀ ਨਜ਼ਰ ਆ ਰਿਹਾ। ਇਹਦੇ ਵਿੱਚ
ਜਿੰਨਾ ਵੀ ਲਾਅ ਐਂਡ ਆਰਡਰ ਹੈ ਉਹ ਵੀ ਇਹਦੇ ਵਿੱਚ ਹਿੱਲਦਾ ਨਜ਼ਰ ਆ ਰਿਹਾ। ਆਮ ਚੀਜ਼ਾਂ ਹੋਗੀਆਂ ਉਹਦੇ ਵਿੱਚ ਅਸੀਂ ਇੱਕ ਥੋੜ੍ਹੇ ਦਿਨਾਂ ਦੀ ਤਾਜ਼ੀ ਖਬਰ ਨਾਲ ਦੀ ਹੈਗੀ ਆ, ਉੱਥੇ SDM ਸਾਹਿਬ ਦੀ ਜਿਹੜੀ ਰਿਸਪੌਂਸੀਬਿਲਿਟੀ ਹੈ, ਮੈਂ ਉਹਨਾਂ ਨੂੰ SDM ਸਾਹਿਬ ਇਸੇ ਕਰਕੇ ਕਹਿੰਦਾ ਵੀ ਬੜੀ ਗਜ਼ਟਡ ਪੋਸਟ ਹੈਗੀ ਆ। ਉੱਥੇ ਉਹ ਕਿਸੇ ਨੂੰ ਕਹਿੰਦੇ ਇਹਨਾਂ ਦੇ ਲਾਠੀਆਂ ਮਾਰੋ, ਮਤਲਬ ਹਿੰਦੀ 'ਚ ਲਫ਼ਜ਼ ਜਿਹੜਾ TV ਦੇ ਉੱਤੇ ਜਾਂ ਇੱਧਰ ਨਿਊਜ਼ ਦੇ ਵਿੱਚ ਆਇਆ, ਇਨਕੇ ਸਿਰ ਫੋੜ ਦਿਓ ਲਾਠੀ ਮਾਰ ਮਾਰ ਕਰ। ਮਤਲਬ ਇੱਕ SDM ਲੈਵਲ ਦੇ ਜਿਹਨਾਂ ਨੂੰ ਅਸੀਂ ਮੈਜਿਸਟਰੇਟ ਸਾਹਿਬ ਵੀ ਉਸ ਡਿਗਰੀ ਦਾ ਵੀ ਉਹ ਸੋਚਣਾ ਸੋਚਦੇ ਆ, ਉਹ ਬੰਦੇ ਇੱਕ ਡੈਮੋਕ੍ਰੇਸੀ ਢੰਗ ਦੇ ਨਾਲ ਡੈਮੋਕ੍ਰੇਸੀ ਸਿਸਟਮ ਦੇ ਵਿੱਚ ਰਹਿ ਕੇ ਉਹਨਾਂ ਨੂੰ ਇੱਕ ਡੈਮੋਕ੍ਰੇਸੀ ਮੁਲਕ ਦਾ SDM ਉੱਠ ਕੇ ਕਹਿੰਦਾ ਇਹਨਾਂ ਸਿਰ ਫੋੜ ਦਿਓ, ਤਾਂ ਉਹਦੇ ਵਿੱਚ ਮੈਨੂੰ ਇੱਕ ਦੇਖਣ ਦੀ ਲੋੜ ਪੈਂਦੀ ਵੀ ਇੱਥੇ ਡੈਮੋਕ੍ਰੇਸੀ ਹੈ ਕਿੱਥੇ ਕ। ਉਹ ਮੇਰਾ ਪੁਆਇੰਟ ਪਹਿਲਾਂ ਇਹ ਸੀਗਾ ਵੀ ਸਾਨੂੰ ਦਿਸਣੀ ਚਾਹੀਦੀ ਹੈ ਕਿੱਥੇ। ਹੁਣ ਉਹ ਬੰਦੇ ਸੱਟ ਮਾਰਦੀ SDM ਸਾਹਿਬ ਪਤਾ ਨਹੀਂ ਛੁੱਟੀ ਦੇ ਜਾਂ ਕਿੱਥੇ ਵੀ ਆ, ਪਰ ਜਿਹੜਾ ਕ੍ਰਾਈਮ ਨੂੰ ਤੁਸੀਂ ਜਦ ਤੁਸੀਂ ਗੁੰਜਾਇਸ਼ ਦਿੰਦੇ ਆ ਕ੍ਰਾਈਮ ਨੂੰ, ਤਾਂ ਇਹਦਾ ਮਤਲਬ ਕ੍ਰਾਈਮ ਵਧੂਗਾ। ਉਹ ਕ੍ਰਾਈਮ ਜਿਹੜਾ ਹੁਣ ਵਧਣ ਡਿਆ ਆ, ਉਸ ਤੋਂ ਪਹਿਲਾਂ ਵੀ ਕਈ ਕ੍ਰਾਈਮ ਇੱਦਾਂ ਜਿਹਦੀ ਮੈਂ ਸਟੋਰੀ ਉੱਤੇ ਜਾਣਾ ਚਾਹੁੰਦਾ, ਕਾਫੀ ਲੰਬਾ ਸਿਸਟਮ ਹੋ ਜਾਊਗਾ। ਉਹ ਜਿਹੜਾ ਕ੍ਰਾਈਮ ਲੋਕਾਂ ਨੂੰ ਜਦ ਦਿਖਦਾ ਨਾ, ਤਾਂ ਫਿਰ ਉਹਨਾਂ ਨੂੰ ਵਿਸ਼ਵਾਸ ਉੱਠ ਜਾਂਦਾ ਕਿਹਦੇ ਤੋਂ, ਜਿਹੜੇ ਸਾਡੇ ਵਿਸ਼ਵਾਸ ਦੀਆਂ ਕੁਰਸੀਆਂ 'ਤੇ ਬੈਠੇ ਆ, ਸਾਡੇ ਲੋਕਤੰਤਰ ਨੂੰ ਚਲਾਉਣ ਵਾਲੇ MP ਸਾਹਿਬਾਨ, MLA ਸਾਹਿਬਾਨ, ਚੀਫ ਮਿਨਿਸਟਰ ਸਾਹਿਬ, ਰਾਸ਼ਟਰਪਤੀ ਸਾਹਿਬ, ਜਿਹੜੇ ਵੀ ਵੱਡੇ ਵੱਡੇ ਉੱਪਰ ਕੁਰਸੀਆਂ 'ਤੇ ਬੈਠੇ ਆ, ਉਹਨਾਂ ਸਾਰਿਆਂ ਦੇ ਉੱਤੇ ਜੇ ਅਸੀਂ ਨਿਗਾਹ ਮਾਰਦੇ ਤਾਂ ਉਹ ਫਿਰ ਸਾਨੂੰ ਉਹ ਜੱਚਦੇ ਨਹੀਂ ਉੱਥੇ ਬੈਠੇ ਲੱਗਦੇ। ਅਸੀਂ ਉਹਨਾਂ ਨੂੰ ਜਿਹੜੀ ਪੋਸਟ ਮਿਲੀ ਉਹਦੀ ਅਸੀਂ ਪੋਸਟ ਦੀ ਰਿਸਪੈਕਟ ਕਰਦੇ ਹਾਂ, ਬੰਦੇ ਦੀ ਰਿਸਪੈਕਟ ਸਾਡੇ ਵਿੱਚ ਹੈ ਨਹੀਂ ਅੱਜ ਕੱਲ੍ਹ। ਉਹ ਇਹਦਾ ਮਤਲਬ ਸਾਡਾ ਕਸੂਰ ਨਹੀਂ ਹੈਗਾ, ਉਹ ਮਤਲਬ ਜਿਹੜੀ ਉਹ ਪਿਕਚਰ ਸਾਨੂੰ ਦਿਖਾਈ ਗਈ ਹੈ ਉਹੀ ਪਿਕਚਰ ਦੇ ਨਾਲ ਅਸੀਂ ਰਿਜ਼ਲਟ ਉਹਦਾ ਕੱਢਦੇ ਹਾਂ ਵੀ ਉਹ ਜਿਹੜੀ ਪਿਕਚਰ ਆ ਉਹ ਬਿਲਕੁਲ ਧੁੰਦਲੀ ਆ। ਧੁੰਦਲੀ ਦਾ ਮਤਲਬ ਹੈ ਵੀ ਸਾਨੂੰ ਡੈਮੋਕ੍ਰੇਸੀ ਕਿਤੇ ਦਿਖਾਈ ਨਹੀਂ ਦਿੰਦੀ। ਉਹਦੇ ਬਾਅਦ ਹੁਣ ਹਰਿਆਣੇ ਦੇ ਵਿੱਚ ਆ ਜਾਈਏ, UP ਦੇ ਵਿੱਚ ਆ ਜਾਈਏ, ਉੱਥੇ ਲੋਕ ਡੈਮੋਕ੍ਰੇਸੀ ਢੰਗ ਨਾਲ 10 ਮਹੀਨਿਆਂ ਤੋਂ, ਕਿਸਾਨਾਂ ਦੀ ਮੈਂ ਗੱਲ ਕਰਦਾ, ਕਿਸਾਨ 10 ਮਹੀਨੇ ਤੋਂ ਅੰਦੋਲਨ ਚਲਾ ਰਿਹਾ ਡੈਮੋਕ੍ਰੇਸੀ ਢੰਗ ਨਾਲ ਬੈਠੇ ਉੱਥੇ। ਉਹਨਾਂ ਨੂੰ ਜਦੋਂ ਪੰਜਾਬ ਦੇ ਲੋਕ ਮੂਵ ਕਰਦੇ ਆ ਦਿੱਲੀ ਵੱਲ ਨੂੰ ਵੀ ਦਿੱਲੀ ਰਾਜਧਾਨੀ ਆ, ਉੱਥੇ ਜਾ ਕੇ ਅਸੀਂ ਆਪਣਾ ਦੁੱਖ ਪ੍ਰਧਾਨ ਮੰਤਰੀ ਸਾਹਿਬ ਨਾਲ, ਉੱਥੇ MP 544 ਬੈਠੇ ਉਹਨਾਂ ਦੇ ਮੂਹਰੇ ਰੱਖੀਏ, ਉੱਧਰ ਨੂੰ ਸਫ਼ਰ ਸ਼ੁਰੂ ਕਰਦੇ ਆ, ਉਹਨੂੰ ਪੰਜਾਬ ਦੇ ਵਿੱਚੋਂ ਬਾਰਡਰ ਤੱਕ ਜਾਂਦੇ ਆ, ਲੰਘਦੇ ਆ, ਗਾਹਾਂ ਹਰਿਆਣੇ ਦਾ ਬਾਰਡਰ ਆ ਜਾਂਦਾ, ਉੱਥੇ ਚੀਫ ਮਿਨਿਸਟਰ ਸਾਹਿਬ ਨਹੀਂ ਮੈਂ ਯੂਜ਼ ਕਰੂੰਗਾ ਹੁਣ, ਕਿਉਂਕਿ ਹੁਣ ਉਹਦੀ ਪੋਜੀਸ਼ਨ ਇੱਕ ਹੋਰ ਆ, ਖੱਟੜ ਜਿਹਨੂੰ ਆਪਾਂ ਕਹਿੰਦੇ ਹਾਂ, ਠੀਕ ਹੈ, ਜਿਹੜੇ ਖੱਟੜ ਆ ਉੱਥੇ ਦੇ ਚੀਫ ਮਿਨਿਸਟਰ, ਉਹਨਾਂ ਨੇ ਉਹ ਸੜਕਾਂ ਪੱਟੀਆਂ, ਉੱਥੇ ਲੋਕਾਂ 'ਤੇ ਅਥਰੂ ਗੈਸ ਸਿੱਟੇ, ਉੱਥੇ ਗੰਦੇ ਪਾਣੀ ਦੀਆਂ ਬੁਛਾਰਾਂ ਕੀਤੀਆਂ। ਜਿਹੜੀ ਰੋਡ ਆ ਉਹ ਹਰ ਸਿਟੀਜ਼ਨ ਦਾ ਹੱਕ ਆ ਜੀ, ਪਰ ਸਿਟੀਜ਼ਨ ਦਾ ਹੱਕ ਇਹ ਨਹੀਂ ਹੈ ਕਿ ਉਹ ਸੜਕ ਪੱਟੇ ਜੀ। ਸਿਟੀਜ਼ਨ ਦਾ ਹੱਕ ਹੈ ਉੱਤੇ ਆਉਣਾ ਜਾਣਾ ਸਫ਼ਰ ਫ੍ਰੀ ਬਗੈਰ ਡਰ ਤੋਂ ਕਰੇ ਜੀ। ਜਿਹੜੀ ਸੜਕ ਹਿੰਦੁਸਤਾਨ ਦੇ ਵਿੱਚ ਲੰਘਦੀ ਆ ਉਹ ਸਾਰੇ ਜਿੰਨੇ ਵੀ ਇੱਥੇ ਆਪਾਂ ਲੋਕ ਹੈਗੇ ਆ ਡੈਮੋਕ੍ਰੇਸੀ ਮੁਲਕ ਦੇ, ਉਹਨਾਂ ਦਾ ਹੱਕ ਆ। ਜਿਹੜਾ ਬਾਹਰੋਂ ਆਉਂਦਾ ਕੋਈ ਉਹਦਾ ਵੀ ਹੱਕ ਹੈ ਉੱਥੇ, ਜਿਹੜਾ ਕੋਈ ਟੂਰਿਸਟ ਆਉਂਦਾ ਉਹਦਾ ਵੀ ਹੱਕ ਆ। ਵੀ ਮੈਂ ਕਹਿਣ ਦਾ ਭਾਵ ਕਿ ਉਹ ਜਿਹੜੀ ਇੱਕ ਕਿਸੇ ਦੀ ਪ੍ਰੋਪਰਟੀ ਨਹੀਂ ਹੈਗੀ ਪਰਸਨਲ, ਨਾ ਤਾਂ ਉਹ ਖੱਟੜ ਦੇ ਪੇ ਦੀ ਆ ਨਾ ਉਹਦੇ ਬਾਬੇ ਦੀ ਆ ਉਹ ਜੀ, ਠੀਕ ਹੈ। ਇੱਕ ਲੋਕਾਂ ਦਾ ਚੁਣਿਆ ਹੋਇਆ ਸੇਵਾਦਾਰ ਉਹ ਹੈਗਾ ਬੰਦਾ। ਅਤੇ ਉਹ ਅੱਜ ਕੱਲ੍ਹ ਜਿਹੜੀ ਬਦਮਾਸ਼ੀ ਉੱਤੇ ਤੁਰਿਆ ਆ, ਉਹਦੀ ਲੈਂਗੁਏਜ ਕੱਲ੍ਹ ਦੀ ਡੇਟ ਕਿਹੜੀ ਸੀ ਜੀ 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 ਬਿਲਕੁਲ ਕੱਲ੍ਹ ਦੀ ਡੇਟ ਦੇ ਵਿੱਚ ਉਹਨੇ ਜਿਹੜਾ ਰਾਤ ਨੂੰ ਬਿਆਨ ਦਿੱਤਾ, ਉਹਦੇ ਵਿੱਚ ਲੋਕਾਂ ਨੂੰ ਜਿਹਨੂੰ ਕਹਿੰਦੇ ਨਾ ਕਤਲ ਕਰਾਉਣ ਵਾਲੇ ਬੰਦੇ ਜਿਹੜੇ ਹੁੰਦੇ ਨਾ, ਉਹਨੂੰ ਉਤਸ਼ਾਹਿਤ ਕਰਨਾ ਵੀ ਤੂੰ ਕਰ ਦੇ। ਉਹ ਇਸ ਮੁਲਕ ਦੇ ਲੋਕ ਜਿਹੜੇ ਡੈਮੋਕ੍ਰੇਸੀ ਢੰਗ ਨੂੰ ਸੋਚ ਕੇ ਤਾਂ ਉਹਦੇ ਅੰਡਰ ਚੱਲਦੇ ਆ ਜਾਂ ਉਹਦੇ ਵਿੱਚ ਰਹਿਣ ਨੂੰ ਦਿਲ ਪਸੰਦ ਕਰਦੇ ਆ, ਉਹਨਾਂ ਲੋਕਾਂ ਨੂੰ ਉਹ ਉਠਾਲਣ ਦੀ ਗੱਲ ਕਰਦਾ, ਲੜਾਈ ਵਾਲੇ ਪਾਸੇ ਤੋਰਨ ਡਿਆ। ਇਹ ਡੈਮੋਕ੍ਰੇਸੀ ਦਾ ਕਤਲ ਆ। ਉਹ ਮੋਦੀ ਸਾਹਿਬ ਦੇ ਨਹੀਂ ਹੈਗੇ, ਉਹ ਸਿਰਫ ਇੱਕ MLA ਜਾਂ MP ਦੀ ਸੀਟ ਲਈ ਬੈਠੇ ਹੁੰਦੇ, ਜਿੱਧਰਲਾ ਵੀ ਦੇਖੇ ਗਲਤ ਮਲਤ ਜੋ ਵੀ ਹੱਥ ਖੜਾ ਕਰ ਦਿੰਦੇ ਉਹਦੀ ਫੇਵਰ 'ਚ। ਮੁਲਕ ਇੱਦਾਂ ਨਹੀਂ ਚੱਲਦੇ। ਹੁਣ ਵੀ ਜਦ ਦੇਖਿਆ ਕਰੋਨਾ ਹਟਿਆ, ਜਦ ਪਲੇਨ ਤੁਸੀਂ ਐਡੇ ਐਡੇ ਮਹਿੰਗੇ ਪਲੇਨ ਲੈ ਕੇ ਖੜੇ ਕੀਤੇ, ਮੋਦੀ ਸਾਹਿਬ ਨੇ ਬਾਹਰ ਸਫ਼ਰ ਕਰਨਾ, ਮੋਦੀ ਸਾਹਿਬ ਬਾਕੀ ਵੀ ਲੋਕ ਸਫ਼ਰ ਕਰਦੇ ਆ। ਕਈ ਮੁਲਕਾਂ ਦੇ ਰਾਸ਼ਟਰਪਤੀ ਇੱਦਾਂ ਦੇ ਜਿਹੜੇ ਲੋਕਾਂ ਦੇ ਪਰਸਨਲ ਪਲੇਨ ਆ ਉਹਨਾਂ ਦੇ ਵਿੱਚ ਜਾਂਦੇ ਆ, ਆਪਣਾ ਪਲੇਨ ਨਹੀਂ ਖਰੀਦਦਾ। ਤੁਸੀਂ ਉਹ ਬਿਲਡਿੰਗ ਉੱਤੇ ਪਾਰਲੀਮੈਂਟ ਬਣਾਉਣ ਦਾ ਆ, ਪਾਰਲੀਮੈਂਟ ਦੇ ਵਿੱਚ ਤਾਂ ਉਹ ਬੰਦੇ ਤੁਸੀਂ ਸਾਰਿਆਂ ਨੂੰ ਤਾਂ ਹੱਥ ਖੜੇ ਕਰਾਉਣ ਵੇਲੇ ਹੱਥ ਖੜੇ ਕਰਾਉਣੇ ਇੱਕ ਗਰੁੱਪ ਦੇ। ਉਹ ਡੈਮੋਕ੍ਰੇਸੀ ਜਗ੍ਹਾ ਜਿੱਥੇ ਪਾਰਲੀਮੈਂਟ ਬਣਾਉਣ ਦਾ ਆ, ਕਰੋੜਾਂ ਰੁਪਏ ਉੱਤੇ ਲਾ ਦਿੱਤਾ। 4 ਬੰਦੇ ਮੁਲਕ ਚਲਾਉਣ ਦਾ, ਤੁਸੀਂ ਕਹਿੰਦੇ ਪਾਰਲੀਮੈਂਟ ਦੀ ਕਰੋੜਾਂ ਰੁਪਏ ਲਾ ਦਿੱਤਾ। ਉਹ ਪੈਸਾ ਕਿਹਦਾ? ਉਹ ਲੋਕਾਂ ਦਾ ਪੈਸਾ, ਜਿਹਨਾਂ ਲੋਕ ਇੱਥੇ ਲੇਬਰ ਕਰਨ ਡਏ ਆ। ਅੱਜ ਤੋਂ ਨਹੀਂ ਕਰਨ ਲੈ, 1947 ਤੋਂ ਲੈ ਕੇ ਹੁਣ ਤੱਕ ਲੇਬਰ ਹੀ ਕਰਨ ਡਏ ਉਹ। ਉਹਨਾਂ ਨੂੰ ਤੁਸੀਂ ਜਦ ਵੀ ਦੇਖੋ ਨਾਲੀ ਬਣਾ ਦਿੱਤੀ, ਸੜਕ ਟੁੱਟ ਗਈ, ਦੇਣ ਲਈ ਤੁਹਾਡੇ ਕੋਲ ਕੋਈ ਇੱਕ ਧੇਲਾ ਨਹੀਂ ਹੈਗਾ, ਜਾਂ ਮਤਲਬ ਉਹਦੀ ਲੈਂਗੁਏਜ ਦੇ ਵਿੱਚ ਆਊਗਾ ਵੀ ਤੁਹਾਡੇ ਕੋਲ ਕੋਈ ਪੈਸਾ ਉਹਨਾਂ ਗਰੀਬਾਂ ਨੂੰ ਜਿਹੜੇ ਸੜਕਾਂ 'ਤੇ ਅੱਜ ਵੀ ਰਹਿ ਰਹੇ। ਕੋਰੋਨੇ ਦੇ ਵਿੱਚ ਕੀ ਹੋਇਆ ਸਾਰੇ ਹਿੰਦੁਸਤਾਨ ਦੇ ਵਿੱਚ?
जिन्ने गरीब लोग सके तुसीं सड़कों के बाहर कढ़ के अपने सूबे नूं तोड़ दिते। ये भारत देश महान की गल ये आ। तुसीं प्लेनां 'च घूमो, तुसीं फ्लड आ जाए ਜਾਂ किते हड़ आ जाए, तुसीं प्लेन 'च उपरों देखदे की देखदे उपरों मच्छियां किन्नी घूमदियां कि लाशां देखदे आ। तुहानूं की दिखाई दित्ता उत्तों? जिन्ने भी अपने MP MLA सब प्लेन चढ़ जाते जद हड़ आ गया थले, जिन्हें कभी प्लेन का सफ़र नहीं किया प्लेन जाके बैठ देंगे। वो बाद उन्होंने हेल्प किन की जेडे उत्थे झुग्गियां जल गई, सुक्कां दियां पानी नाल बर्बाद हो गई, मकान बर्बाद हो गए, जमीनां उजड़ गई, न्याणे विच डुब के मर गए, बच्चे मर गए, उन्होंने माँ पे मर गए। उन्होंने की कीता? सारा काम जब तुसीं मुल्क लई करना तो कोई ना कोई इत्थे भी कुरबानी करो। लोग अपना सिर ला देंगे कुरबानी लई, तुसीं झोने दे 4 खेत लाउण तो नहीं बाज आउंदा। उन्हां दी मिन्नतां करदे आ ट्रेन चला दो, जदों ट्रेनां बंद होईआं अंदोलन दे विच तुसीं अपने नूं कहंदे इत्थे अंदोलन चलाता, उधर ट्रेन लई तुसीं उन्हां दे जाके मिन्नतां करदे असीं खाद लिआओ। तुसीं उन्हां दे थल्ले लग के गल करदे, तुसीं फाइट की करना? ठीक है, तुसीं हरियां पग्गां बन्नियां, लाल पग्गां बन्नियां, चिट्टियां पग्गां बन्नियां, जो भी कीती तुहाडे कोल ताकत नहीं लड़न जोगी। तुहानूं माड़े जे सीटी मारदे तुसीं जा वड़दे आ। तुहानूं उन्होंने 10-12 मीटिंगां दे बाद कुत्ते वाला हाल किया, तुहानूं तुसीं सड़कां ते रोलण डए आ। यही घर बैठते तो पता लगता जे इस बॉर्डर के उत्ते तुसीं इदां ही डैमोनस्ट्रेशन करदे तो कोई तुहानूं मज़ा भी आउणा सीगा। लोकतंत्र दागी दागी नहीं महसूस होंदा? लोकतंत्र का जिहड़ा हिस्सा वो दिसदा नहीं है। की कहना चाहोगे? EVM मशीन एक इलैक्ट्रॉनिक मशीन है, उहदे विच किते भी सैटिंग की जा सकती, कुछ भी किया जा सकता। की कहना चाहोगे? ये भी लोकतंत्र का घाण नहीं है? देखो, जदों लोकतंत्र की जी असीं गल करदे ना, मैनूं तो करन वेले थोड़ी जी घबराहट छिड़ जाती भी लोकतंत्र है कित्थे। ਹੁਣ ਲੋਕਤੰਤਰ ਦੀ ਆਪਾਂ ਗੱਲ ਕਰ ਰਹੇ ਹਾਂ। ਲੋਕਤੰਤਰ ਦੀ ਗੱਲ ਦਾ ਮਤਲਬ ਇਹ ਆ ਵੀ ਜਦੋਂ ਲੋਕਤੰਤਰ ਦੇ ਵਿੱਚ ਜਿਹੜੇ ਆਪਣੇ ਉਹਨੂੰ ਕਹਿੰਦੇ ਵੀ ਅਸੀਂ ਲੋਕਤੰਤਰ ਮੁਲਕ ਦੇ ਵਿੱਚ ਰਹਿੰਦੇ ਆ, ਉਹਦੇ 'ਚ 2-3 ਗਰੁੱਪ ਆ ਜਾਂਦੇ ਆ, ਉਹ ਸਾਰੇ ਲੋਕਤੰਤਰ 'ਚ ਹੀ ਰਹਿੰਦੇ। ਮਤਲਬ ਹਿੰਦੁਸਤਾਨ ਦਾ ਵਾਸੀ ਇੱਥੋਂ ਲੈ ਕੇ ਉੱਪਰ ਤੱਕ ਜਿੰਨੇ ਵੀ ਆ ਸਾਰੇ ਲੋਕਤੰਤਰ ਦੇ ਵਿੱਚ ਹੀ ਆ। ਹੁਣ ਲੋਕਤੰਤਰ ਦੇ ਵਿੱਚ ਲੋਕਤੰਤਰ ਕਿਹਨਾਂ ਦੇ ਹੱਥ ਦੇ ਵਿੱਚ ਆ, ਗੱਲ ਉੱਥੇ ਲਈ ਆਪਾਂ। ਠੀਕ ਹੈ, ਜਦੋਂ ਉਹਨਾਂ ਲੋਕਾਂ ਨੂੰ ਲੱਗੇ ਵੀ ਇਹਦੇ ਵਿੱਚ ਅਸੀਂ ਉਸ ਜਿਹੜਾ ਲੋਕ ਚਾਹੁੰਦੇ ਆ ਉਹ ਕੰਮ ਨਹੀਂ ਪੂਰਾ ਕਰ ਸਕਦੇ। ਠੀਕ ਹੈ, ਫੋਰ ਐਗਜ਼ਾਮਪਲ ਮੈਂ ਇੱਥੇ ਸਾਈਕਲ ਦੀ ਰੇਸ ਲਾਉਣ ਲੱਗਾ, ਜਦ ਦੇਖਾਂ ਵੀ ਮੈਂ ਉੱਥੇ ਦੀ ਨਹੀਂ ਜਾ ਸਕਦਾ ਅਤੇ ਮੈਨੂੰ ਬੜਾ ਲੋਕਾਂ ਨੇ ਮਾਣ ਦਿੱਤੇ ਵੀ ਤੂੰ ਇਹ ਸਾਈਕਲ ਤੇਜ਼ ਚਲਾ ਲੂਗਾ, ਤਾਂ ਮੈਂ ਉਹ ਜਦ ਨਹੀਂ ਪਾਰ ਕਰ ਸਕਦਾ, ਮੈਂ ਉਹ ਰਸਤੇ 'ਚ ਕਿਤੇ ਸਾਈਕਲ ਸਿੱਟ ਕੇ ਤਾਂ ਉਹ ਚੇਨ ਉਤਰ ਗਈ ਤਾਂ ਗੋਡੇ ਦਾ ਭਾਰ, ਇੱਕ ਐਗਜ਼ੈਂਪਲ ਦੇ ਤੌਰ 'ਤੇ ਕਰ। ਹੁਣ ਇਹ ਹੀ ਹਿੰਦੁਸਤਾਨ ਦਾ ਡੈਮੋਕ੍ਰੇਸੀ ਢੰਗ ਆ। ਉਹਦੇ ਵਿੱਚ ਜਦ ਇਹਨਾਂ ਦੇਖਿਆ ਵੀ ਲੋਕ ਇਹਨਾਂ ਨੂੰ ਸ਼ੱਕ ਹੋ ਚੁੱਕਾ, ਸ਼ੱਕ ਜਿਹੜਾ ਹੋਇਆ ਉਹ ਸ਼ੱਕ ਦੀ ਵਜ੍ਹਾ ਹੁੰਦੀ ਆ। ਸ਼ੱਕ ਇਹਦਾ ਮਤਲਬ ਕੋਈ ਨਾ ਕੋਈ ਗੱਲ ਹੋਈ ਆ ਤਾਂ ਹੀ ਸ਼ੱਕ ਹੋਇਆ ਜੀ। ਚੰਗੀ ਗੱਡੀ ਚੱਲਦੀ ਉੱਤੇ ਨਵੀਂ ਦੇ ਉੱਤੇ ਕੋਈ ਸ਼ੱਕ ਨਹੀਂ ਕਰਦਾ, ਜਦੋਂ ਸੈਕਿੰਡ ਹੋ ਜਾਏ ਫਿਰ ਸ਼ੱਕ ਕਰਦਾ। ਹੁਣ ਡੈਮੋਕ੍ਰੇਸੀ ਜਿਹੜੀ ਆ ਉਹ ਹਿੰਦੁਸਤਾਨ ਦੀ, ਮੈਂ ਇਹ ਨਹੀਂ ਕਹਿੰਦਾ ਸੈਕਿੰਡ ਹੈਂਡ ਹੋ ਚੁੱਕੀ ਹੈ। ਡੈਮੋਕ੍ਰੇਸੀ ਦੇ ਵਿੱਚ ਇੰਨਾ ਕੁ ਘੋਣ ਜਾਂ ਇੰਨੀ ਕੁ ਗਲਤ ਪਾਸੇ ਨੂੰ ਉਹ ਜਾ ਚੁੱਕੀ ਆ ਕਿ ਉਹਨਾਂ ਨੂੰ ਸਿਰਫ ਆਪਣੀ ਸੀਟ ਹੀ ਡੈਮੋਕ੍ਰੇਸੀ ਦਿਖਦੀ ਆ, ਲੋਕ ਨਹੀਂ ਦਿਖਾ ਰਹੇ। ਜਿੱਥੇ ਡੈਮੋਕ੍ਰੇਸੀ ਦੀ ਗੱਲ ਹੈ ਨਾ, ਜਿਨ੍ਹਾਂ ਦੇ ਉਹ ਵਰਤਾਵਾ ਵਰਤਣ ਡੈਮੋਕ੍ਰੇਸੀ ਦਾ, ਉਹ ਨਹੀਂ ਉਹਨਾਂ ਨੂੰ ਦਿਖਾਈ ਦੇ ਰਿਹਾ, ਉਹਨਾਂ ਨੂੰ ਸਿਰਫ ਆਪਣਾ ਹੀ ਦਿਖਾਈ ਦਿੰਦਾ। ਜਦੋਂ ਤੁਹਾਨੂੰ ਆਪਣਾ ਦਿਖਣਾ ਤਾਂ ਤੁਹਾਨੂੰ ਆਪਣੇ ਘਰ ਦੱਸਣਾ, ਆਪਣੇ ਨਿਆਣੇ ਦੱਸਣੇ, ਆਪਣਾ ਆਲਾ ਦੁਆਲਾ ਦੱਸਣਾ। ਆਲਾ ਦੁਆਲਾ ਬਾਹਰ ਦੂਰ 'ਤੇ ਨਹੀਂ ਜਾਣਾ, ਤੁਸੀਂ ਆਪਣੇ ਫੈਮਿਲੀ ਦੇ ਵਿੱਚ ਹੀ ਰਹਿਣਾ, ਬਲੱਡ ਰਿਲੇਸ਼ਨ ਹੀ ਸਮਝ ਲਓ, ਉੱਥੇ ਤੱਕ ਹੀ ਰਹਿਣਾ। ਉਹ ਸਿਸਟਮ ਜਦ ਤੁਹਾਨੂੰ ਦਿਸਣ ਲੱਗ ਪਿਆ ਵੀ ਹੁਣ ਇੱਥੇ ਇਲੈਕਸ਼ਨ ਜਿੱਤਣ ਦੇ ਜ਼ਰਾ ਔਖੇ ਸਮੇਂ ਹੋ ਜਾਣੇ ਆ, ਔਖਾ ਟਾਈਮ ਆ ਗਿਆ ਆ, ਅਤੇ ਅਸੀਂ ਹੁਣ ਇੱਥੇ ਨਿਕਲਣਾ ਇਹ 'ਚੋਂ ਮੁਸ਼ਕਿਲ ਹੈ, ਤਾਂ ਉਸ ਜਿਹੜਾ ਤੁਹਾਡੇ ਹੱਥ ਦੇ ਵਿੱਚ ਤੁਸੀਂ ਬੜੇ ਮਜ਼ਬੂਤੀ ਨਾਲ ਜਿੱਤ ਕੇ ਫੜੇ ਹੋਏ ਆ, ਉਹ ਤੁਹਾਡਾ ਦਿਲ ਨਹੀਂ ਕਰਦਾ ਹੁਣ ਛੱਡਣ ਨੂੰ। ਜਦ ਦਿਲ ਨਹੀਂ ਛੱਡਦਾ ਤਾਂ ਉਹਦੇ ਵਿੱਚ ਤੁਸੀਂ ਫਿਰ ਕੋਈ ਨਾ ਕੋਈ ਇੱਦਾਂ ਦੀ ਸੋਚ ਕਰਦੇ ਵੀ ਇਹਨੂੰ ਹੱਥ 'ਚ ਕਿੱਦਾਂ ਰੱਖੀਏ। ਜਿਹੜੀ ਕਰਪਸ਼ਨ ਸਿਸਟਮ ਦਾ ਇੱਕ ਜਿਹੜਾ ਬਿਮਾਰੀ ਦਾ ਇਲਾਜ ਹੈ ਨਾ, ਜਿਹੜੇ ਬਿਮਾਰੀ ਦਾ ਇਲਾਜ ਨਹੀਂ ਹੋ ਰਿਹਾ, ਹੁਣ ਤੁਸੀਂ ਇੱਕ ਬਿਮਾਰੀ ਨੂੰ ਵਧਾਉਣ ਨੂੰ ਕਿੱਦਾਂ ਦੇਖਣਾ। ਬਿਮਾਰੀ ਤਾਂ ਹੈ, ਤੇ ਇਹਨੂੰ ਘਟਾ ਤਾਂ ਸਕਦੇ ਨਹੀਂ, ਤੇ ਇਹਦੇ ਵਿੱਚੋਂ ਮੈਂ ਕਿੱਦਾਂ ਬਾਹਰ ਨਿਕਲਣਾ, ਮੈਂ ਆਪਣੇ ਆਪ ਨੂੰ ਕਿੱਦਾਂ ਸੇਫ ਰੱਖਣਾ। ਉਹ ਜਿਹੜੀ ਸੇਫਟੀ ਤੁਹਾਡੀ ਹੈ ਨਾ, ਉਹ ਹੈਗੀ ਆ ਤੁਹਾਡੀ ਹੇਰਾਫੇਰੀ। ਹੇਰਾਫੇਰੀ ਕਰਕੇ ਤੁਸੀਂ ਫਿਰ ਉਹ ਜਿਹੜੀਆਂ ਮਸ਼ੀਨਾਂ, ਜਿਹੜੀ ਬੈਲਟ ਦੀ ਗੱਲ ਤੋਂ ਤੁਸੀਂ ਜਾਣਦੇ ਨਾ, ਡੱਬੇ ਦੇ ਵਿੱਚ ਨੂੰ ਵੋਟ ਪੈਂਦੀ ਆ, ਜਿੱਦਾਂ ਵੋਟ ਪਾਉਂਦੇ ਪੇਪਰ ਨਾਲ ਜੀ, ਉਹ ਚੀਜ਼ ਦੇ ਨਾਲ ਤੁਸੀਂ ਇਲੈਕਟ੍ਰੋਨਿਕ ਮੀਡੀਆ, ਜਿਹੜਾ ਇਲੈਕਟ੍ਰੋਨਿਕ ਸਿਸਟਮ ਹੈ, ਉਹਨੂੰ BM ਕਿਹਾ ਤੁਸੀਂ ਕਿਹੜਾ ਲੱਭ EVM ਦੇ ਮਸ਼ੀਨਾਂ, ਉਹਦਾ ਸਹਾਰਾ ਲਿਆ। ਹੁਣ ਤੁਸੀਂ ਜਦੋਂ ਬੰਦੇ ਦੇ ਆਖਰੀ ਸਾਹ ਹੋਣ ਤਾਂ ਉਹਨੂੰ ਆਕਸੀਜਨ ਦੇ ਦਿੰਦੇ ਆ, ਉਹਦਾ ਕੁਛ ਸਮਾਂ ਟਪਾਉਣ ਲਈ। ਇਹ ਇੱਕ ਤੁਹਾਡੀ ਡੈਮੋਕ੍ਰੇਸੀ ਢੰਗ ਦੇ ਵਿੱਚ ਜਿਹੜਾ ਸਿਸਟਮ ਚੱਲਣ ਲਈ ਉਹਨੂੰ ਤੁਸੀਂ ਆਕਸੀਜਨ ਦਾ ਸਹਾਰਾ ਦਿੱਤਾ, ਕਰਪਸ਼ਨ ਦਾ। ਇਹ ਕਰਪਟ ਸਿਸਟਮ ਆ, ਉਹਦਾ ਸਹਾਰਾ ਦੇਣ ਡਿਆ ਕਿਉਂਕਿ ਤੁਹਾਨੂੰ ਲੋਕਾਂ ਤੋਂ ਵਿਸ਼ਵਾਸ ਉੱਠ ਚੁੱਕਿਆ।
जब लोगों का तुहाडे तो विश्वास उठ चुक्या तो ਤੁਸੀਂ ਇਹਦਾ ਮਤਲਬ ਉਸ ਜਿਹੜੇ ਲੋਕ ਚਾਹੁੰਦੇ ਸੀਗੇ ਉਸ ਤੋਂ ਥੱਲੇ ਉਸ ਤੁਹਾਡਾ ਗ੍ਰਾਫ ਥੱਲੇ ਆ ਚੁੱਕਾ, ਤੁਸੀਂ ਉਹਨੂੰ ਚੱਕ ਨਹੀਂ ਸਕੇ ਕਿਉਂਕਿ ਤੁਹਾਡੇ 'ਚ ਉਹ ਸੋਚ ਹੀ ਨਹੀਂ ਸੀ ਕਿ ਤੁਸੀਂ ਇਹ ਡੈਮੋਕ੍ਰੇਸੀ ਮੁਲਕ ਨੂੰ ਡੈਮੋਕ੍ਰੇਸੀ ਢੰਗ ਨਾਲ ਚਲਾ ਲਓ। ਤੁਹਾਡੀ ਸੋਚ ਘੱਟ ਆ, ਤੁਹਾਡਾ ਲੈਵਲ ਘੱਟ ਆ। ਜੇ ਤੁਹਾਡਾ ਲੈਵਲ ਇੰਨਾ ਹੋਵੇ ਤੁਸੀਂ ਨੱਠਣ ਦੇ ਵਿੱਚ ਵੀ ਤੁਸੀਂ ਲੱਟ ਸਕਦੇ, ਤੁਸੀਂ ਨੱਠ ਸਕਦੇ ਆ। ਜੇ ਤੁਸੀਂ ਨੱਠਣ ਦੀ ਸੋਚ ਹੈ ਨਹੀਂ, ਖੜ ਗਏ ਨੱਠਣ ਲਈ, ਪਰ ਨੱਠ ਤੋਂ ਹੁੰਦਾ ਨਹੀਂ। ਉਹ ਸਾਡੇ ਪੋਲੀਟੀਕਲ ਬੰਦਿਆਂ ਦਾ ਹਾਲ ਹੈ। ਉਹ ਸੋਚ ਹੈ ਨਹੀਂ ਮੁਲਕ ਨੂੰ ਚਲਾਉਣਾ ਕਿੱਦਾਂ। ਹੁਣ ਅਸੀਂ ਪਿੱਛੇ ਇੱਕ ਗੱਲ ਹੈਗੀ ਹੈ, ਸ਼ਹੀਦਾਂ ਦੀ ਗੱਲ ਕੀਤੀ ਹੈ। ਉਹਨਾਂ ਦੀ ਜਿਹੜੀ ਦੌੜ ਸੀਗੀ ਨਾ, ਜਾਂ ਉਹਨਾਂ ਨੇ ਨੱਠਣਾ ਜਿਹੜਾ ਸੀਗਾ, ਉਹ ਨੱਠ ਕੇ ਉਹਨਾਂ ਨੇ ਆਪਣੀ ਆਪੈਕਸ ਜਿਹੜਾ ਸਾ ਐਨ ਅਖੀਰ 'ਤੇ ਜਿੱਥੇ ਪਹੁੰਚਣਾ ਉੱਥੇ ਪਹੁੰਚ ਗਏ। ਪਹੁੰਚਣਾ ਮਤਲਬ ਜਿੱਥੇ ਉਹ ਸ਼ਹੀਦ ਹੋਣਾ ਕਿ ਵੀ ਉਹ ਇਸ ਗੱਲ ਨੂੰ ਨਜ਼ੀ ਹਾਰ ਦੇ ਵਿੱਚ ਪਾਉਂਦੇ, ਉਹ ਉੱਥੇ ਸ਼ਹਾਦਤਾਂ ਪਾ ਕੇ ਸ਼ਹੀਦ ਹੋ ਗਏ। ਉਹ ਹੈਗੀ ਇੱਕ ਜਿੱਤ, ਉਹਦਾ ਇੱਕ ਸਾਈਡ ਹੋ ਗਿਆ। ਜੇ ਉੱਥੋਂ ਛੱਡ ਕੇ ਥੋੜ੍ਹਾ ਜਿਹਾ ਪਿੱਛੇ ਆ ਕੇ ਉਹਨਾਂ ਨੇ ਸਮਝੌਤੇ ਕਰਕੇ ਬੈਠ ਜਾਂਦੇ ਤਾਂ ਉਹ ਸੀਟਾਂ 'ਤੇ ਬੈਠ ਸਕਦੇ ਸੀ ਮੁੜ ਕੇ, ਜਦ ਵੀ ਉਹ ਸੀਟ ਲੈ ਸਕਦੇ ਸੀ। ਪਰ ਹੋਰ ਪਾਸੇ ਨੈਗੇਟਿਵ ਪਾਸੇ ਇੱਦਾਂ ਹੀ ਅੱਜ ਦੀ ਸਿਆਸਤ ਦੇ ਦੇਖ ਲਿਆ ਵੀ ਇਹ ਹੁਣ ਉੱਤੇ ਜਿੱਤਣਾ ਮੁਸ਼ਕਿਲ ਆ। ਬੰਦਿਆਂ ਨੂੰ ਕਹਾਂਗੇ ਤਾਂ ਪੈਸੇ ਲੱਗੂਗੇ, ਫਿਰ ਉਹ ਗੱਲ ਵੀ ਬਾਹਰ ਜਾਊਗੀ। ਉਹ ਚੀਜ਼ ਨੂੰ ਰੋਕਣ ਲਈ ਮਸ਼ੀਨਾਂ ਤਿਆਰ ਕਰੋ। ਜਦੋਂ ਕੋਈ ਚੋਰ ਚੋਰੀ ਕਰਦਾ ਤਾਂ ਜੇ ਦਰਵਾਜ਼ੇ ਚੰਗੇ ਹੋਣ ਤਾਂ ਫਿਰ ਉਹ ਦੇਖ ਕੇ ਮੁੜਿਆ ਹੁੰਦਾ, ਦੂਏ ਦਿਨ ਫਿਰ ਟਰਾਈ ਕਰਦਾ ਵੀ ਇੱਥੇ ਨਾ ਇਹ ਚੀਜ਼ ਟੂਲ ਦੀ ਲੋੜ ਹੈ, ਤਾਂ ਫਿਰ ਉੱਦਾਂ ਤੋੜਦਾ। ਉਹੀ ਸਿਆਸਤਦਾਨਾਂ ਦਾ ਕੰਮ ਹੈ। ਮੈਂ ਇਹਨਾਂ ਦੀ ਜਿਹੜੀ ਸਿਆਸਤ ਇੰਨੀ ਖਰਾਬ ਹੋ ਚੁੱਕੀ ਹੈ, ਇਹ ਕੰਟਰੀ ਨੂੰ ਦੇ ਕੁਛ ਨਹੀਂ ਸਕੇ, ਲੈਣ ਵਾਲੇ ਪਾਸੇ ਸੀਗੇ। ਉਹਦੇ ਵਿੱਚ ਇਹਨਾਂ ਨੇ ਕਾਫੀ ਆਨੰਦ ਮਾਣਿਆ, ਕਾਫੀ ਲੋਕਾਂ ਨੂੰ ਲੁੱਟਿਆ, ਕੁੱਟਿਆ, ਮਾਰਿਆ, ਜੋ ਵੀ ਕੀਤਾ, ਜਿਹੜਾ ਵੀ ਢੰਗ ਇਹਨਾਂ ਨੂੰ ਆਉਂਦਾ ਉਹ ਕਰਦੇ ਆ। ਇਹ ਲੋਕਾਂ ਨੂੰ ਆਪਣੇ ਨਾਲ ਲਾਉਣ ਦੀ ਗੱਲ ਇੱਦਾਂ ਤਿਆਰੀ ਕੀਤੀ ਇਹਨਾਂ ਨੇ। ਉਹਦੇ 'ਚ ਹੁਣ ਫੇਲ ਹੋਣ ਦੇ ਜਾ ਰਿਹਾ। ਫੇਲ ਹੋਣ ਦੇ ਨਾਲ ਇਹ ਜਿਹੜੀਆਂ ਮਸ਼ੀਨਾਂ ਜਿਹੜੀਆਂ ਇਲੈਕਸ਼ਨ ਕਰਾਉਣ ਲਈ EVM ਵਗੈਰਾ, ਉਹ ਤਾਂ ਹੀ ਇਹਨਾਂ ਨੇ ਲਿਆਉਣੀਆਂ ਵੀ ਵੋਟਾਂ ਘੱਟ ਪੈਣੀਆਂ, ਅਸੀਂ ਕਿੱਦਾਂ ਜਿੱਤਣਾ। ਅਤੇ ਉਹ ਮੈਂ 2 ਵਾਰੀ ਇਲੈਕਸ਼ਨ ਦੇ ਵਿੱਚ ਦੇਖ ਚੁੱਕਾ। ਜੋ ਦੇਖਿਆ ਉਹਦੇ ਵਿੱਚ ਪਹਿਲਾਂ ਤਾਂ ਇਲੈਕਸ਼ਨ ਦੇ ਵਿੱਚ ਇੱਦਾਂ ਕਰਕੇ ਉਹ ਜਿੱਥੇ EVM ਮਸ਼ੀਨਾਂ ਲਾਈਆਂ ਤਾਂ ਇਹ ਇਲੈਕਸ਼ਨ ਦੇ ਵਿੱਚ ਇਸ ਬੰਦੇ ਨੂੰ ਥੱਲੇ ਰੱਖਦੇ ਸੀਗੇ ਤਾਂ ਇਹਨੂੰ ਉੱਤੇ ਲੈ ਜਾਂਦੇ ਸੀਗੇ। ਇੱਦਾਂ ਜਦ ਦੇਖਿਆ ਉਹਦੇ ਜਿਹੜਾ ਥੱਲੇ ਰਹਿ ਗਿਆ ਉਹਨੂੰ ਰੌਲਾ ਪਾਉਣਾ ਵੀ ਜੀ ਇਹ ਮਸ਼ੀਨਾਂ ਕਰਕੇ ਮਸ਼ੀਨਾਂ। ਪਿਛਲੀ ਵਾਰੀ ਜਦੋਂ ਇਲੈਕਸ਼ਨ ਹੋਇਆ ਮੈਂ ਉੱਥੇ ਲਾਲੂ ਪ੍ਰਸਾਦ ਦੇ ਲੜਕੇ ਦਾ ਨਾਮ ਲਊਂਗਾ ਵੀ ਉਹਦੇ ਨਾਲ ਮੈਂ ਜੋ ਦੱਸਿਆ ਉਹਦੇ ਵਿੱਚ ਕੀ ਹੋਇਆ, ਲਾਲੂ ਪ੍ਰਸਾਦ ਦਾ ਲੜਕਾ ਉੱਥੇ 2 ਪਾਰਟੀਆਂ ਦੀ ਇਲੈਕਸ਼ਨ ਹੋ ਰਹੀ ਹੈ ਅਤੇ ਉਹ ਲੜਾਈ ਦੇ ਵਿੱਚ ਲਾਲੂ ਪ੍ਰਸਾਦ ਦੇ ਮੁੰਡੇ ਨੂੰ ਕਰਦੇ ਉੱਪਰ ਲੈ ਗਏ 85 ਤੱਕ। ਇਹ ਇੱਥੇ 20-25 ਤੇ ਲਟਕ ਗਏ ਅਤੇ ਉਹਨਾਂ ਨੇ ਸਾਰੀ ਤਿਆਰੀ ਕਰ ਲਈ, ਅਸੀਂ ਜਿੱਤ ਗਏ। ਪਰ ਇਹਨਾਂ ਦਾ ਜਿਹੜਾ ਸੋਚ ਦਾ ਢੰਗ ਸੀਗਾ ਉਹ ਤਾਂ ਨੀਵਾਂ, ਕਿਉਂਕਿ ਜਿਹੜਾ ਪਹਿਲੀ ਗੱਲ ਕਰ ਚੁੱਕਾ, ਜਿਹੜਾ ਪਹਿਲਾਂ ਨੀਵਾਂ ਰਹਿ ਗਿਆ ਸੀਗਾ ਨਾ, ਉਹ ਕੋਰਟ ਦੇ ਵਿੱਚ ਜਾਣ ਦੇ ਚਾਂਸ ਹੁੰਦੇ ਸੀਗੇ ਉਹਦੇ, ਵੀ ਵੋਟਾਂ 'ਚ ਹੇਰਾਫੇਰੀ ਹੋ ਗਈ ਜੀ। ਇਹਨਾਂ ਨੇ ਕੀਤਾ ਉਸ ਸਟੈਪ ਨੂੰ ਬਦਲੀ ਕਰਕੇ ਇੱਧਰ ਜਿਹੜਾ ਇਹਨਾਂ ਦਾ ਬੰਦਾ ਜਿਹਨੂੰ ਅਸੀਂ ਕਰਪਟ ਬੰਦਾ ਕਹਿੰਦੇ ਹਾਂ, ਉਸ ਬੰਦੇ ਨੇ ਉਹ ਮਸ਼ੀਨਾਂ ਵਾਲੇ ਦੇ ਜਿਹੜਾ ਗਰੁੱਪ ਦਾ ਬੰਦਾ ਉਹਨੇ ਕੀ ਕੀਤਾ, ਇੱਧਰੋਂ ਉਸ ਮਸ਼ੀਨ ਨੂੰ ਵੋਟਾਂ ਦੇ ਨਾਲ ਤਾਂ ਲਿਆਂਦਾ, ਇਹਨੂੰ ਥੱਲੇ ਰੱਖਿਆ। ਜਿਹੜਾ ਆਹ ਬੰਦਾ ਉਸ ਲੈਵਲ 'ਤੇ ਚਲ ਗਿਆ ਤਾਂ ਜਦ ਇਹ ਜੇ 85 ਤੇ ਗਿਆ ਤਾਂ ਇੱਧਰ ਵਾਲੇ ਨੂੰ ਲਿਆ ਕੇ 90 ਤੇ ਉਹ ਜਿਤਾਤਾ। ਠੀਕ ਹੈ, ਇਹ ਬੰਦੇ ਨੇ ਜਿਹੜੀ ਖੁਸ਼ੀ ਮਨਾਈ ਹੈ ਇੱਥੇ ਲੈ ਕੇ, ਇੱਥੇ ਜਾਣ ਦੀ, ਜਾਂ ਉਹਦਾ ਜਿਹੜਾ ਕੰਮ ਸੀਗਾ ਉਹ ਉੱਥੇ ਲੈ ਗਏ, ਉਹਦੇ ਲਈ ਇਹਨਾਂ ਦੇ ਪਹਿਲੇ ਜਿਹੜੀ ਮਸ਼ੀਨ ਹੈਗੀ 5% ਉਹਨੂੰ ਉੱਤੇ ਕਰਕੇ ਉਹਨੂੰ ਜਿਤਾਤਾ। ਇਹ ਬੰਦਾ ਹੁਣ ਕੋਰਟ 'ਚ ਨਹੀਂ ਜਾ ਸਕਦਾ। ਹੁਣ ਕਹਿੰਦੇ ਇੱਕਦਮ ਕਿੱਦਾਂ ਉਹ ਜੀ ਕੁਛ ਪਿੰਡਾਂ ਦੇ ਵੋਟਾਂ ਇੱਧਰ ਪਾਤੀਆਂ। ਮਤਲਬ ਕਹਿਣ ਦਾ ਮੇਰਾ ਭਾਵ ਹੈ ਕਿ ਹੇਰਾਫੇਰੀ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਇਹ ਢੰਗ ਨਾਲ EV ਮਸ਼ੀਨਾਂ ਨੂੰ ਇਹ ਯੂਜ਼ ਕਰਕੇ ਲੋਕਾਂ ਨੂੰ ਉਹਦੇ 'ਚ ਆਊਟ ਕਰ ਦੇਣਾ, ਪਰ ਇਸ ਲੈਵਲ ਦੇ ਲੋਕ ਰੌਲਾ ਨਾ ਪਾਉਣ। ਫਿਰ ਮਤਲਬ ਮਸ਼ੀਨ ਨੂੰ ਸਹੀ ਦੱਸਣਾ ਅਤੇ ਉਹਦਾ ਮਤਲਬ ਉਹਦੀ ਗ੍ਰਾਫ ਘਟਾ ਕੇ ਇੱਕ ਦੂਜੇ ਨੂੰ ਜਿੱਤਣ ਦਾ ਕੰਮ ਕਰਦੇ ਆ। ਅਤੇ ਉਹ ਹੁਣ ਚੱਲਣ ਡਿਆ ਆ। ਅਤੇ ਹੁਣ ਆਉਣ ਵਾਲੀਆਂ ਮਸ਼ੀਨਾਂ ਦੇ ਵਿੱਚ ਜਿਹੜਾ ਇੱਥੇ ਸਿਸਟਮ ਹੈ ਸਾਰਾ, ਉਹਨੂੰ ਸਿਰਫ ਬੈਲਟ ਪੇਪਰ ਨਾਲ ਹੋਣਾ ਚਾਹੀਦਾ, ਕਿਉਂਕਿ ਲੋਕਾਂ ਦਾ ਸ਼ੱਕ, ਬਹੁਤਿਆਂ ਲੋਕਾਂ ਦਾ ਸ਼ੱਕ ਸੱਚਾਈ 'ਚ ਹੀ ਗਿਣਿਆ ਜਾਊਗਾ। ਠੀਕ ਹੈ, ਅਤੇ ਉਹ ਜਿਹੜਾ ਬਹੁਤਿਆਂ ਲੋਕਾਂ ਦਾ ਸੱਚ ਜਿਹੜਾ ਇੱਧਰ ਖੜਦੇ ਆ, ਉਹ ਬਹੁਤੇ MP ਜਿਹੜੇ ਆ ਉਹ ਜਦ ਜਿੱਤਦੇ ਆ ਤਾਂ ਲੋਕਾਂ ਨੂੰ ਸ਼ੱਕ ਵੱਧ ਜਾਂਦੇ ਸਾਰੇ ਕਿੱਦਾਂ ਜਿੱਤ ਗਏ। ਬਿਲਕੁਲ ਠੀਕ ਨਹੀਂ। ਜੇ ਕੋਈ ਪੈਰਲਲ ਇਹ ਨਹੀਂ ਮੈਂ ਕਹਿੰਦਾ ਜਿੱਤ ਸਕਦੇ ਆ, ਪਰ ਮਸ਼ੀਨਾਂ ਵਿੱਚੋਂ ਕੱਢ ਦੇਣ, ਫਿਰ 2 ਵਾਰੀ ਇਲੈਕਸ਼ਨਾਂ ਕਰਕੇ ਦੇਖ ਲੈਣ, ਲੋਕਾਂ ਦਾ ਸ਼ੱਕ ਸਾਹਮਣੇ ਆ ਜਾਊਗਾ ਅਤੇ ਇਹਨਾਂ ਨੂੰ ਪਤਾ ਲੱਗੂ ਕਿਸ ਪਾਣੀ 'ਚ। ਬਿਲਕੁਲ ਠੀਕ ਨਹੀਂ। ਸਾਡਾ ਹੱਕ ਤਾਂ ਡੈਮੋਕ੍ਰੇਸੀ ਇਹੀ ਹੈ ਨਾ। ਉਹਨਾਂ ਦੀ ਗੱਲ ਤਾਂ ਸੁਣੋ। ਜੇ ਤੁਸੀਂ ਡੈਮੋਕ੍ਰੇਸੀ ਦੀ ਜਿਹੜੀ ਗੱਲ ਹੈ ਵੀ ਜਿਹਨਾਂ ਦੇ ਨਾਲ ਪੁਲਿਸ ਤੁਰਦੀ ਹੋਵੇ, ਉਹ ਡੈਮੋਕ੍ਰੇਸੀ ਦੇ ਵਿੱਚ ਹੈ ਨਹੀਂ। ਜਿਹਨਾਂ ਦੇ ਨਾਲ ਪੁਲਿਸ ਗਾਈਡ, ਜਿਹਦੀ ਪੁਲਿਸ ਸਿਕਿਉਰਿਟੀ ਦੇ ਅੰਡਰ ਚੱਲਦੇ ਹੋਣ, ਉਹ ਡੈਮੋਕ੍ਰੇਸੀ ਦੇ ਵਿੱਚ ਹੈ ਨਹੀਂ। ਬਿਲਕੁਲ ਜੀ, ਇਹ ਆਪਾਂ ਗੱਲ ਕਰ ਰਹੇ ਸੀਗੇ EVM ਮਸ਼ੀਨਾਂ ਦੀ। ਅਸਲ ਦੇ ਵਿੱਚ ਲੋਕਤੰਤਰ ਦਾ ਘਾਣ ਦਿਖਾਈ ਦੇ ਰਿਹਾ। ਸ਼ੱਕ ਜ਼ਾਹਰ ਕੀਤੀ ਜਾ ਰਹੀ ਹੈ ਕਿ ਜਦੋਂ ਹਰ ਇਨਸਾਨ ਚਾਹੁੰਦਾ ਕਿ ਮੈਂ ਆਪਣੇ ਉਮੀਦਵਾਰ ਨੂੰ ਮੈਂ ਮੋਹਰ ਲਾਉਣੀ ਚਾਹੁੰਦਾ ਹਾਂ, ਪੇਪਰ ਦੇ ਉੱਤੇ ਮੋਹਰ ਲਾਉਣੀ ਚਾਹੁੰਦਾ ਵੀ ਮੈਂ ਇਸ ਉਮੀਦਵਾਰ ਦੇ ਹੱਕ ਦੇ ਵਿੱਚ ਵੋਟ ਕਰਨੀ ਚਾਹੁੰਦਾ, ਪਰ ਇਹ ਜਿਹੜਾ ਬਟਨ ਸਿਸਟਮ ਹੈ, ਜਿਹੜਾ ਬਿਜਲੀ ਵਾਲਾ, ਜਿਹੜਾ ਇਲੈਕਟ੍ਰੋਨਿਕ ਸਿਸਟਮ, ਜਿਹੜਾ EVM ਮਸ਼ੀਨਾਂ ਜਿਹੜੀਆਂ ਹੈਗੀਆਂ,
ਉਹਦੇ ਨਾਲ ਹਰ ਇੱਕ ਨੂੰ ਸ਼ੱਕ ਹੈ ਉਹ ਕਿਤੇ ਵੀ ਸੈਟਿੰਗ ਕੀਤੀ ਜਾ ਸਕਦੀ। ਇਹ ਲੋਕਤੰਤਰ ਦਾ ਕਾਣ ਦਿਖਾਈ ਦੇ ਰਿਹਾ। ਜਿਵੇਂ ਹਲਕੀ ਜਿਹੀ ਗੱਲ ਛੇੜਨ ਦੀ ਕੋਸ਼ਿਸ਼ ਕੀਤੀ ਨੌਰਵੇ ਸਾਹਿਬ ਹੋਣਾ ਨੇ ਕਿ ਜਿਸ ਲੀਡਰ ਦੇ ਨਾਲ ਸਿਕਿਉਰਿਟੀ ਹੈ, ਪੁਲਿਸ ਹੈ, ਉਹ ਵੀ ਸਾਡੇ ਲਈ ਸ਼ੱਕੀ ਹੈ, ਉਹ ਲੋਕਾਂ ਦੇ ਹੱਕ ਦਾ ਕੰਮ ਨਹੀਂ ਕਰਦਾ, ਇਸੇ ਕਰਕੇ ਉਹ ਆਪਣੀ ਜਾਨ ਬਚਾਉਣ ਦੇ ਲਈ ਉਹ ਆਪਣੀ ਸਿਕਿਉਰਿਟੀ ਰੱਖਦਾ ਹੈ। ਤੇ ਨਾਲ ਨੌਰਵੇ ਸਾਹਿਬ ਹੋਣਾ ਤੋਂ ਇਹ ਗੱਲ ਆਪਾਂ ਲੋਕਾਂ ਦੇ ਮਤਦਾਨ, ਉਹ ਵੋਟ ਪਾ ਕੇ ਉਮੀਦਵਾਰ ਨੂੰ ਜਿਤਾਉਂਦੇ ਹਰਾਉਂਦੇ, ਉਹ ਗੱਲ ਵੱਖਰੀ ਹੈ ਹੀ। ਲੋਕਾਂ ਦਾ ਮਾਨਸਿਕ ਲੈਵਲ ਕਿੱਥੇ ਅੱਜ ਦਾ ਦਿਖਾਈ ਦੇ ਰਿਹਾ ਜਾਂ ਉਹਨਾਂ ਨੂੰ ਕੀ ਕਰਨ ਦੀ ਲੋੜ, ਕਿਉਂਕਿ ਇਹ ਸਮਾਂ ਜਿਹੜਾ ਹੈ ਆਪਣੇ ਕੋਲ ਥੋੜੇ ਮਿੰਟ ਬਚਦੇ ਨੇ ਅੱਜ ਦੇ ਇਹ ਵਿਚਾਰ ਚਰਚਾ ਦੇ। ਇਹਦੇ ਤੇ ਵਿਚਾਰ ਚਰਚਾ ਜਾਂਦੇ ਜਾਂਦੇ ਇਹ ਆਪਾਂ ਕਰ ਲਈਏ ਕਿ ਜਿਨ੍ਹਾਂ ਲੀਡਰਾਂ ਨੇ ਪਿਛਲੇ 5 ਸਾਲ ਤੋਂ ਪਹਿਲਾਂ ਜਦੋਂ ਉਹਨਾਂ ਨੇ ਵਾਅਦੇ ਕੀਤੇ ਹੁੰਦੇ ਉਹਨਾਂ ਚੋਂ ਇੱਕ ਵੀ ਪੂਰਾ ਨਹੀਂ ਕੀਤਾ ਹੁੰਦਾ ਜਾਂ ਬਹੁਤੇ ਨਹੀਂ ਕੀਤੇ ਹੁੰਦੇ, ਜਾਂ ਉਹਨਾਂ ਨੇ ਰੇਤ ਮਾਫੀਆ ਜਾਂ ਤਰ੍ਹਾਂ ਤਰ੍ਹਾਂ ਦੇ ਨਸ਼ੇ ਮਾਫੀਆ ਉਹਨਾਂ ਨੂੰ बढ़ावा ਦਿੱਤਾ ਜਾਂਦਾ ਤੇ ਲੋਕ ਫਿਰ ਉਹਨਾਂ ਹੀ ਜਦੋਂ ਉਹ ਦੁਬਾਰਾ ਫਿਰ ਪਿੰਡਾਂ ਸ਼ਹਿਰਾਂ ਦੇ ਵਿੱਚ ਆਉਂਦੇ ਨੇ ਤੇ ਉਹਨਾਂ ਦਾ ਬੜਾ ਮਾਣ ਸਤਿਕਾਰ, ਫੁੱਲ ਸਿੱਟਦੇ ਨੇ, ਫੁੱਲਾਂ ਦੇ ਹਾਰ ਪਾਉਂਦੇ ਨੇ। ਇਹ ਲੋਕ ਕੀ ਆਪਣੇ ਆਪ ਨੂੰ ਮਾਨਸਿਕ ਗੁਲਾਮ ਹੀ ਹੋ ਚੁੱਕੇ ਨੇ ਉਹਨਾਂ ਲੀਡਰਾਂ ਦੇ, ਜਾਂ ਉਹ ਲੋਕਤੰਤਰ ਦੀ ਪਰਿਭਾਸ਼ਾ ਭੁੱਲ ਗਏ ਨੇ? ਉਹ ਆਪਣੇ ਲੋਕਤੰਤਰ ਤਰੀਕੇ ਦੇ ਨਾਲ ਉਹਨਾਂ ਨੂੰ ਵੱਡੇ ਵੱਡੇ ਸਵਾਲ ਕਰ ਸਕਦੇ ਨੇ, ਭਾਈ ਸਾਹਿਬ ਵੀ ਤੁਸੀਂ ਪਿਛਲੀਆਂ ਚੋਣਾਂ ਦੇ ਦੌਰਾਨ ਜਾਂ ਪਿਛਲੇ 5 ਸਾਲ ਪੀਰੀਅਡ ਦੇ ਦੌਰਾਨ ਲੋਕ ਪੱਖੀ ਕੰਮ ਨਹੀਂ ਕੀਤੇ, ਇਸ ਕਰਕੇ ਅਸੀਂ ਤੁਹਾਨੂੰ ਪਸੰਦ ਨਹੀਂ ਕਰਦੇ। ਇੱਦਾਂ ਦੀ ਚਰਚਾ ਵੀ ਲੋਕ ਕਰ ਸਕਦੇ ਨੇ। ਇਹਦੇ ਲਈ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਉਹਨਾਂ ਹੀ ਕਰਪਟ ਲੀਡਰਾਂ ਦੇ ਹਾਰ ਪਾਉਂਦੇ ਨੇ, ਸਤਿਕਾਰ ਕਰਦੇ ਨੇ, ਉਹਨਾਂ ਨੂੰ ਜੀ ਆਇਆਂ ਕਹਿੰਦੇ ਨੇ, ਸੋਫਿਆਂ ਤੇ ਬਿਠਾਲ ਕੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਪਕਵਾਨ ਖਿਲਾਉਂਦੇ ਨੇ, ਕੀ ਕਹਿਣਾ ਚਾਹੋਗੇ ਇਹਦੇ ਲਈ? ਨਹੀਂ, ਉਹਦੇ 'ਚ ਜਿਹੜਾ ਜਦੋਂ ਆਪਾਂ ਨਾ ਇੱਕ ਪਹਿਲਾਂ ਹੀ ਗੱਲ ਕਰ ਚੁੱਕੇ ਵੀ ਜਿਹੜਾ ਕਰਪਟ ਸਿਸਟਮ ਹੈ, ਠੀਕ ਹੈ, ਜਿਹੜਾ ਸਿਸਟਮ ਜਦ ਕਰਪਟ ਹੈ ਤੁਹਾਡਾ, ਜਿਹੜਾ ਲੀਡਰਸ਼ਿਪ ਕਰਪਟ ਆ, ਲੀਡਰਸ਼ਿਪ ਕਰਪਟ ਨਹੀਂ, ਜਿਹੜਾ ਕਰਪਸ਼ਨ ਜਿਹੜੇ ਨਾਲ ਬੰਦੇ ਉਹ ਬੰਦਿਆਂ ਨਾਲ ਹੀ ਕਰਪਸ਼ਨ ਕਰ ਸਕਦੇ ਨਾ, ਉਹਨਾਂ ਦੀ ਸਪੋਰਟ ਨਾਲ ਹੀ ਕਰ ਸਕਦੇ। ਫੋਰ ਆਪਾਂ ਰੇਤੇ ਦੀ ਗੱਲ ਕਰੀਏ, ਚਲੋ ਈਜ਼ੀ ਮੈਥਡ, ਜਿਨ੍ਹਾਂ ਨੇ ਰੇਤਾ ਚੋਰੀ ਕਰਨਾ, ਇਹ ਜਿਹੜਾ ਚੀਫ ਮਿਨਿਸਟਰ ਜਾਂ ਹੋਰ ਹੈ ਉਹਨਾਂ ਨੇ ਇਲੈਕਸ਼ਨ ਨਹੀਂ ਲੜਨੀ, ਉਹਨਾਂ ਨੇ ਇੱਕ ਬਿਆਨਬਾਜ਼ੀ ਤੁਹਾਡੇ ਵਿੱਚ ਕਰਨੀ ਆ, ਤੁਹਾਨੂੰ ਸਾਫ ਸੁਥਰੇ ਦੱਸ ਕੇ ਤੁਹਾਡੀ ਉਹ ਚੀਜ਼ਾਂ ਕਰਨੀਆਂ ਜਿਹੜੀ ਲੋਕ ਚਾਹੁੰਦੇ ਆ, ਉਹ ਤੁਹਾਨੂੰ ਦੱਸਣੀਆਂ। ਤਾਂ ਤੁਸੀਂ ਜਿਹੜਾ ਯਕੀਨ ਹੈ ਉਹਨਾਂ ਗੱਲਾਂ 'ਤੇ ਕਰਦੇ ਆ, ਜਿਹੜਾ ਉਹਨਾਂ ਨੇ ਤੁਹਾਨੂੰ ਦੱਸਿਆ ਵੀ ਅਸੀਂ ਇਹ ਕਰਾਂਗੇ, ਇਹ ਕਰਾਂਗੇ, ਆਹ ਕਰਾਂਗੇ, ਉਹ ਜਿਹੜੀਆਂ 5-4 ਗੱਲਾਂ ਤੁਹਾਨੂੰ ਦੱਸਦੇ ਆ, ਅਸੀਂ ਉਹਦੇ 'ਤੇ ਕਰਨੀਆਂ। ਹਾਂ, ਹੁਣ ਦੂਸਰੀ ਗੱਲ ਆ ਜਾਂਦੀ ਹੈ, ਤੁਸੀਂ ਉਹਨਾਂ ਲੀਡਰਾਂ ਨੂੰ 2 ਸਾਲ ਬਾਅਦ ਜਾ ਕੇ ਪੁੱਛੋ ਵੀ ਕਿਹੜੀ ਕਿਹੜੀ ਤੁਸੀਂ ਗੱਲ ਕੀਤੀ ਸੀ, ਉਹਨਾਂ ਨੂੰ ਉਹ ਯਾਦ ਨਹੀਂ ਹੈਗੀ, ਉਹ ਗੱਲ ਭੁੱਲ ਜਾਂਦੇ ਆਪਣੀ ਕੀਤੀ, ਉਹ ਤਾਂ ਉਹ 5 ਸਾਲ ਕਿੱਦਾਂ ਪੂਰਾ ਕਰੂਗੇ? ਇੱਕ ਤਾਂ ਨੰਬਰ ਇਹ। ਨੰਬਰ 2 ਦੇ ਉੱਤੇ ਉਹਨਾਂ ਦੇ ਜਿਹੜੇ ਸਪੋਰਟਰ ਆ, ਉਹ ਸਪੋਰਟਰ ਇੰਨੇ ਕਰਪਟ ਆ, ਕਿਉਂਕਿ ਹਿੰਦੁਸਤਾਨ ਦੇ ਵਿੱਚ ਕਰਪਟ ਕਿਤੇ ਇਹ ਨਹੀਂ ਵੀ ਇੱਕ ਬੰਦਾ ਕਰਪਟ ਆ, ਵੋਟਰ ਵੀ ਕਰਪਟ ਆ। ਵੋਟਰ ਕਰਪਟ ਦੇ ਵਿੱਚ ਇਹ ਆ ਵੀ ਜਿਨ੍ਹਾਂ ਨੇ ਉਹਦਾ ਲਾਲਚ ਨਾਲ ਉਹ ਤੋਂ ਕੰਮ ਕਰਵਾਉਣਾ, ਉਹਨਾਂ ਨੇ ਉਹਨੂੰ ਜਿਤਾਉਣਾ। ਸਮਗਲਰਾਂ ਵੀ ਉਹਦੇ ਵਿੱਚ ਆ, ਬੱਸ ਸਿਸਟਮ ਵੀ ਆ, ਟਰਾਂਸਪੋਰਟ ਸਾਰਾ ਸਿਸਟਮ ਉਹਦੇ ਵਿੱਚ ਆ, ਮਾਫੀਆ ਜਿਹੜਾ ਉਹ ਵੀ ਉਹਦੇ ਵਿੱਚ ਆ, ਰੇਤਾ ਬਜਰੀ ਵਾਲਾ ਸਾਰਾ ਸਿਸਟਮ ਹੈ, ਅਲਕੋਹਲ ਸਿਸਟਮ ਹੈ, ਉਹਦੇ ਵਿੱਚ ਜਿੱਥੇ ਵੀ ਪੈਸਾ ਗੌਰਮੈਂਟ ਕਮਾਉਂਦੀ ਆ, ਉਹਦੇ ਗੌਰਮੈਂਟ ਕਮਾਉਣ ਦੇ ਨਾਲ ਹੀ ਇੱਕ ਸਿਸਟਮ ਵਿੱਚ ਇੱਦਾਂ ਦਾ ਐਡ ਨਾਲ ਹੁੰਦਾ, ਜਿਨ੍ਹਾਂ ਦੇ ਉਹ ਠੇਕੇ ਆ, ਜਿਹੜੇ ਸ਼ਰਾਬ ਬਣਾਉਂਦੇ ਆ ਉਹ ਆ ਗਏ, ਜਿਹੜੇ ਰੇਤਾ ਪਿਛਲੇ ਸਾਲ ਢੋਂਦੇ ਸੀਗੇ ਉਹ ਅਗਲੇ 5 ਸਾਲਾਂ ਲਈ ਜਿਹਨਾਂ ਦੇ ਨਹੀਂ ਢੋਣ ਦਿੱਤਾ ਉਹ ਆ ਕੇ ਤੁਹਾਡੇ 'ਚ ਐਂਟਰ ਕਰ ਜਾਂਦੇ ਆ। ਡਰੱਗ ਵੇਚਣ ਵਾਲੇ ਜਿਹਨਾਂ ਨੂੰ ਤੁਹਾਡੀ ਪੁਲਿਸ ਨੇ ਫੜ ਲਿਆ, ਉਹ ਜਗ੍ਹਾ ਜਿਹੜੀ ਵਿਹਲੀ ਹੋਈ ਆ ਉਹ ਇਹਨਾਂ ਦੇ ਬੰਦੇ ਲੱਗ ਜਾਂਦੇ ਆ, ਜਿਹਨਾਂ ਨੂੰ ਕੱਢਿਆ ਉਹਦੀ ਥਾਂ ਅਪੋਜਿਟ ਗਰੁੱਪ ਦੇ ਜਿਹੜੇ ਤੁਹਾਡੇ ਗਰੁੱਪ ਦੇ ਉਹ ਐਂਟਰ ਕਰ ਜਾਣੇ, ਉਹਨਾਂ ਦੇ ਗਰੁੱਪ ਦੇ ਤੁਸੀਂ ਬਾਹਰ ਕੱਢਦੇ। ਹੁਣ ਇੱਥੇ ਗਰੁੱਪਬਾਜੀ ਨੂੰ ਸਾਫ਼ ਕਰਨ ਲਈ ਬੰਦੇ ਹੀ ਕੰਮ ਕਰਦੇ ਆ ਥੱਲੇ ਥੱਲੇ, ਅਤੇ ਉਹ ਵੋਟਾਂ ਨਾ ਕਰਦੇ ਆ, ਠੀਕ ਹੈ। ਉਹ ਜਿਹੜੇ ਬੰਦੇ ਆ ਉਹਨਾਂ ਦਾ ਗਰੁੱਪ ਇੰਨਾ ਹੈਵੀ ਹੋ ਜਾਂਦਾ ਕਿ ਉਹ ਜਿਹੜਾ ਪ੍ਰਧਾਨ ਮੰਤਰੀ ਜਾਂ ਚੀਫ ਮਿਨਿਸਟਰ ਚੁਣਦੇ ਆ ਨਾ, ਉਹ ਕਰਪਟ ਹੋਣ ਦੀ ਵਜ੍ਹਾ ਕਰਕੇ ਇਹ ਸਾਰਾ ਢਾਂਚਾ ਵਿਗੜਿਆ। ਅਤੇ ਜਦੋਂ ਮੈਂ ਹੀ ਕਰਪਟ ਆ ਤਾਂ ਮੈਂ ਵੋਟ ਵੀ ਕਰਪਟ ਨੂੰ ਹੀ ਪਾ ਸਕਦਾ ਬੜੇ ਆਰਾਮ ਨਾਲ। ਜੇ ਮੈਂ ਹੀ ਉਹ 'ਤੇ ਲੋਕ ਸਾਡੇ ਸਿਸਟਮ ਦੇ ਵਿੱਚ ਜਿਹੜਾ ਅਸੀਂ ਪਾਉਂਦੇ ਨਾ ਇੱਕ ਡੱਬਾ ਇੱਕ ਅੰਦਰ ਰੱਖੇ ਹੋਏ, ਇਹ 'ਚ ਮੈਂ ਕਿਸੇ ਨੂੰ ਵੀ ਨਹੀਂ ਪਸੰਦ ਕਰਦਾ, ਉਹ ਹੈਗਾ, ਪਰ ਅਸੀਂ ਫਿਰ ਵੀ ਕਿਸੇ ਨਾ ਕਿਸੇ ਨੂੰ ਪਸੰਦ ਕਰਦੇ ਹਾਂ, ਜਾਂ ਕਿਸੇ ਰਿਸ਼ਤੇਦਾਰ ਦੇ ਥਰੂ ਜਾਂ ਕਿਸੇ ਦੋਸਤ ਦੇ ਥਰੂ। ਅਤੇ ਉਹ ਜਦ ਤੱਕ ਉਹ ਕਲੀਅਰ ਨਹੀਂ ਹੁੰਦਾ, ਜਿਹੜੇ ਹੋਰ ਕੰਟਰੀ ਆ ਉਹਦੇ ਵਿੱਚ ਇੱਦਾਂ ਨਹੀਂ ਹੈਗਾ, ਉਹ ਬੰਦੇ ਜਿਹੜੇ ਨਾ ਉਹਨੂੰ ਸਿਲੈਕਟ ਕਰਦੇ, ਕਿਸੇ ਪਾਰਟੀ ਦਾ ਉਹਦੀ ਗੱਲ ਸੁਣਦੇ। ਅਸੀਂ ਉਹਦੇ ਗੱਲ ਤੱਕ ਨਹੀਂ ਦਿੰਦੇ, ਅਸੀਂ ਉਹਦੇ ਕੰਮ ਨੂੰ ਵਿੱਚ ਆਖਦੇ ਹਾਂ। ਜੇ ਉਹ ਕਹਿੰਦਾ ਮੈਂ ਕੱਲ੍ਹ ਨੂੰ ਤੁਹਾਨੂੰ ਬਿਜਲੀ ਫਰੀ ਦੇ ਦਿੰਦਾ, ਤਾਂ ਅਸੀਂ ਉਹਦੀ ਬਿਜਲੀ ਫਰੀ ਵੱਲ ਧਿਆਨ ਲੈ ਦਿੰਦੇ ਹਾਂ। ਹੁਣ ਇਹ ਨਹੀਂ ਸੋਚਦੇ ਚਲਾਊਗਾ ਕਿੱਦਾਂ, ਬਿਜਲੀ ਜੇ ਫਰੀ ਦੇ ਦਿੱਤੀ ਤਾਂ ਉਹਦਾ ਖਰਚਾ ਕਿੱਦਾਂ ਪੂਰਾ ਹੋਊਗਾ। ਉਹ ਲੋਕ ਇਹ ਸੋਚਦੇ ਆ ਸਾਡੇ ਇੱਥੇ ਮਾਰੋ ਗੋਲੀ ਉਹਨੂੰ, ਜਿੱਥੋਂ ਮਰਜ਼ੀ ਚੋਰੀ ਨਾਲ ਲਿਆਵੇ, ਜਿੱਦਾਂ ਮਰਜ਼ੀ ਲਿਆਵੇ, ਸਾਨੂੰ ਬਿਜਲੀ ਮਿਲਦੀ ਹੈ।
जब तुहाडा ये लैवल तुसीं चकदे नहीं ते उदों तक तो यही हाल रहूगा। जे वो कहने जी बिजली हैगा सेंटर का काम, मेरे को बिजली है नहीं, जब मैं सीट ते बैठूंगा मैं डिवाइड करन दे विच होऊगा भी एक बंदा गरीब है उहदा तो लैवल देख सकदा, उत्थे तो मैं कुछ थल्ले कर सकदा, उदा मैं तुहानूं सारी बिजली नहीं फ्री दे सकदा। इदां खाण का सिस्टम, जो तुसीं खुद कमाउणा किन्नी तुहाडी इनकम है, तुहाडा इनकम का टैक्स होऊगा, उहदे हिसाब नाल तुहाडा टैक्स लिया जाऊगा, तुहाडा गरीबी का पता लग जिहदा उहदे थल्ले आ ਉਹਨੂੰ ਤੁਸੀਂ ਗੌਰਮੈਂਟ ਨੂੰ ਖਰਚਾ ਦਊਗੀ। ਹੁਣ ਜਿਹੜਾ ਤੁਸੀਂ ਜਿਹੜੀ ਆ ਗੱਲ ਕੀਤੀ ਹੈ ਨਾ ਉਹਦੇ ਵਿੱਚ ਮੇਨ ਟਾਰਗੇਟ ਜਿਹੜਾ ਇੱਕ ਗੈਂਗਸਟਰ ਸਿਸਟਮ, ਇੱਕ ਮਾਫੀਆ ਸਿਸਟਮ ਇਲੈਕਸ਼ਨ ਦੇ ਵਿੱਚ ਇਨਵੋਲਵ ਹੁੰਦਾ, ਉਹ ਫਿਰ ਲੋਕਾਂ ਨੂੰ ਚੱਕ ਚੱਕ ਕੇ ਪਿੱਛੇ ਲਾਉਂਦੇ ਆ। ਜਾਂ ਜਿਹੜਾ ਕੋਈ ਉੱਪਰ ਲੀਡਰ ਉਹ ਤਾਂ ਕਦੀ ਬਦਲ ਦਿੰਦਾ ਦੇਖਿਆ ਨਹੀਂ। ਉਹਨਾਂ ਦੇ ਜਿਹੜੇ ਥੱਲੇ ਆ ਨੰਬਰ 2 'ਤੇ ਉਹ ਫਿਰ ਲੋਕਾਂ ਨੂੰ ਜਿੱਦਾਂ ਦੇ ਲੋਕ ਹੋਣ ਉੱਦਾਂ ਦੀ ਚੀਜ਼, ਜਿੱਦਾਂ ਦਾ ਘਰ ਆ, ਜੇ ਉਹਦਾ ਟੁੱਟਾ ਘਰ ਆ ਤੁਹਾਨੂੰ 1 ਬੋਤਲ, ਜੇ ਕੋਈ ਪੱਥਰ ਥੋੜ੍ਹਾ ਜਿਹਾ ਬੜਾ ਕੀਤਾ ਉਹਨੂੰ 5 ਬੋਤਲਾਂ। ਮਤਲਬ ਇਹਨਾਂ ਨੇ ਉਹਦਾ ਲੈਵਲ ਦੇਖ ਕੇ ਸਾਰਾ ਡਿਸਾਈਡ ਕਰਦੇ। ਉਹੀ ਫਿਰ ਉਹਦੇ ਨਾਲ ਸਾਡੇ ਤੇ ਪ੍ਰਧਾਨ ਮੰਤਰੀ, ਚੀਫ ਮਿਨਿਸਟਰ ਜਿਹੜੇ ਬਣ ਕੇ ਆਉਂਦੇ ਉਹ ਆਉਂਦੇ ਆ। ਸਾਰਾ ਬੇਸ ਸਾਡਾ, ਮੈਂ ਪਹਿਲਾਂ ਹੀ ਕਿਹਾ, ਉਹ ਥੰਮ ਸਾਡਾ ਜਿਹੜਾ ਹਿਲਦਾ ਨਾ, ਉਹ ਥੱਲੇ ਜਿਹੜਾ ਬੇਸ ਆ ਉਹ ਸਕੂਲ ਲੈਵਲ ਤੋਂ ਆਪਾਂ ਰੈਡੀ ਕਰ ਸਕਦੇ ਹਾਂ। ਜੇ ਸਕੂਲ ਦੇ ਬੱਚੇ ਨੂੰ ਅਸੀਂ ਪਹਿਲਾਂ ਹੀ ਐਡਮਿਸ਼ਨ ਦਵਾਉਣ ਵੇਲੇ ਪੈਸੇ ਦੇ ਦਿੱਤੇ ਤਾਂ ਫਿਰ ਉੱਤੇ ਨਹੀਂ ਉਹ ਟਿਕਣਾ, ਉਹ ਡਿੱਗਣਾ ਹੀ ਡਿੱਗਣਾ। ਬੱਚਾ ਡਿੱਗੂਗਾ, ਜੇ 100 ਦੇ ਵਿੱਚੋਂ 5 ਡਿੱਗੂਗੇ, 10 ਡਿੱਗੂਗੇ, ਡਿੱਗਣਾ ਹੀ ਡਿੱਗਣਾ, ਉਹ ਨਹੀਂ ਉੱਪਰ ਜਾ ਸਕਦੇ। ਮਤਲਬ ਸਾਡੀ ਕਰਪਸ਼ਨ ਦਾ ਢੰਗ ਜਿਹੜੀ ਪੈਦਾਇਸ਼ੀ ਹੈ ਨਾ, ਸਾਡੀ ਮਾਂ ਜਿਹੜੀ, ਜਿਹਨੂੰ ਅਸਲੀ ਮਾਂ ਨਹੀਂ, ਜਿਹੜਾ ਸਾਡਾ ਇੱਕ ਢੰਗ ਆ ਬੇਸ, ਉੱਥੇ ਕਰਪਸ਼ਨ ਆ। ਉਹ ਕਿਹਨਾਂ ਨੇ ਪਾਈ? ਉਹ ਦਿਨ ਪਰ ਦਿਨ ਤੁਹਾਡੀ ਜਿਹੜੀ ਇਨਕਮ ਦੇ ਸਾਧਨ ਘੱਟਦੇ ਜਾਂਦੇ ਆ, ਤਨਖਾਹ ਘੱਟ ਆ, ਉਹਨੂੰ ਪੂਰੀ ਕਰਨ ਲਈ ਅਸੀਂ ਸਾਈਡ ਤੋਂ ਪੈਸਾ ਕਮਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਹਦੇ ਵਿੱਚ ਬਹੁਤ ਜ਼ਿਆਦਾ ਲੋਕ ਹਿੰਦੁਸਤਾਨ ਦੇ ਇਨਵੋਲਵ ਆ। ਉਹਨਾਂ ਉੱਦਾਂ ਉਹ ਘਰ ਦਾ ਖਰਚਾ ਨਹੀਂ ਚਲਾ ਸਕਦੇ। ਘਰ ਦਾ ਖਰਚਾ ਚਲਾਉਣ ਲਈ ਉਹਨਾਂ ਨੂੰ 2 ਨੰਬਰ ਦਾ ਕੰਮ ਕਰਨਾ ਪੈਂਦਾ। 2 ਨੰਬਰ ਦਾ ਕੰਮ ਕਰਨਾ ਤਾਂ ਉਹ ਫਿਰ 2 ਨੰਬਰ ਬੰਦਿਆਂ ਨਾਲ ਹੀ ਲੱਗਦੇ ਆ। ਸਾਫ ਸੁਥਰੀ ਦੀ ਐਂਟਰੀ ਹੈ ਨਹੀਂ। ਜੇ ਮੈਂ ਕਾਂਗਰਸ ਦੇ ਵਿੱਚ ਆਉਣਾ ਤਾਂ ਮੈਨੂੰ ਕਾਂਗਰਸ ਦਾ ਥਾਪੜਾ ਹੋਊਗਾ ਤਾਂ ਟਿਕਟ ਮਿਲਣੀ ਹੈ। ਇਹਦੇ ਉੱਤੇ ਆਪਾਂ ਫੇਰ ਕਿਤੇ ਕਰ ਸਕਦੇ ਹਾਂ। ਮਤਲਬ ਜਿਹੜਾ ਡੈਮੋਕ੍ਰੇਸੀ ਢੰਗ ਹੈ ਨਾ, ਉਹ ਬਣਦਾ ਕਿੱਦਾਂ ਪਹਿਲਾਂ ਤਾਂ ਹੀ ਚੱਲੂਗਾ। ਹੁਣ ਧਰਤੀ 'ਤੇ ਬੰਦਾ ਆਇਆ, ਬਣਿਆ ਕਿੱਦਾਂ ਉਹ ਨਹੀਂ ਜਾਂਦੀ ਸਾਨੂੰ ਪਤਾ। ਜਦ ਇਹ ਲੱਗਦਾ ਮੇਰੀ ਮਦਰ ਸੀਗੀ, ਮੇਰਾ ਫਾਦਰ ਸੀਗਾ, ਉਹ ਸਿਸਟਮ ਨੂੰ ਮਾਰੋ ਗੋਲੀ। ਉਹ ਸਿਸਟਮ 'ਤੇ ਆਓ ਵੀ ਜਿਹੜਾ ਬੰਦਾ ਬਣਿਆ ਕਿੱਦਾਂ। ਹੁਣ ਇਹੀ ਗੱਲ ਸਾਡੀ ਸਿਆਸਤ ਦੇ ਵਿੱਚ ਹੈ, ਇਹੀ ਸਾਡੇ ਲੋਕਾਂ ਦੇ ਵਿੱਚ ਹੈ। ਉਹ ਜਿਹੜਾ ਕਰਪਟ ਸਿਸਟਮ ਨੂੰ ਅਸੀਂ ਕਿੱਦਾਂ ਬਾਹਰ ਕੱਢਣਾ, ਤਾਂ ਕਿੱਦਾਂ ਆਇਆ, ਉੱਥੇ ਕਿਹੜੀ ਰੋਕ ਲੱਗਣੀ ਹੈ, ਉਹ ਹੈ ਨਹੀਂ। ਉਹ ਜਾਤ ਪਾਤ ਹੋਰ ਪੂਛ ਪਿੱਛੇ ਜਿਹੜੀ ਲੱਗੀ ਅੱਗੇ ਪਿੱਛੇ ਲਾਈਏ, ਉਹਦੇ ਨਾਲ ਉਹ ਸਾਰੇ ਸਿਸਟਮ ਨੂੰ ਵਿਗਾੜਿਆ ਪਿਆ। ਧਰਮ ਜਿਹੜਾ ਨਾ, ਉਹ ਧਰਮ ਦੀ ਗੱਲ ਬਿਲਕੁਲ ਹੋ ਰਿਹਾ, ਉਹ ਹੈਗਾ ਵਿਹਲੇ ਟਾਈਮ ਦਾ। ਬਿਲਕੁਲ ਬਿਲਕੁਲ। ਤੁਸੀਂ ਆਰਾਮ ਦੀ ਰੋਟੀ ਖਾਂਦੇ ਹੋਗੇ, ਧਰਮੀ ਬੰਦਾ ਉਹ ਵੀ ਨਹੀਂ ਹੋ ਸਕਦਾ ਜਿਹੜਾ ਮਰੇ ਪ੍ਰੋਬਲਮਾਂ 'ਤੇ ਮਰੇ, ਮੈਂਟਲੀ ਹੋਇਆ ਹੋਵੇ, ਕੰਮ ਨਹੀਂ, ਉਹਨੂੰ ਪੈਸਾ ਹੈ ਨਹੀਂ। ਕੋਈ ਗਰੀਬ ਬੰਦਾ ਧਰਮੀ ਨਹੀਂ ਹੈਗਾ। ਧਰਮੀ ਇੱਥੇ ਉਹ ਲੈਵਲ ਆਉਂਦਾ ਜਿਹੜਾ ਜਾ ਕੇ ਦਿਖਾਲਦਾ, ਆਹ ਚੱਕੋ ਜੀ ਪੈਸੇ, ਲੋਕ ਫਿਰ ਉਹ ਤੁਹਾਨੂੰ ਦੇ ਦੇ, ਇਹ ਬੜੇ ਪੈਸੇ ਦਿੱਤੇ ਆ। ਉਹ ਧਰਮੀ 'ਚ ਆਉਂਦੇ। ਉਹ ਪੈਸੇ ਦੇਣ ਵਾਲੇ ਪੈਸੇ ਕਮਾਏ ਕਿੱਦਾਂ, ਉਹ ਨਹੀਂ ਕੋਈ ਦੇਖਦਾ। ਉਹ ਨਹੀਂ ਦੇਖਦੇ। ਉਹ ਜਿਹੜਾ ਨਾ ਟਾਈਮ ਕਹਿੰਦੇ ਡੈਮੋਕ੍ਰੇਸੀ ਢੰਗ ਦੇ ਉੱਤੇ ਆਪਾਂ ਕਿਸੇ ਦਿਨ ਇਹਦੀ ਗੱਲ ਕਰ ਸਕਦੇ। ਬਿਲਕੁਲ। ਫਿਰ ਉਹਦਾ ਅਸੀਂ ਇਹਦਾ ਬੇਸ ਜਿਹੜਾ ਨਾ, ਸਾਨੂੰ ਪਤਾ, ਸਾਡੇ ਲੋਕਾਂ ਨੂੰ ਹਾਲੇ ਤੱਕ ਉਹ ਡੈਮੋਕ੍ਰੇਸੀ ਨਹੀਂ ਪਤਾ ਲੱਗੀ ਕਿਆ ਹੈ। ਬਿਲਕੁਲ। ਆਜ਼ਾਦੀ ਨੂੰ ਡੈਮੋਕ੍ਰੇਸੀ ਸਮਝ ਲੈਣਾ ਬੇਵਕੂਫੀ ਹੈ। ਬਿਲਕੁਲ ਜੀ। ਆਜ਼ਾਦੀ ਹੈ ਨਹੀਂ। ਜਦ ਮੇਰੇ ਨਾਲ ਪੁਲਿਸ ਤੁਰੀ ਆਉਂਦੀ ਹੈ, ਜੇ ਅਸੀਂ ਉੱਥੇ 10 ਬੰਦੇ ਇਕੱਠੇ ਹੁੰਦੇ ਤਾਂ ਪੁਲਿਸ ਵਾਲੇ ਆ ਜਾਂਦੇ ਆ। ਡੈਮੋਕ੍ਰੇਸੀ ਕਾਹਦੀ ਹੋਈ? ਉਹ ਤੁਹਾਡੀ ਨਿਗਾਹ ਲਈ ਹੈ। ਜਦੋਂ ਤੁਹਾਡੇ 'ਤੇ ਨਿਗਾਹ ਰੱਖੀ ਜਾਂਦੀ ਹੈ, ਫਿਰ ਤੁਹਾਡੀ 'ਤੇ ਚੋਰ ਦਾ ਧੱਬਾ ਤੁਹਾਡਾ 'ਤੇ ਆ ਜਾਊਗਾ ਪਹਿਲਾਂ ਹੀ। ਸ਼ਰਾਫਤ ਲਈ ਤਾਂ ਦੌੜ ਨਹੀਂ ਹੈਗੀ। ਜਦੋਂ ਤੁਸੀਂ ਚੋਰੀ ਕਰਨੀ, ਕੋਈ ਵੀ ਕੰਮ ਦੇ ਵਿੱਚ ਉਹਨਾਂ ਨੂੰ ਸ਼ੱਕ ਪੈ ਜਾਂਦੀ, ਇੱਥੇ ਕੋਈ ਚੋਰੀ ਨਾ ਹੋਵੇ, ਕੋਈ ਗੱਲ ਨਾ ਗਲਤ ਕਿਹਾ ਹੋ ਜਾਵੇ, 5 ਬੰਦੇ ਭੇਜ ਦਿਓ ਪੁਲਿਸ ਦੇ। ਜਿੱਥੇ ਵੀ ਜਲਸਾ ਜਲੂਸ ਹੁੰਦਾ ਉੱਥੇ ਪੁਲਿਸ ਆਉਂਦੀ ਹੈ। ਕਿਉਂ? ਅਸੀਂ ਡੈਮੋਕ੍ਰੇਸੀ ਮੁਲਕ ਨਹੀਂ ਰਹਿੰਦੇ। ਜਾਂ ਕਹੋ ਜੀ ਅਸੀਂ ਪਾਕਿਸਤਾਨ ਦਾ ਬਾਰਡਰ ਕ੍ਰੋਸ ਕਰਕੇ ਆਏ ਹਾਂ ਤਾਂ ਫਿਰ ਭਾਵੇਂ 2000 ਲਾ ਦਿਓ। ਜੇ ਇਹ ਜਾਂਦੇ ਆ ਬਾਹਰਲੇ ਮੁਲਕ 'ਚ ਵੀ, ਜੇ ਅਸੀਂ ਵੜ ਜਾਈਏ ਤਾਂ ਡੈਮੋਕ੍ਰੇਸੀ ਦੇ ਵਿੱਚ ਗਲਤ ਹੋ ਗਿਆ, ਪਾਕਿਸਤਾਨ ਚਲ ਗਿਆ। ਜਦੋਂ ਇਹ ਚੁੱਪ ਕਰਕੇ ਜਾ ਪੜੇ ਫਿਰ ਕੋਈ ਨਹੀਂ, ਫਿਰ ਬੜੇ ਸਿੱਧੇ ਕੰਮ ਉਹਨਾਂ ਨੂੰ ਹੀ ਭੈੜ ਕਰਕੇ ਆਉਂਦੇ। ਤੁਸੀਂ ਲੋਕ ਤਾਂ ਮਿਲ ਕੇ ਲੋਕਾਂ ਨੂੰ ਆ ਜਾਂਦੇ। ਨੌਰਬੀ ਸਾਹਿਬ, ਆਖਰ ਤੇ 1 ਮਿੰਟ ਦੇ ਵਿੱਚ ਕੀ ਕਹਿਣਾ ਚਾਹੋਗੇ ਕਿ ਲੋਕ ਉਹ ਅਸਲ ਲੋਕਤੰਤਰ, ਅਸਲ ਆਜ਼ਾਦੀ ਕਿਵੇਂ ਖਾਸ ਕਰਕੇ ਭਾਰਤ ਦੇ ਵਿੱਚ ਆਵੇ? ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਹੈ, ਭਗਤ ਸਿੰਘ ਨੇ ਦੁਬਾਰਾ ਨਹੀਂ ਆਉਣਾ। ਬਾਬੇ ਨਾਨਕ ਦੀ ਵਿਚਾਰਧਾਰਾ ਹੈ, ਬਾਬੇ ਨਾਨਕ ਨੇ ਸਾਡੇ ਕੋਲ ਸਰੀਰਕ ਤੌਰ ਤੇ ਨਹੀਂ ਆਉਣਾ। ਕੀ ਅੱਜ ਉਹਨਾਂ ਦੇ ਵਿਚਾਰਾਂ ਨੂੰ ਮੁੱਖ ਰੱਖ ਕੇ ਉਹਦੇ ਮੁਤਾਬਕ ਆਪਣੀ ਸੋਚ ਬਦਲਣ ਦੀ ਲੋੜ ਨਹੀਂ ਹੈ? ਕੀ ਕਹਿਣਾ ਚਾਹੋਗੇ? ਅਸਲ ਲੋਕਤੰਤਰ ਜਿਹੜਾ ਹੈ, ਉਹ ਲੋਕ ਦੇ ਅਸਲ ਆਜ਼ਾਦੀ ਦਾ ਨਿੱਘ ਕਿਵੇਂ ਮਾਣ ਸਕਣ? ਜਿਹੜੀ ਤੁਸੀਂ ਗੱਲ ਕਰਦੇ ਨਾ, ਉਹ ਗੱਲ ਮੁੜ ਕੇ ਉੱਥੇ ਆ ਜਾਂਦੀ ਹੈ। ਬਾਬੇ ਨਾਨਕ ਨੇ ਆਉਣਾ ਨਹੀਂ, ਬਾਬੇ ਨਾਨਕ ਨੂੰ ਆਉਣਾ ਪੈਣਾ।
ਇਹ ਸਾਡਾ ਢਾਂਚਾ ਅਸੀਂ ਇੰਨਾ ਵਿਗਾੜ ਚੁੱਕੇ ਹਾਂ। ਸ਼ਹੀਦ ਭਗਤ ਸਿੰਘ ਨੂੰ ਨਹੀਂ ਆਇਆ, ਉਹਨੂੰ ਆਉਣਾ ਪੈਣਾ, ਉਹਨੂੰ ਨਹੀਂ ਉਹ ਤੇ ਹੋਰ ਆਊਗਾ। ਮੇਰੇ ਕਹਿਣ ਤੋਂ ਭਾਵ ਸੀ ਉਹਨਾਂ ਦੀ ਵਿਚਾਰ ਅੱਜ ਵੀ ਇੱਥੇ ਸਾਡੇ ਕੋਲ ਇਤਿਹਾਸ ਹੈ ਉਹਨਾਂ ਦਾ। ਉਹ ਵਿਚਾਰ ਤੇ ਅਸੀਂ ਤੁਰਦੇ ਨਹੀਂ ਨਾ ਹੈਗੇ, ਤੁਰਦੇ ਨੇ ਜਦ ਚੱਲਦੇ ਨੇ ਤਾਂ ਫਿਰ ਵਿਚਾਰ ਤਾਂ ਕਿਤਾਬ 'ਚ ਪਈ ਆ। ਜਿੱਦਣ ਉਹਦਾ ਦਿਨ ਆ ਗਿਆ, ਕੋਈ ਸ਼ਹੀਦੀ ਦਿਨ ਆ ਗਿਆ ਜਾਂ ਜਨਮ ਦਿਨ ਆ ਗਿਆ, ਉਧਰ ਤੇ ਉਹਦੀ ਵਿਚਾਰ ਛੱਡ ਕੇ ਆਏ ਨਾ, ਤੇ 362 ਦਿਨ ਤਾਂ ਸਾਡੇ ਲੰਘ ਜਾਂਦੇ ਉੱਦਾਂ ਹੀ। ਬਿਲਕੁਲ ਬਿਲਕੁਲ, ਉਹੀ ਫੇਰ ਕਰਪਸ਼ਨ ਦੇ ਵਿੱਚ ਜਾਂ ਉਹਦੇ ਵਿੱਚ ਲੰਘ ਜਾਂਦੇ ਆ। ਜਿਹੜਾ ਆਉਂਦਾ ਉਹ ਵੀ ਇਹੀ ਦੇਖਦਾ ਕਿੰਨੇ ਕੁ ਬੰਦੇ ਆ ਉੱਥੇ ਵੱਧ ਤੋਂ ਵੱਧ ਇਕੱਠਾ ਕਰਨਾ। ਵੱਧ ਤੋਂ ਵੱਧ ਇਕੱਠਾ ਕਾਹਦੇ ਲਈ ਕਰਨਾ? ਲੋਕ ਆਪ ਆਉਣ, ਇਹਨਾਂ ਨੇ ਇਕੱਠੇ ਕਰਨੇ ਆ। ਸਕੂਲਾਂ 'ਚ ਛੁੱਟੀਆਂ, ਮਾਸਟਰਾਂ ਨੂੰ ਛੁੱਟੀਆਂ, ਪੁਲਿਸ ਨੂੰ ਛੁੱਟੀ, ਤੁਸੀਂ ਉੱਥੇ ਹਾਜ਼ਰੀ ਲਓ, ਪ੍ਰਾਈਵੇਟ ਬਣਾ ਜਾ ਕੇ ਪਹੁੰਚੋ, ਇਹਨਾਂ ਦੇ ਬੰਦੇ ਘੱਟ ਹੁੰਦੇ। ਉਹ ਜਿਹੜਾ ਸਿਸਟਮ ਹੈ ਨਾ, ਉਹ ਤਾਂ ਹੀ ਮੈਂ ਕਹਿੰਦਾ ਸਿਸਟਮ ਨੂੰ ਅਸੀਂ ਛੇੜਨ ਦੀ ਗੱਲ ਹੈ। ਉਹਨੂੰ ਬੇਸ ਜਿਹੜਾ, ਉਹ ਬੇਸ ਇਹ ਨਹੀਂ ਗੱਲ ਹੈ ਕਿ ਬੇਸ ਕਦੀ ਨਹੀਂ ਖਰਾਬ ਹੁੰਦਾ ਵੀ ਢਾਹ ਕੇ ਮਕਾਨ ਬਣਾਉਣਾ ਫਿਰ ਤੁਸੀਂ ਗਾਰੇ ਵਾਲਾ ਬਣਾ ਲੈਣਾ, ਨਹੀਂ ਤਾਂ ਫਿਰ ਸੀਮਟ ਹੀ ਸੋਚੋਗੇ। ਇੱਦਾਂ ਹੀ ਸਾਰਾ ਸਿਸਟਮ ਹੈ ਸਾਡਾ, ਵਿਗੜੇ ਉਹ ਸਿਸਟਮ ਹੈ। ਬਿਲਕੁਲ, ਕਿਉਂਕਿ ਅਸੀਂ ਗਰੀਬੀ ਤੋਂ ਉੱਠ ਕੇ ਆਣ ਰਹੇ ਹਾਂ। ਉੱਤੇ ਆ ਕੇ ਅਮੀਰੀ ਦੇ ਹੱਥ 'ਚ ਫਸ ਗਏ, ਤਾਂ ਪਿਲਰ ਸਾਡਾ ਥੱਲੇ ਗਾਰੇ 'ਚ ਫਸੇ ਆ। ਉੱਤੇ ਅਸੀਂ ਮਕਾਨ ਖੜ੍ਹਾ ਕਰ ਲਿਆ ਉਹਦੇ 'ਤੇ। ਸੋਚ ਸਾਡੀ ਤਾਂ ਹੀ ਨਹੀਂ ਹੈਗੀ ਕਿ ਉਹ ਅਸੀਂ ਉੱਥੋਂ ਝੁੱਗੀ ਬਣਾਈ, ਝੁੱਗੀ ਦੇ ਉੱਤੇ ਮਕਾਨ ਬਣਾ ਲਿਆ। ਜਦੋਂ ਅਸੀਂ ਪਹਿਲੀ ਵਾਰ ਬੇਸ ਵੱਟ ਕੇ ਨਹੀਂ ਕਮਜ਼ੋਰ ਹੈ। ਹਾਂ, ਉਹ ਸਿਸਟਮ ਜਿਹੜਾ ਨਾ ਸਾਡਾ। ਬਿਲਕੁਲ ਜੀ, ਸਾਡੇ ਲੋਕਤੰਤਰ ਦੀ ਜਿਹੜੀ ਉਹ ਨੀਂਹ ਹੈ ਉਹ ਲੋਕਾਂ ਦੇ ਹੱਥ ਦੇ ਵਿੱਚ ਹੈ, ਲੋਕਾਂ ਦੇ ਉੱਤੇ ਖੜੀ ਹੈ। ਬੜੀ ਅੱਜ ਗੰਭੀਰ ਚਰਚਾ ਅੱਜ ਕਰਨ ਦੇ ਵਾਸਤੇ ਅਸੀਂ ਪਹੁੰਚੇ ਸਨ। ਜਿਹੜੇ ਉੱਘੇ ਸਮਾਜ ਸੇਵਕ ਨੇ ਗੁਰਚਰਨ ਸਿੰਘ ਨੌਰਵੇ ਸਾਹਿਬ, ਬੁੱਧੀਜੀਵੀ ਨੇ, ਹਮੇਸ਼ਾ ਸਮਾਜ ਦੀ ਚਿੰਤਾ ਕਰਦੇ ਨੇ, ਭਾਵੇਂ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ, ਤੇ ਆਪਣੇ ਵਤਨ ਆਪਣੀ ਮਿੱਟੀ ਦੇ ਨਾਲ ਹਮੇਸ਼ਾ ਜੁੜੇ ਰਹਿੰਦੇ ਨੇ, ਜਿਨ੍ਹਾਂ ਦੇ ਨਾਲ ਬਰੀਕੀ ਦੇ ਨਾਲ ਲੋਕਤੰਤਰ ਦੀ ਪਰਿਭਾਸ਼ਾ, ਅਸਲ ਸ਼ਹੀਦਾਂ ਦਾ ਸੁਪਨਾ, ਸਾਡੇ ਗੁਰੂ ਸਾਹਿਬਾਨਾਂ ਦਾ ਉਹ ਜਿਹੜਾ ਸੁਪਨਾ ਸੀਗਾ ਕਿ ਸਾਡਾ ਦੇਸ਼ ਭਾਰਤ ਇੱਦਾਂ ਦਾ ਹੋਵੇ, ਦੇਸ਼ ਦੇ ਲੋਕ ਇੱਦਾਂ ਆਪਣੀ ਜ਼ਿੰਦਗੀ ਬਤੀਤ ਕਰਨ, ਆਜ਼ਾਦ ਹੋਣ, ਕਿਸੇ ਨੂੰ ਕਿਸੇ ਦੀ ਕੋਈ ਚਿੰਤਾ ਨਾ ਹੋਵੇ, ਕਿਸੇ ਦਾ ਡਰ ਨਾ, ਭੈ ਨਾ ਹੋਵੇ, ਨਿਰਭੈ ਉਹ ਸਾਰੇ ਰਹਿਣ, ਪਰ ਹੋ ਨਹੀਂ ਸਕਿਆ। ਹੋਵੇਗਾ ਕਿਵੇਂ, ਇਹਦੇ ਤੇ ਚਰਚਾ ਕੀਤੀ ਹੈ। ਨੌਰਵੇ ਸਾਹਿਬ, ਬਰੀਕੀ ਦੇ ਨਾਲ ਅੱਜ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਨੇ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।